ਇੰਨੇ ਟਾਈਮ 'ਚ ਇਹਨਾਂ ਨੇ ਲੋਡ ਕਰਕੇ ਇਸ ਤਰ੍ਹਾਂ ਹੀ ਇਹਨਾਂ ਨੇ ਗੋਲੀ ਚਲਾ ਦਿੱਤੀ ਹੈਗੀ ਆ। ਜਦੋਂ ਗੋਲੀ ਚਲਾਈ ਆ ਤੇ ਗੋਲੀ ਜਿਹੜੀ ਆ ਦਰੋਗੇ ਦੇ ਲੱਗ ਗਈ ਹੈਗੀ ਆ। ਦਰੋਗਾ ਉਧਰ ਥਾਣੇਦਾਰ ਨੂੰ ਕਹਿੰਦੇ ਦਰੋਗਾ। ਹਾਂਜੀ ਹਾਂ, ਜਦੋਂ ਉਹਦੇ ਦਰੋਗੇ ਦੇ ਗੋਲੀ ਲੱਗ ਗਈ ਆ ਤੇ ਉਹ ਰੌਲਾ ਜਿਹਾ ਪੈ ਗਿਆ। ਜਦੋਂ ਰੌਲਾ ਪਿਆ ਤੇ ਸਿੰਘ ਸਾਹਿਬ ਮੈਨੂੰ ਕਹਿੰਦੇ ਵੀ ਉੱਠ ਕੇ ਭੱਜ। ਹੁਣ ਅਸੀਂ ਜਦੋਂ ਉੱਠ ਕੇ ਭੱਜੇ ਆ ਤੇ ਤੁਸੀਂ ਸੱਚ ਜਾਣਿਓ, ਜਦੋਂ ਗੁਰੂ ਨੇ ਰੱਖਣਾ ਹੁੰਦਾ ਤੇ ਉਹ ਬੜਿਆਂ ਹੱਲਿਆਂ ਤੋਂ ਰੱਖ ਲੈਂਦਾ। ਗੋਲੀਆਂ ਦੀ ਛਾਂ ਇੰਝ ਲੱਗ ਰਹੀ ਵੀ ਜਿਵੇਂ ਸਾਡੇ ਕੰਨਾਂ ਦੇ ਕੋਲੋਂ ਦੀ ਜਾ ਰਹੀ ਹੈਗੀ। ਇਸ ਤਰੀਕੇ ਨਾਲ ਉਹਨਾਂ ਨੇ ਵਿਛਾੜ ਸਾਡੇ ਤੇ ਗੋਲੀਆਂ ਦੀ ਕੀਤੀ। ਬਸ ਫਰਕ ਕਿੰਨਾ ਕਿ 25-30 ਫੁੱਟ ਦੇ ਫਰਕ ਤੇ 25-30 ਫੁੱਟ ਦੇ ਫਰਕ ਦੇ ਅਸੀਂ ਮਾਰ ਹੇਠ ਸੀ ਉਹਨਾਂ ਦੇ। ਕੋਈ ਵੀ ਗੋਲੀ ਸਾਡੇ ਲੱਗ ਸਕਦੀ ਸੀ, ਪਰ ਜਦੋਂ ਗੁਰੂ ਨੇ ਰੱਖਣਾ ਹੈਗਾ, ਉਹਨੇ ਸੇਵਾ ਲੈਣੀ ਤੇ ਉਹ ਬਲਦੀ ਤੋਂ ਵੀ ਰੱਖ ਲਏਗਾ। ਅਸੀਂ ਜਦੋਂ ਭੱਜੇ ਹਾਂ ਤੇ ਸਿੰਘ ਸਾਹਿਬ ਦੇ ਇੱਕਦਮ ਪੈਰ ਅੜ ਕੇ ਬਾਜੀ ਪਿੱਲ ਗਈ ਆ। ਉਹਨਾਂ ਦਾ ਦਾਤਰਾ ਤੇ ਦਸਤਾਰ ਦੋਨੇ ਲੱਥ ਗਏ ਆ। ਜਦੋਂ ਮੈਂ ਭੱਜੇ ਜਾਂਦੇ ਹੀ ਇਸ ਤਰ੍ਹਾਂ ਇੱਕੋ ਹੀ ਹੱਥ ਦੇ ਨਾਲ ਗਾਤਰਾ ਵੀ ਫੜ ਲਿਆ ਤੇ ਦਸਤਾਰ ਵੀ ਫੜ ਲਈ ਹੈਗੀ ਉਹਨਾਂ ਦੀ। ਅਸੀਂ ਜਦੋਂ ਥੋੜਾ ਜਿਹਾ ਭੱਜੇ ਹੈਗੇ ਆ, ਪਿੱਛੇ ਉਹਨਾਂ ਨੇ ਗੋਲੀ ਚਲਾਈ ਆ। ਅਸੀਂ ਕਾਫੀ ਅੱਗੇ ਗੋਲੀ ਦੀ ਮਾਰ ਤੋਂ ਸਪੀਡ 'ਚ ਅੱਗੇ ਲੰਘ ਗਏ ਹੈਗੇ ਆ। ਜਦੋਂ ਅਸੀਂ ਅੱਗੇ ਲੰਘੇ ਆ ਤੇ ਉਸ ਤੋਂ ਬਾਅਦ ਇੱਕ ਥੋੜੀ ਜਿਹੀ ਧਿਓੜੀ ਜਿਹੀ ਆਉਂਦੀ ਹੈਗੀ ਆ, ਉੱਲਾ ਜਿਹਾ ਆਉਂਦਾ ਤੇ ਸਿੰਘ ਸਾਹਿਬ ਕਹਿੰਦੇ ਵੀ ਹੁਣ ਇੱਥੋਂ ਨਿਕਲਿਆ ਨਹੀਂ ਜਾਣਾ ਸਾਡੇ ਕੋਲ। ਘੇਰਾ ਸਾਨੂੰ ਚਾਰੇ ਪਾਸੇ ਤੋਂ ਪੈ ਚੁੱਕਿਆ ਏ ਤੇ ਇੱਥੋਂ ਆਪਾਂ ਨਿਕਲ ਨਹੀਂ ਸਕਦੇ ਹੈਗੇ। ਇਹਨਾਂ ਨੇ ਵੈਸੇ ਲਲਕਾਰਿਆ ਉਹਨਾਂ ਪੁਲਿਸ ਵਾਲਿਆਂ ਨੂੰ। ਮੈਂ ਪਹਿਲੀ ਵਾਰੀ ਉਹ ਸੀਨ ਦੇਖਿਆ ਸੀ ਜਿਹੜਾ ਕਹਿੰਦੇ ਨਾ ਕੋਈ ਭੁੱਲ ਯਾਦ ਤੁਹਾਡੀਆਂ ਅੱਖਾਂ ਵਿੱਚ ਸਮਾ ਜਾਂਦੀ ਹੈਗੀ ਆ। ਉਹ ਭੁੱਲ ਯਾਦ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀਨ ਹੈਗਾ ਕਿ ਸਿੰਘ ਸਾਹਿਬ ਪੁਲਿਸ ਖਲੋਤੀ ਹੈਗੀ ਆ ਤੇ ਲਲਕਾਰ ਰਹੇ, ਬੜੀ ਜੁਰਤ ਦੇ ਨਾਲ ਕਹਿ ਰਹੇ ਆ ਵੀ ਆਓ ਤੁਹਾਨੂੰ ਦੱਸੀਏ ਸਿੰਘ ਕੀ ਹੁੰਦੇ ਨੇਗੇ, ਪੰਜਾਬੀ ਕੀ ਹੁੰਦੇ ਨੇ, ਮੇਰੀ ਮਾਰ ਹੇਠਾਂ ਤੇ ਆਓ, ਜਰਾ ਗੋਲੀ ਦੀ ਮਾਰ ਹੇਠਾਂ ਤੇ ਆਓ। ਪਰ ਉਹ ਸਾਰੇ ਹੀ ਲੰਮੇ ਪੈ ਜਾਂਦੇ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਮੇਰੇ ਇਮੋਸ਼ਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈਗੀ ਬੀਬੀ ਸੋਹਣਜੀਤ ਕੌਰ, ਤੇ ਉਹਨੇ ਜ਼ਰੂਰ ਸੰਭਾਲ ਕੇ ਹੀ ਰੱਖਿਆ ਹੋਏਗਾ। ਫਿਰ ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹ ਲਾਲ ਸੂਟ ਜਿਹੜਾ ਮੈਨੂੰ ਵਾਪਸ ਮਿਲੇ, ਪਰ ਬਾਬਾ ਬਖਸ਼ੀਸ਼ ਸਿੰਘ ਨੂੰ ਜਦੋਂ ਮੈਂ ਬੇਨਤੀ ਕੀਤੀ ਵੀ ਤੁਹਾਡੇ ਤੋਂ ਇਲਾਵਾ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਤੇ ਤੁਹਾਡਾ ਕਿਹਾ ਬੀਬੀ ਸੋਹਣਜੀਤ ਕੌਰ ਨੇ ਟਾਲਣਾ ਵੀ ਨਹੀਂ ਹੈਗਾ, ਔਰ ਬਾਬਾ ਬਖਸ਼ੀਸ਼ ਸਿੰਘ ਨੇ ਕੋਸ਼ਿਸ਼ਾਂ ਕਰਕੇ ਤਾਂ ਉਹ ਸੂਟ ਜਿਹੜਾ ਹੈਗਾ ਵਾ ਮੇਰੇ ਤੱਕ ਪਹੁੰਚਾਇਆ। ਇੱਕ ਮੇਰਾ ਸ਼ਾਲ ਸੀਗਾ ਸਿੰਘ ਸਾਹਿਬ ਨੇ ਜਿਹੜਾ ਮੈਨੂੰ ਭੇਜਿਆ ਸੀਗਾ, ਇੱਕ ਉਹ ਸੂਟ ਜਿਹੜਾ, ਦੋਨੇ ਚੀਜ਼ਾਂ ਬੀਬੀ ਸੋਹਣਜੀਤ ਕੌਰ ਨੇ ਮੈਨੂੰ ਵਾਪਸ ਦਿੱਤੀਆਂ ਤੇ ਮੈਂ ਆਪਣੇ ਪ੍ਰਾਪਰਟੀ ਦੇ ਖਜ਼ਾਨੇ ਦੇ ਵਿੱਚ ਉਹ ਕੀਮਤੀ ਚੀਜ਼ਾਂ ਜਿਹੜੀਆਂ ਨੇ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ ਨੇ, ਆਖਰੀ ਨਿਸ਼ਾਨੀਆਂ ਜਿਹੜੀਆਂ ਉਹ ਸੰਭਾਲ ਕੇ ਰੱਖੀਆਂ ਨੇ। ਬਾਦਲ ਟੌੜਾ ਲੰਗੋਵਾਲ ਤਿੰਨੇ ਕੌਮ ਦੇ ਗਦਾਰ, ਇਹ ਨਾਰਾ 1984 ਦੇ ਵਿੱਚ ਮੈਂ ਛੋਟੀ ਉਮਰ ਵਿੱਚ ਹੀ ਆਪਣੀ ਇਸ ਜ਼ਬਾਨ ਨਾਲ ਲਾਇਆ ਹੈਗਾ। ਬਾਦਲ ਟੌੜਾ ਲੰਗੋਵਾਲ ਤਿੰਨੇ ਕੌਮ ਦੇ ਗਦਾਰ। ਪਰ ਅੱਜ ਬੜੀ ਹੈਰਾਨ ਹੁੰਨੀ ਹੈਗੀ ਆ ਵੀ ਅੱਜ ਵੀ ਬਾਦਲ ਜਿਹੜਾ ਹੈਗਾ ਵਾ ਉਹ ਕੌਮ ਦਾ ਸਰਦਾਰ ਬਣਿਆ ਹੋਇਆ। ਅੱਜ ਸਾਡੀ ਕੌਮ ਉਹਨੂੰ ਵੋਟਾਂ ਨਾਲ ਨਵਾਜ ਰਹੀ ਆ। ਇਹ ਚਿਹਰੇ ਉਹ ਜੇ ਅਸੀਂ 84 ਤੋਂ ਪਹਿਲਾਂ ਪਹਿਚਾਣ ਲਏ ਸੀ ਤੇ ਅੱਜ ਕਿਉਂ ਅਸੀਂ ਉਹਨਾਂ ਚਿਹਰਿਆਂ ਦੇ ਨਾਲ ਖਲੋਂਦੇ ਹੈਗੇ ਆ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ तमाम ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ ਔਰ ਸਿੱਖ ਧਰਮ ਦੇ ਨਾਲ ਸੰਬੰਧਿਤ ਹਰ ਮੁੱਦੇ ਦੀ ਅਪਡੇਟ, ਹਰ ਮਸਲਾ ਤੁਹਾਡੇ ਸਾਹਮਣੇ ਅਸੀਂ ਰੱਖਦੇ ਹਾਂ। ਔਰ ਪੰਥ ਦੇ ਕੌਮ ਦੇ ਲਈ, ਕੌਮ ਦੀ ਚੜ੍ਹਦੀ ਕਲਾ ਲਈ ਜਾਂ ਕੌਮ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਹਾਂ, ਉਹਨਾਂ ਦੀਆਂ ਮੁਲਾਕਾਤਾਂ ਕਰਵਾਉਂਦੇ ਹਾਂ। ਅੱਜ ਐਸੀ ਹੀ ਇੱਕ ਪੰਥਕ ਸ਼ਖਸੀਅਤ, ਨਿਧੜਕ, ਬੜੀ ਦਲੇਰ ਇਹ ਸ਼ਖਸੀਅਤ ਔਰ ਖਿਦਮਤ ਇਨਸਾਨੀਅਤ ਤੇ ਪਹਿਰਾ ਦੇ ਰਹੇ ਨੇ ਇਸ ਵਕਤ। ਮੇਰੀ ਮੁਰਾਦ ਹੈ ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ, ਜੋ ਬੱਬਰ ਖਾਲਸਾ ਦੇ ਸੈਕੰਡ ਹਾਈ ਕਮਾਂਡ ਦੇ ਮੈਂਬਰ ਰਹੇ ਨੇ, ਜਿਨ੍ਹਾਂ ਨੇ ਜਾਮੇ ਸ਼ਹਾਦਤ ਨੂੰ ਪੀਣਾ ਕੀਤਾ। ਔਰ ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਦੇ ਭਰਾਤਾ ਭਾਈ ਸਾਹਿਬ ਸਿੰਘ ਜੀ ਕਾਸ਼ਤੀਵਾਲ ਵੀ ਕੌਮ ਦੇ ਪਰਵਾਨੇ ਔਰ ਕੌਮ ਦੇ ਲਈ ਉਹਨਾਂ ਨੇ ਜਾਮੇ ਸ਼ਹਾਦਤ ਨੂੰ ਪੀਣਾ ਕੀਤਾ। ਸੋ ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਜੀ ਦੀ ਧਰਮ ਸੁਪਤਨੀ ਬੀਬੀ ਸੰਦੀਪ ਕੌਰ ਜੀ ਖਾਲਸਾ ਇਸ ਵਕਤ ਮੇਰੇ ਨਾਲ ਨੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ
ਧਰਮ ਸਿੰਘ ਕਾਸ਼ਤੀਵਾਲ, ਤੁਹਾਡੇ ਨਾਲ ਪ੍ਰਮਾਤਮਾ ਨੇ ਉਹਨਾਂ ਦਾ ਸੰਯੋਗ ਬਣਾਇਆ। ਇਹ ਸਾਰਾ ਸੰਯੋਗ ਕਿਸ ਤਰ੍ਹਾਂ ਬਣਿਆ, ਕਿਵੇਂ ਤੁਸੀਂ ਇਸ ਮੂਵਮੈਂਟ ਦੇ ਵਿੱਚ ਆਏ, ਔਰ ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲਾ ਦੇ ਜੀਵਨ ਦੇ ਉੱਪਰ ਤੁਸੀਂ ਕੁਝ ਚਾਨਣਾ ਪਾਓ। ਜਦੋਂ 1984 ਦੇ ਵਿੱਚ ਮੌਕੇ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਸਾਰੇ ਸਿੱਖਾਂ ਦੀ ਤਰ੍ਹਾਂ ਮੇਰਾ ਮਨ ਵੀ ਬਹੁਤ ਬਲੂੰਦਰਿਆ ਗਿਆ। ਇਸ ਤੋਂ ਪਹਿਲਾਂ ਹੀ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀਗਾ, ਤਾਂ ਮੈਂ 2-3 ਵਾਰੀ ਧਰਮ ਯੁੱਧ ਮੋਰਚੇ ਵਿੱਚ ਆਪਣੇ ਮਾਤਾ ਜੀ ਬੀਬੀ ਜਸਬੀਰ ਕੌਰ ਦੇ ਨਾਲ ਗ੍ਰਿਫਤਾਰੀ ਵੀ ਦਿੱਤੀ। ਉਸ ਟਾਈਮ ਲੁਧਿਆਣੇ ਦੀ ਜੇਲ੍ਹ ਵਿੱਚ ਰੱਖਦੇ ਸੀ, 1 ਦਿਨ ਦੀ ਜੇਲ੍ਹ ਕੱਟਣੀ ਪੈਂਦੀ ਸੀ, 1 ਰਾਤ ਰੱਖਦੇ ਸੀ, ਅਗਲੇ ਦਿਨ ਉਹ ਰਿਹਾਅ ਕਰ ਦਿੰਦੇ ਸੀ। ਫਿਰ ਅਗਲਾ ਜਥਾ ਜਿਹੜਾ ਸੀ ਉਹ ਜਾਂਦਾ ਸੀ। ਰੋਜ਼ ਧਰਮ ਯੁੱਧ ਮੋਰਚੇ ਵਿੱਚ ਇਸੇ ਤਰ੍ਹਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਸੀ ਉਹ ਗ੍ਰਿਫਤਾਰੀ ਦਿੰਦੀਆਂ ਸੀਗੀਆਂ। ਪਰ ਜਦੋਂ ਇਹ ਜੂਨ 1984 ਵਿੱਚ ਤੀਜਾ ਘੱਲੂਘਾਰਾ ਹੁੰਦਾ, ਤਾਂ ਉਸ ਟਾਈਮ ਮਨ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਵਿਰਾਗ ਵਿੱਚ ਆ ਗਿਆ। ਔਰ ਇਹੀ ਕਾਰਨ ਸੀਗਾ ਕਿ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਕੌਮ ਦੇ ਲਈ ਮਾਈ ਭਾਗੋ ਵਾਲੀ ਸੇਵਾ ਜਿਹੜੀ ਆ ਉਹ ਕਰਨੀ ਹੈਗੀ ਆ। ਤਾਂ ਫਿਰ ਇਸੇ ਤਰ੍ਹਾਂ ਸਬੱਬ ਬਣਿਆ ਅਤੇ ਮੇਰਾ ਆਨੰਦ ਕਾਰਜ 19 ਮਾਰਚ 1999 ਨੂੰ ਸਰਦਾਰ ਧਰਮ ਸਿੰਘ ਕਾਸ਼ਤੀਵਾਲ ਹੋਣਾ ਦੇ ਨਾਲ ਹੋਇਆ। ਔਰ ਮੈਂ ਸਿੱਧੇ ਤੌਰ 'ਤੇ ਰੂਪੋਸ਼ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਤੀਤ ਕਰਨ ਲੱਗੀ, ਅਤੇ ਆਪਣੀ ਕੌਮ ਲਈ ਜਿਹੜੀ ਹੈਗੀ ਆ ਉਹ ਆਪਣੇ ਵੀਰਾਂ ਦੇ ਨਾਲ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਮੇਰੀ ਸੇਵਾ ਆਰੰਭ ਹੋ ਗਈ। ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਦੇ ਨਾਲ ਤੁਹਾਡਾ ਸੰਬੰਧ ਜੁੜਿਆ, ਕਿਹੋ ਜਿਹਾ ਸੁਭਾਅ ਸੀ ਉਹਨਾਂ ਦਾ, ਔਰ ਪੰਥ ਪ੍ਰਤੀ ਉਹਨਾਂ ਦੀ ਜਿਹੜੀ ਸੋਚ ਸੀ? ਤੁਹਾਡੇ ਨਾਲ ਤੇ ਬਹੁਤ ਵਿਚਾਰਾਂ ਕਰਦੇ ਰਹੇ ਹੋਣਗੇ, ਉਹ ਕੁਝ ਵਿਚਾਰਾਂ ਉਹਨਾਂ 'ਚੋਂ ਸਾਂਝੀਆਂ ਕਰਨੀਆਂ ਚਾਹੋਗੇ? ਜਿਹੜਾ ਉਹਨਾਂ ਦਾ ਸੁਭਾਅ ਸੀ ਨਾ, ਜਿਵੇਂ ਕਹਿੰਦੇ ਨਾ ਕਿ ਨਾਰੀਅਲ ਵਰਗਾ ਸੁਭਾਅ, ਉੱਤੋਂ ਦੇਖਣ ਤੋਂ ਬੜੇ ਗਰਮ ਸੁਭਾਅ ਦੇ ਲੱਗਦੇ ਸੀ, ਪਰ ਬੜੇ ਨਰਮ ਸੁਭਾਅ ਦੇ ਸੀਗੇ। ਕੋਈ ਵੀ ਰਣਨੀਤੀ ਜਿਹੜੀ ਹੈ ਬੜੀ ਸੋਚ ਵਿਚਾਰ ਤੋਂ, ਡੂੰਘੀ ਸੋਚ ਵਿਚਾਰ ਤੋਂ ਬਾਅਦ ਉਹ ਅਪਣਾਉਂਦੇ ਸੀਗੇ। ਕਈ ਵਾਰੀ ਸਿੰਘਾਂ ਦੇ ਨਾਲ ਮੂਵਮੈਂਟ ਦੇ ਬਾਰੇ 'ਚ ਮੈਂ ਗੱਲਾਂ ਕਰਦਿਆਂ ਦੇਖਿਆ। ਬਹੁਤ ਵੱਡਾ ਦਾਇਰਾ ਸੀ ਇਹਨਾਂ ਦਾ। ਜਿਹੜਾ ਕਾਸ਼ਤੀਵਾਲ ਗਰੁੱਪ ਸੀ ਨਾ, ਇਹ ਬਹੁਤ, ਜੇ ਕਿਹਾ ਜਾਏ ਕਿ ਬੱਬਰ ਖਾਲਸਾ ਦੇ ਵਿੱਚ ਸਭ ਤੋਂ ਵੱਡਾ ਗਰੁੱਪ ਜਿਹੜਾ ਉਹ ਕਾਸ਼ਤੀਵਾਲ ਗਰੁੱਪ ਸੀਗਾ। ਇਸ ਗਰੁੱਪ ਵਿੱਚ ਪਟਿਆਲਾ ਯੂਨੀਵਰਸਿਟੀ, ਫਿਜ਼ੀਕਲ ਕਾਲਜ ਪਟਿਆਲਾ, ਉਸ ਤੋਂ ਬਾਅਦ ਲੁਧਿਆਣਾ ਦੀਆਂ ਯੂਨੀਵਰਸਿਟੀਆਂ, ਖੇਤੀਬਾੜੀ ਯੂਨੀਵਰਸਿਟੀ, ਦੂਜੇ ਜਿਹੜੇ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਯੂਨੀਵਰਸਿਟੀ, ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟ, ਬੰਬੇ, ਦਿੱਲੀ, ਗਰੁੱਪ ਬਹੁਤ ਵੱਡਾ ਸੀਗਾ। ਬਹੁਤ ਵੱਡੇ ਪੱਧਰ 'ਤੇ ਜਿਹੜੇ ਸਟੂਡੈਂਟ ਸੀਗੇ ਉਹ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ। ਇਹ ਹਮੇਸ਼ਾ ਕਾਲਜਾਂ ਯੂਨੀਵਰਸਿਟੀਆਂ ਵਿੱਚ ਸ਼ਰੇਆਮ ਆਉਂਦੇ ਜਾਂਦੇ ਸੀ, ਤੇ ਬਹੁਤ ਤਗੜੇ ਪੱਧਰ 'ਤੇ ਨੌਜਵਾਨ ਜੁੜੇ ਹੋਏ ਸੀ। ਪਰ ਇਹਨਾਂ ਦੀ ਸੋਚ ਇਹ ਸੀ, ਨੌਜਵਾਨਾਂ ਨੂੰ ਹਮੇਸ਼ਾ ਇਹੀ ਗੱਲ ਕਹਿੰਦੇ ਸੀ ਕਿ ਤੁਸੀਂ ਭਗੌੜੇ ਨਹੀਂ ਹੋਣਾ ਹੈਗਾ, ਤੁਸੀਂ ਸੇਫ ਰਹਿਣਾ ਹੈ, ਸੇਫ ਰਹਿ ਕੇ ਕੌਮ ਦੀ ਸੇਵਾ ਕਰਨੀ ਆ। ਤੁਸੀਂ ਸੇਫ ਰਹਿ ਕੇ ਜਿਸ ਜਗ੍ਹਾ 'ਤੇ ਪਹੁੰਚ ਸਕਦੇ ਜੇਗੇ, ਉਸ ਜਗ੍ਹਾ 'ਤੇ ਇੱਕ ਅੰਡਰਗਰਾਊਂਡ ਇਨਸਾਨ ਬੰਦਾ ਜਿਹੜਾ ਉਹ ਨਹੀਂ ਪਹੁੰਚ ਸਕਦਾ। ਇਸ ਕਰਕੇ ਇਹਨਾਂ ਦੀ ਸੋਚ ਇਹ ਸੀ ਕਿ ਭਗੌੜੇ ਘੱਟ ਤੋਂ ਘੱਟ ਹੋਣ ਨੌਜਵਾਨ, ਅੰਡਰਗਰਾਊਂਡ ਰਹਿ ਕੇ ਗੁਪਤ ਤਰੀਕੇ ਦੇ ਨਾਲ ਹੀ ਉਹ ਕੌਮ ਦੀ ਸੇਵਾ ਲੈਂਦੇ ਵੀ ਸੀ ਨੌਜਵਾਨਾਂ ਤੋਂ। ਤੇ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਸੀਗੀ ਵੀ ਘੱਟ ਤੋਂ ਘੱਟ ਨੌਜਵਾਨ ਜਿਹੜੇ ਹੈਗੇ ਉਹ ਭਗੌੜੇ ਹੋਣ ਤੇ ਕੌਮ ਦੀ ਸੇਵਾ ਜਿਹੜੀ ਹੈਗੀ ਆ। ਫਿਰ ਉਹ ਸੰਘਰਸ਼ ਬਾਰੇ ਇਹ ਕਹਿੰਦੇ ਹੁੰਦੇ ਸੀ ਵੀ ਇਹ ਸੰਘਰਸ਼ ਜਿਹੜਾ ਇਹ ਨਹੀਂ ਵੀ 2-4 ਸਾਲਾਂ 10 ਸਾਲਾਂ ਨੂੰ ਖਤਮ ਹੋ ਜਾਣਾ, ਇਹ ਬੜੀ ਲੰਬੀ ਲੜਾਈ ਹੈਗੀ ਆ। ਇਹ ਕੌਮ ਨੂੰ ਜਿਹੜੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਜ਼ਾਦੀ ਦਾ ਮੂੰਹ ਦੇਖਣਾ ਪੈਂਦਾ। ਉਸ ਟਾਈਮ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਸਾਂ ਤਾਂ ਇੰਜ ਭਾਈ ਮਾਦਾ ਸਿੰਘ ਕਈ ਵਾਰੀ ਗੱਲਾਂ ਸੁਣ ਕੇ ਕਹਿ ਦਿੰਦੇ, ਭਾਈ ਸਾਹਿਬ ਸਾਨੂੰ ਤੇ ਲੱਗਦਾ ਖਾਲਿਸਤਾਨ ਬਣਿਆ ਕਿ ਬਣਿਆ ਵੀ 5 ਵਜੇ ਤੋਂ ਬਾਅਦ ਆਪਣਾ ਖਾਲਿਸਤਾਨੀ ਟਾਈਮ ਹੋ ਜਾਂਦਾ ਵਾ, ਵੀ ਸਾਨੂੰ ਤੇ ਇੰਜ ਲੱਗਦਾ ਕਿ ਇਹ ਬੜੀ ਜਲਦੀ ਬਣ ਜਾਊਗਾ। ਪਰ ਸਿੰਘ ਸਾਹਿਬ ਕਹਿੰਦੇ ਸੀ ਨਹੀਂ, ਇਹ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਲੱਗਣੀਆਂ ਨੇ, ਤੇ ਇਸ ਸੋਚ ਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਹ ਸੋਚ ਬਚੀ ਰਹਿਣੀ ਚਾਹੀਦੀ ਆ। ਫਿਰ ਇਤਿਹਾਸ ਨੂੰ ਲਿਖਣ ਦੇ ਪ੍ਰਤੀ ਬਹੁਤ ਜ਼ਿਆਦਾ ਸੀਰੀਅਸ ਸੀਗੇ ਜਿਹੜੇ ਉਸ ਟਾਈਮ ਦੇ ਰਾਈਟਰ ਸੀਗੇ, ਜਾਂ ਥੋੜ੍ਹੀ ਬਹੁਤੀ ਕਲਮ ਚਲਾਉਣੀ ਜਾਣਦੇ ਹੁੰਦੇ ਸੀ, ਤਾਂ ਉਹਨਾਂ ਨੂੰ ਜ਼ਰੂਰ ਇਹ ਕਹਿੰਦੇ ਹੁੰਦੇ ਸੀ ਵੀ ਸਿੰਘਾਂ ਦੀਆਂ ਜੀਵਨੀਆਂ ਜ਼ਰੂਰ ਲਿਖਿਆ ਕਰੋ। ਇਹ ਇਤਿਹਾਸ ਨੂੰ ਲਿਖਣਾ, ਇਹਨੂੰ ਕਲਮਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਹੀ ਕਾਰਨ ਸੀ ਕਿ ਜਦੋਂ ਮੈਂ 1996 ਦੇ ਵਿੱਚੋਂ
ਸੰਗਰੂਰ ਜੇਲ੍ਹ ਤੋਂ ਜਦੋਂ ਰਿਹਾ ਹੁੰਨੀ ਆ ਤਾਂ ਮੇਰੇ ਦਿਮਾਗ ਵਿੱਚ ਇਹ 2 ਪ੍ਰੋਜੈਕਟ ਸੀਗੇ। ਇੱਕ ਇਤਿਹਾਸ ਨੂੰ ਕਲਮਬੰਦ ਕਰਨਾ, ਤਾਂ ਦੂਜਾ ਜਿਹੜੇ ਸ਼ਹੀਦ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸੰਭਾਲਣਾ। ਤਾਂ ਇਹ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਆ ਕਿ ਅਕਾਲ ਪੁਰਖ ਨੇ ਇਹ ਦੋਨੇ ਹੀ ਸੇਵਾ ਮੇਰੀ ਝੋਲੀ 'ਚ ਪਾਈਆਂ। ਇਤਿਹਾਸ ਲਿਖਣ ਦੀ ਜਿਹੜੀ ਸੇਵਾ ਅਸੀਂ ਵੰਗਾਰ ਮੈਗਜ਼ੀਨ ਦੇ ਰਾਹੀਂ ਜਾਂ ਸਰਦਾਰ ਬਲਜੀਤ ਸਿੰਘ ਖਾਲਸਾ ਹੁਣਾਂ ਦੀਆਂ 25-30 ਕਿਤਾਬਾਂ ਜਿਹੜੀਆਂ ਨੇ ਸਿਰਫ ਤੇ ਸਿਰਫ ਉਹ ਮੂਵਮੈਂਟ ਦੇ ਨਾਲ ਸੰਬੰਧਿਤ ਹੀ ਹੈਗੀਆਂ, ਉਹ ਇਤਿਹਾਸ ਦੇ ਨਾਲ ਸੰਬੰਧਿਤ ਹੀ ਹੈਗੀਆਂ ਨੇ ਜਿਹੜੀ ਉਹਨਾਂ ਨੇ ਸੇਵਾ ਲਈ ਹੈਗੀ ਆ। ਮੈਂ ਵੀ ਬਿਖੜਾ ਪਿੰਡਾ ਰਾਹੀਂ ਇੱਕ ਓੜਕ ਸੱਚਰੀ ਕਿਤਾਬ ਹੈਗੀ ਆ ਮੇਰੀ, ਜਿਹੜੀ KPS ਗਿੱਲ ਨੇ ਕਿਤਾਬ ਲਿਖੀ ਸੀ ਖਾੜਕੂ ਮੂਵਮੈਂਟ ਦੇ ਖਿਲਾਫ, ਉਹਦਾ ਮੈਂ ਜਵਾਬ ਦਿੱਤਾ ਹੈ ਓੜਕ ਸੱਚ ਰਹੀ ਦੇ ਰਾਹੀਂ। ਇਹ ਜਿਹੜੀ ਸੇਵਾ ਹੈਗੀ ਆ ਇਹ ਮੇਰੀ ਬਹੁਤ ਖੁਸ਼ਕਿਸਮਤੀ ਹੈਗੀ ਆ ਕਿ ਅਕਾਲ ਪੁਰਖ ਨੇ ਜੋ ਮੈਂ ਸੋਚਿਆ ਸੀ ਉਸ ਨੂੰ ਉਹਨਾਂ ਨੇ ਆਪਣਾ ਹੱਥ ਦੇ ਕੇ ਉਹ ਸੇਵਾ ਜਿਹੜੀ ਮੇਰੇ ਕੋਲ ਲਈ ਹੈ ਮੇਰੀ ਝੋਲੀ 'ਚ ਪਾਈ ਹੈ। ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਦਾ ਜਿਹੜਾ ਪਰਿਵਾਰ ਸੀ, ਮਾਤਾ ਪਿਤਾ, ਉਹ ਤਾਂ ਅੰਡਰਗਰਾਊਂਡ ਹੋ ਗਏ, ਰੂਪੋਸ਼ ਹੋ ਗਏ, ਨਾਲ ਤੁਸੀਂ ਵੀ ਅੰਡਰਗਰਾਊਂਡ ਰਹੇ। ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਤੁਹਾਡੇ ਨਾਲ ਕਿਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਸਾਂਝੀਆਂ ਕਰਦੇ ਸੀ, ਕੀ ਕਹਿੰਦੇ ਹੁੰਦੇ ਸੀ ਤੁਹਾਨੂੰ? ਵਿਰਲੇ ਮਾਪੇ ਨੇ ਸ਼ਹੀਦਾਂ ਦੇ ਉਵੇਂ ਦੀ ਸੋਚ ਦੇ। ਵਿਰਲੇ ਮਾਪੇ, ਬਹੁਤ ਵਿਰਲੀਆਂ ਮਾਵਾਂ ਨੇ ਜਿਹੜੀਆਂ ਛਾਤੀ ਤੇ ਹੱਥ ਮਾਰ ਕੇ ਆਪਣੇ ਪੁੱਤਾਂ ਨੂੰ ਕਹਿੰਦੀਆਂ ਨੇ ਮੈਂ ਸ਼ੇਰਾਂ ਦੀ ਮਾਂ ਆ। ਅੱਛਾ। ਸਰਦਾਰ ਧਰਮ ਸਿੰਘ ਕਾਸ਼ਤੀਵਾਲ, ਸਰਦਾਰ ਸਾਹਿਬ ਸਿੰਘ ਕਾਸ਼ਤੀਵਾਲ ਹੋਣਾ ਦੇ ਮਾਤਾ ਜੀ ਮਾਤਾ ਸਰਜੀਤ ਕੌਰ ਇਵੇਂ ਦੇ ਹੀ ਸੀਗੇ। ਕਹਿੰਦੇ ਮੈਂ ਸ਼ੇਰਾਂ ਦੀ ਮਾਂ, ਸ਼ੇਰਾਂ ਦੀ ਮਾਂ ਹਮੇਸ਼ਾ ਕਹਿੰਦੇ ਹੁੰਦੇ, ਕੋਈ ਵੀ ਗੱਲ ਹੋਣੀ ਕਹਿਣਾ ਮੈਂ ਸ਼ੇਰਾਂ ਦੀ ਮਾਂ ਆ। ਉਹ ਕਹਿੰਦੇ ਨਹੀਂ ਸੀਗੇ, ਉਹ ਸਮਝਦੇ ਵੀ ਸੀਗੇ ਤੇ ਉਹ ਹੈ ਵੀ ਸ਼ੇਰਾਂ ਦੀ ਮਾਂ ਹੀ ਸੀਗੀ। ਇਹਨਾਂ ਨੇ ਸਿੰਘ ਸਾਹਿਬ ਹੋਣਾ ਨੇ, ਸਰਦਾਰ ਧਰਮ ਸਿੰਘ ਕਾਸ਼ਤੀਵਾਲ ਹੋਣਾ ਨੇ, ਸਾਡਾ ਜਿਹੜਾ ਘਰ ਹੈ ਕਾਸ਼ਤੀਵਾਲ ਵਾਲਾ ਉਹ ਬਿਲਕੁਲ ਸੜਕ ਦੇ ਕਿਨਾਰੇ ਤੇ ਆ। ਉੱਥੋਂ ਆਮ ਰਾਈ ਸਾਈਕਲਾਂ ਤੇ ਆਉਂਦੇ ਜਾਂਦੇ ਸੀ, ਪਾਣੀ ਦਾ ਬਹੁਤ ਘੱਟ ਪ੍ਰਬੰਧ ਹੁੰਦਾ ਸੀ। ਹੁਣ ਸਾਈਕਲ ਚਲਾਉਂਦਾ ਜਿਹੜਾ 2-4 ਕਿਲੋਮੀਟਰ ਤੇ ਉਹਨੂੰ ਪਿਆਸ ਲੱਗ ਜਾਂਦੀ ਆ। ਤਾਂ ਸਿੰਘ ਸਾਹਿਬ ਹਮੇਸ਼ਾ ਮਾਤਾ ਜੀ ਹੁਣਾਂ ਨੂੰ ਕਹਿੰਦੇ ਸੀ, ਬੀਬੀ ਕਹਿ ਕੇ ਬੁਲਾਉਂਦੇ ਸੀ, ਬੀਬੀ ਹੱਥ ਵਿੱਚ ਪਾਣੀ ਦਾ ਗਲਾਸ ਤੇ ਜੱਗ ਜ਼ਰੂਰ ਰੱਖਿਆ ਕਰੋ, ਆਉਂਦੇ ਜਾਂਦੇ ਜਿਹੜੇ ਸਾਈਕਲਾਂ ਤੇ ਰਾਹੀ ਹੈ ਨਾ ਉਹਨਾਂ ਨੂੰ ਜਲ ਦੀ ਸੇਵਾ ਕਰਿਆ ਕਰੋ। ਤਾਂ ਇੱਕ ਕਹਿੰਦੇ ਹੁੰਦੇ ਸੀ ਮਾਲਾ ਹੱਥ 'ਚ ਰੱਖਿਆ ਕਰੋ, ਵਾਹਿਗੁਰੂ ਦਾ ਸਿਮਰਨ ਹਮੇਸ਼ਾ ਕਰਦੇ ਰਿਹਾ ਕਰੋ। ਤੇ ਸਾਡੇ ਮਾਤਾ ਜੀ ਐਵੇਂ ਹੀ ਕਰਦੇ ਸੀਗੇ, ਹਮੇਸ਼ਾ ਮਾਲਾ ਹੱਥ 'ਚ ਹੁੰਦੀ ਸੀ, ਸਿਮਰਨ ਕਰਦੇ ਸੀਗੇ। ਤਾਂ ਹਮੇਸ਼ਾ ਆਉਂਦੇ ਜਾਂਦੇ ਰਾਹੀਆਂ ਨੂੰ ਜਲ ਦੀ ਸੇਵਾ ਉਹ ਹਮੇਸ਼ਾ ਕਰਦੇ ਰਹੇ ਹੈਗੇ। ਤੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰਦੇ ਸੀ, ਬੜੀ ਅਣਖ ਦੇ ਨਾਲ। ਮੇਰੇ ਕੋਲੋਂ ਕੋਈ ਚੀਜ਼ ਉਹਨਾਂ ਨੇ ਮੰਗਣੀ ਤੇ ਬੜੀ ਜ਼ਰੂਰਤ ਨਾਲ ਮੰਗਦੇ ਸੀਗੇ। ਅਸੀਂ ਰਜਿਸਟਰ ਲਾਇਆ ਹੁੰਦਾ ਜਿਹੜੇ ਵੀ ਪਰਿਵਾਰਾਂ ਦੀ ਹੈਲਪ ਕਰਦੇ ਆ ਨਾ, ਤਾਂ ਉਹਦੇ ਤੇ ਉਸ ਪਰਿਵਾਰ ਦੇ ਸਾਈਨ ਕਰਾਈ ਦੇ ਵੀ ਤੁਹਾਡੀ ਆਹ ਹੈਲਪ ਕੀਤੀ ਹੈਗੀ, ਕਿਉਂਕਿ ਸਮੇਂ ਅਨੁਸਾਰ ਇਹ ਚੀਜ਼ਾਂ ਜ਼ਰੂਰੀ ਹੈਗੀਆਂ ਨੇ। ਪਰ ਜਦੋਂ ਮਾਤਾ ਜੀ ਨੂੰ ਮੈਂ ਉਹਨਾਂ ਦੀ ਦਵਾਈ ਬੂਟੀ ਲਈ ਜਾਂ ਉਹਨਾਂ ਨੂੰ ਖਰਚਾ ਪਾਣੀ ਦਿੰਦੀ ਤੇ ਮੈਂ ਜਾਣ ਕੇ ਹੀ ਉਹਨਾਂ ਨੂੰ ਕਹਿੰਦੀ ਬੀਬੀ ਇੱਥੇ ਤੁਸੀਂ ਸਾਈਨ ਕਰੋ। ਬੀਬੀ ਨੇ ਕਹਿਣਾ ਮੈਂ ਨਹੀਂ ਸਾਈਨ ਕਰਨੇ, ਮੈਂ ਸ਼ੇਰਾਂ ਦੀ ਮਾਂ ਹੈਗੀ ਆ। ਮੈਂ ਕਹਿਣਾ ਨਹੀਂ ਤੁਹਾਨੂੰ ਇੱਥੇ ਮੈਂ ਜਾਣ ਕੇ ਸਤਾਉਣ ਲਈ ਕਹਿ ਦੇਣਾ, ਪਰ ਉਹਨਾਂ ਕਦੀ ਰਜਿਸਟਰ ਮੇਰੇ ਤੇ ਸਾਈਨ ਨਹੀਂ ਸੀ ਕੀਤੇ ਹੈਗੇ। ਅੱਜ ਮੈਂ ਕਈ ਵਾਰੀ ਸੋਚਦੀ ਹਾਂ ਵੀ ਨਹੀਂ ਉਹਨਾਂ ਦੇ ਸਾਈਨ ਹੁੰਦੇ ਤਾਂ ਮੇਰੇ ਲਈ ਇੱਕ ਯਾਦਗਾਰੀ ਹੋਣੀਆਂ ਸੀਗੀਆਂ ਕਿ ਉਹਨਾਂ ਦੇ ਸਾਈਨ ਹੈਗੇ ਨੇ। ਤਾਂ ਕੁਛ ਵੀ ਗੱਲ ਹੁੰਦੀ ਸੀ ਤੇ ਬੜੀ ਜ਼ਰੂਰਤ ਵਾਲੇ ਸੀਗੇ, ਬੜਾ ਮੈਨੂੰ ਇਸ ਚੀਜ਼ ਤੇ ਮਾਣ ਮਹਿਸੂਸ ਹੁੰਦਾ। ਫਿਰ ਤੁਸੀਂ ਦੇਖੋ ਜਦੋਂ ਸਾਡੇ ਘਰ ਦੀ ਵੰਡ ਕਰਨ ਲੱਗੇ ਕਾਸ਼ਤੀਵਾਲ ਵਾਲੇ ਘਰ ਦੀ, ਤਾਂ ਉਸ ਇੱਕ ਮੇਰਾ ਦਿਓਰ ਹੈ ਜੋਗਿੰਦਰ ਸਿੰਘ, ਉਹਦਾ ਪਰਿਵਾਰ ਆ, ਇੱਕ ਛੋਟਾ ਦਿਓਰ ਹੈਗਾ ਰਣਜੀਤ ਸਿੰਘ ਰਾਣਾ, ਉਹਦਾ ਪਰਿਵਾਰ ਆ। ਸਾਹਿਬ ਸਿੰਘ ਜਿਹੜਾ ਹੈਗਾ ਇਹ ਅਨਮੈਰਿਡ ਸੀ, ਇਹ ਸ਼ਹੀਦ ਹੋ ਗਿਆ। ਤਾਂ ਮਾਤਾ ਪਿਤਾ ਦੋਨਾਂ ਨੇ ਹੀ ਘਰ ਦੇ 3 ਹਿੱਸੇ ਕਰਵਾਏ। 3 ਹਿੱਸੇ ਕਰਨ ਤੋਂ ਬਾਅਦ ਪਿੰਡ ਦੇ ਕੁਝ ਲੋਕ ਆਏ, ਕਹਿੰਦੇ ਵੀ ਤੁਸੀਂ, ਕਹਿੰਦੇ ਮੈਂ ਇਹਦੇ ਵਿੱਚੋਂ ਸੰਦੀਪ ਕੌਰ ਦਾ ਤੇ ਉਹਦੇ ਬੱਚੇ ਦਾ ਹਿੱਸਾ ਰੱਖਣਾ ਹੈ। ਤਾਂ ਕੁਝ ਸਿਆਣੇ ਮੈਂਬਰ ਕਹਿਣ ਲੱਗੇ ਕਿ ਉਹਨਾਂ ਨੇ ਕਿਹੜਾ ਇੱਥੇ ਆਣ ਕੇ ਰਹਿਣਾ, ਵੀ ਤੁਸੀਂ ਰਹਿਣ ਦਿਓ ਉਹਨਾਂ ਦੇ ਹਿੱਸੇ, ਇਹਨਾਂ ਦੋਨਾਂ ਦੇ ਵਿੱਚ ਹੀ ਵੰਡ ਕਰ ਦਿਓ, ਮੈਨੂੰ ਨਹੀਂ ਕੋਈ ਪਤਾ ਵੀ ਅੱਜ ਘਰ ਦੀ ਵੰਡ ਹੋ ਰਹੀ ਹੈ। ਤਾਂ ਸਾਡੇ ਮਾਤਾ ਜੀ ਤੇ ਬਾਪੂ ਜੀ ਵਿਚਕਾਰ ਮੰਜੀ ਢਾ ਕੇ ਬਹਿ ਗਏ, ਕਹਿੰਦੇ ਨਹੀਂ ਇੱਕ ਇੱਧਰਲਾ ਹਿੱਸਾ ਇੱਕ ਪੁੱਤ ਨੂੰ ਦੇ ਦਿਓ, ਦੂਜਾ ਇੱਧਰ ਦੇ ਦਿਓ, ਆਹ ਸਾਡੇ ਸ਼ਹੀਦ ਪੁੱਤ ਦਾ ਹਿੱਸਾ ਹੈਗਾ, ਇਹ ਅਸੀਂ ਉਹਨਾਂ ਨੂੰ ਹੀ ਦੇਣਾ ਹੈਗਾ, ਉਹਨਾਂ ਦਾ ਹੱਕ ਨਹੀਂ। ਹਾਲਾਂਕਿ ਸਾਡੀ ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ ਹੈਗੀ, ਕੁਛ ਨਹੀਂ ਹੈਗਾ, ਸਿਰਫ ਇੱਕ ਘਰ ਸੀਗਾ। ਤੇ ਉਹਨਾਂ ਨੇ ਉਹਦੇ ਵਿੱਚੋਂ ਵੀ ਮੇਰੇ ਲਈ ਹਿੱਸਾ ਰੱਖਿਆ। ਫਿਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਅਸੀਂ ਘਰ ਦੇ 3 ਹਿੱਸੇ ਕਰ ਦਿੱਤੇ ਹੈਗੇ ਆ, ਤਾਂ ਵਿਚਕਾਰੋਂ ਜਿਹੜਾ ਉਹ ਤੁਹਾਡੇ ਲਈ ਰੱਖ ਲਿਆ। ਤੇ ਮੈਂ ਕਿਹਾ ਮਾਤਾ ਜੀ ਅਸੀਂ ਕੀ ਕਰਨਾ ਸੀ, ਤੁਸੀਂ ਦੋਨਾਂ ਨੂੰ ਵੰਡ ਦੇਣਾ ਸੀ, ਚਲੋ ਵਧੀਆ ਕੀਤਾ ਵਿਚਕਾਰੋਂ ਰੱਖਿਆ, ਅਸੀਂ ਅੱਧਾ ਹੁਣ ਉਹਨਾਂ ਦੋਨਾਂ ਨੂੰ ਦੇ ਦਾਂਗੇ ਸੈਂਟਰ ਵਿੱਚੋਂ। ਕਹਿੰਦੇ ਨਹੀਂ ਪੁੱਤ, ਤੇਰੇ ਕੋਲ ਜੇ ਥਾਂ ਹੋਊਗਾ ਨਾ, ਸੜਕ ਦੇ ਉੱਤੇ ਆਪਣਾ ਘਰ ਆ,
ਤੂੰ ਮੇਰੇ ਸ਼ਹੀਦ ਪੁੱਤਾਂ ਦੀ ਕਿਤੇ ਯਾਦਗਾਰੀ ਬਣਾ ਦੇਵੇਂਗੀ, ਜੇ ਤੇਰੇ ਕੋਲ ਜਗ੍ਹਾ ਨਹੀਂ ਹੋਏਗੀ ਤੂੰ ਕੀ ਕਰੇਂਗੀ। ਇਹ ਤਾਂ ਕਰਕੇ ਛੱਡਿਆ ਹੈਗਾ, ਇਹ ਉਹਨਾਂ ਦੀ ਸੋਚ ਸੀਗੀ। ਕਹਿੰਦੇ ਸੜਕ ਦੇ ਉੱਤੇ ਘਰ ਕੋਈ ਆਉਂਦਾ ਜਾਂਦਾ ਕਿਆ ਕਰੂਗਾ। ਇਹ ਧਰਮ ਸਿੰਘ ਕਾਸਤੀਵਾਲ ਦਾ, ਸਾਹਿਬ ਸਿੰਘ ਕਾਸਤੀਵਾਲ ਦਾ ਘਰ ਆ। ਵੈਸੇ ਵੀ ਸਾਡੇ ਉਸ ਘਰ ਨੂੰ ਲਾਗੇ ਚਾਗੇ ਦੇ ਲੋਕ ਬੱਬਰਾਂ ਦੀ ਬਹਿਕ ਹੀ ਕਹਿੰਦੇ ਹੈਗੇ ਆ। ਬੱਬਰਾਂ ਦੀ ਬਹਿਕ ਹੀ ਵੱਜਦੀ ਹੈਗੀ ਆ। ਹਾਂਜੀ। ਤੁਹਾਡਾ ਜਿਹੜਾ ਆਪਣਾ ਪੇਕਾ ਪਰਿਵਾਰ, ਹਾਂਜੀ, ਪੇਕੇ ਪਰਿਵਾਰ ਦੇ ਵਿੱਚ ਕੌਣ ਸੀ? ਕਈ ਦਫਾ ਇਸ ਤਰ੍ਹਾਂ ਹੁੰਦਾ ਵੀ ਬਚਪਨ ਦੇ ਵਿੱਚ ਭੈਣ ਭਰਾ ਦੇ ਨਾਲ ਅਸੀਂ ਖੇਡਦੇ ਹਾਂ, ਬੜੇ ਚਾਅ ਹੁੰਦੇ ਨੇ, ਹੈ ਨਾ, ਵੀ ਵੀਰ ਦਾ ਵਿਆਹ ਹੋਊਗਾ, ਭੈਣ ਦਾ ਵਿਆਹ ਹੋਊਗਾ, ਕੁਛ ਇੱਦਾਂ ਦੀਆਂ ਬੜੀਆਂ ਅਸੀਂ ਬਚਪਨ ਦੇ ਵਿੱਚ ਗੱਲਾਂ ਕਰਦੇ ਹਾਂ। ਸ਼ਾਇਦ ਤੁਸੀਂ ਵੀ ਕਰਦੇ ਹੋਵੋਗੇ, ਕਿਉਂਕਿ ਹਰ ਇਨਸਾਨ ਇਹ ਕਰਦਾ। ਹਾਂਜੀ, ਮੇਰਾ ਜਿਹੜਾ ਹੈਗਾ ਇੱਕ ਹੀ ਭਰਾ ਸੀਗਾ ਜਿਹਦੀ ਹੁਣ 2016 ਵਿੱਚ ਡੈਥ ਹੋ ਗਈ ਆ। ਸਾਡੀਆਂ 6 ਭੈਣਾਂ ਦਾ ਇਕੱਲਾ ਹੀ ਭਰਾ ਸੀਗਾ। 6 ਭੈਣਾਂ ਦਾ? ਹਾਂਜੀ, ਅਸੀਂ 6 ਭੈਣਾਂ ਏ। ਸਭ ਤੋਂ ਵੱਡਾ ਸੀ ਵੀਰ ਸਾਡਾ। ਆਮ ਭੈਣਾਂ ਦੀ ਤਰ੍ਹਾਂ ਮਨ ਵਿੱਚ ਬੜਾ ਚਾਅ ਸੀ ਵੀਰ ਦੇ ਵਿਆਹ ਦਾ। ਬਚਪਨ ਵਿੱਚ ਹੀ ਆਪਣੇ ਬੀਜੀ ਨਾਲ ਮੈਂ ਸਲਾਹਾਂ ਕਰਦੀ ਹੁੰਦੀ ਸਾਂ ਕਿ ਬੀਜੀ ਜਦੋਂ ਵੀਰ ਜੀ ਦਾ ਆਪਾਂ ਵਿਆਹ ਕਰਨਾ ਨਾ, ਅਸੀਂ ਵੀਰ ਜੀ ਕਹਿ ਕੇ ਬੁਲਾਉਂਦੇ ਹਾਂ ਉਹਨਾਂ ਨੂੰ। ਜਦੋਂ ਆਪਾਂ ਵੀਰ ਜੀ ਦਾ ਵਿਆਹ ਕਰਨਾ ਨਾ ਤੇ 15 ਦਿਨ ਗਾਉਣ ਬਿਠਾਉਣਾ ਹੈ। ਗਾਉਣ ਬਿਠਾਉਣ ਉਦੋਂ ਪਹਿਲਾਂ ਹਫਤਾ 10 ਦਿਨ ਬੀਬੀਆਂ ਘਰ ਵਿੱਚ ਆਣ ਕੇ ਗਾਉਣ ਬਿਠਾਉਂਦੀਆਂ ਨੇਗੀਆਂ। ਹੁਣ ਤਾਂ ਰਿਵਾਜ ਬੜੇ ਪਿੱਛੇ ਰਹਿ ਗਏ ਨੇ। ਤਾਂ ਚਾਹ ਨਾ ਕਹਿਣਾ ਅਸੀਂ 15 ਦਿਨ ਗਾਉਣ ਬਿਠਾਉਣਾ ਵੀਰ ਦੇ ਵਿਆਹ ਤੇ, ਆਹ ਚੀਜ਼ ਕਰਨੀ ਆ, ਆਹ ਚੀਜ਼ ਕਰਨੀ ਆ ਵੀਰ ਦੇ ਵਿਆਹ ਦੇ ਉੱਤੇ। ਬੜਾ ਮਨ ਵਿੱਚ ਚਾਅ ਸੀਗਾ। ਪਰ ਜਦੋਂ ਮੈਂ ਮੂਵਮੈਂਟ ਦੇ ਵਿੱਚ ਆ ਜਾਂਦੀ ਹੈਗੀ ਆ 89 ਦੇ ਵਿੱਚ, ਤਾਂ ਮੇਰੇ ਵੀਰ ਦਾ ਵਿਆਹ ਜਿਹੜਾ ਬਾਅਦ ਵਿੱਚ ਹੁੰਦਾ ਹੈਗਾ ਵਾ, ਮੇਰੇ ਆਨੰਦ ਕਾਰਜਾਂ ਤੋਂ ਬਾਅਦ ਵਿੱਚ। ਤਾਂ ਜਦੋਂ ਮੇਰੇ ਖਿਆਲ 90 'ਚ ਮੇਰੇ ਬ੍ਰਦਰ ਦੀ ਮੈਰਿਜ ਸੀ, 1 ਜਾਂ 1.5 ਸਾਲ ਬਾਅਦ ਵਿੱਚ। ਤਾਂ ਪਰ ਉਦੋਂ ਉਹ ਜਿਹੜੇ ਚਾਅ ਸੀਗੇ, ਉਹ ਸਾਰੀਆਂ ਖੁਆਇਸ਼ਾਂ ਸੀਗੀਆਂ ਵੀਰ ਦੇ ਵਿਆਹ ਦੀਆਂ, ਉਹ ਸਾਰਾ ਕੁਛ ਕੌਮ ਦੀ ਕੁਰਬਾਨੀ ਕਰਨ ਲਈ ਜਦੋਂ ਇਨਸਾਨ ਘਰੋਂ ਤੁਰ ਪੈਂਦਾ ਹੈਗਾ, ਉਹ ਤੇ ਇੱਕ ਆਮ ਲੜਕੀ ਦੇ ਚਾਅ ਸੀ ਨਾ ਬਚਪਨ ਦੇ। ਜਦੋਂ ਆਮ ਲੜਕੀ ਤੋਂ ਮੈਂ ਕੌਮ ਲਈ ਕੁਛ ਕਰਨ ਲਈ ਘਰੋਂ ਪੈਰ ਪੁੱਟਿਆ, ਤਾਂ ਉਹ ਸਾਰੇ ਚਾਅ ਕਦਮ ਮੇਰੇ ਅੱਗੇ ਲੰਘੇ ਤੇ ਉਹ ਸਾਰੇ ਜਿਹੜੇ ਚਾਅ ਸੀ, ਘਰੇਲੂ ਚਾਅ, ਘਰੇਲੂ ਖਾਹਿਸ਼ਾਂ, ਘਰੇਲੂ ਸੋਚ, ਉਹ ਸਾਰੀ ਫਿਰ ਪਿੱਛੇ ਰਹਿ ਗਈ। ਫਿਰ ਜਿਸ ਟਾਈਮ ਵੀਰ ਦਾ ਵਿਆਹ ਰੱਖਿਆ ਸੀ ਤੇ ਫਿਰ ਉਹ ਸੋਚ ਨਹੀਂ ਸੀਗੀ ਵੀ ਹੁਣ ਵੀਰ ਦਾ ਵਿਆਹ ਦੇਖਣਾ ਹੈ। ਫਿਰ ਤਾਂ ਉਹ ਚਾਅ ਵੀ ਖਤਮ ਹੋ ਗਿਆ, ਉਹ ਸਾਰਾ ਕੁਝ ਹੀ ਖਤਮ ਹੋ ਗਿਆ ਕਿ ਹੁਣ ਵੀਰ ਦਾ ਵਿਆਹ ਦੇਖਣਾ ਕੋਈ ਖਾਸ ਗੱਲ ਨਹੀਂ ਸੀ। ਕਿਉਂਕਿ ਉਦੋਂ ਤਾਂ ਫਿਰ ਬਹੁਤ ਸਾਰੇ ਵੀਰ ਜਿਹੜੇ ਸੀ ਉਹ ਕੁਰਬਾਨੀਆਂ ਕਰ ਰਹੇ ਸੀ। ਕੌਮੀ ਪਰਿਵਾਰ ਬਣ ਗਿਆ ਨਾ, ਉਹ ਪਰਿਵਾਰ ਤਾਂ ਫਿਰ ਪਿੱਛੇ ਰਹਿ ਗਿਆ। ਜਦੋਂ ਕੌਮੀ ਪਰਿਵਾਰ ਬਣਦਾ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਆ ਸ਼ਹਾਦਤਾਂ ਦੇ ਜਾਮ ਪੀ ਰਹੇ ਆ, ਬਹੁਤ ਸਾਰੇ ਪਰਿਵਾਰਾਂ ਤੇ ਤਸ਼ੱਦਦ ਹੋ ਰਿਹਾ, ਤਾਂ ਫਿਰ ਉਹ ਸੋਚ ਸਾਰੀ ਪਿੱਛੇ ਰਹਿ ਗਈ। ਪਰ ਜਿਹੜੇ ਨਾਲ ਦੇ ਸਾਡੇ ਗਰੁੱਪ ਦੇ ਸਿੰਘ ਸੀਗੇ, ਉਹ ਕਹਿੰਦੇ ਸੀ ਕਿ ਨਹੀਂ, ਅਸੀਂ ਵੀਰ ਜੀ ਦਾ ਵਿਆਹ ਦੇਖਣਾ। ਉਹਨਾਂ ਨੂੰ ਵੀ ਬੜਾ ਚਾਅ ਸੀ ਸਾਰੇ ਸਿੰਘਾਂ ਨੂੰ ਵੀ ਅਸੀਂ ਜਾਵਾਂਗੇ ਤੇ ਅਸੀਂ ਭੈਣ ਜੀ ਤੁਹਾਨੂੰ ਵਿਆਹ ਦਿਖਾਉਣਾ ਹੀ ਦਿਖਾਉਣਾ ਹੈ, ਚਾਹੇ ਇਹ ਸਕੀਨਾਂ ਦੀ ਛਾਂ ਥੱਲੇ ਤੁਹਾਨੂੰ ਤੁਹਾਡੇ ਭਰਾ ਦਾ ਵਿਆਹ ਦਿਖਾਈਏ। ਤਾਂ ਮੈਂ ਕਿਹਾ ਕਿ ਨਹੀਂ, ਮੈਨੂੰ ਕੋਈ ਇੰਨੀ ਲੋੜ ਨਹੀਂ ਮਹਿਸੂਸ ਹੋ ਰਹੀ ਵੀ ਉਹ ਵਿਆਹ ਅਸੀਂ ਦੇਖਣਾ ਹੈਗਾ ਵਾ। ਤਾਂ ਫਿਰ ਮੈਂ ਇਹ ਵੀ ਸੋਚਿਆ, ਮੈਂ ਕਿਹਾ ਕਿ ਨਹੀਂ, ਜੇ ਮੈਂ ਉਹ ਵਿਆਹ ਤੇ ਫਿਰ ਸਿੰਘ ਸਾਹਿਬ ਕਹਿੰਦੇ ਕਿ ਨਹੀਂ, ਭੇਸ ਬਦਲ ਕੇ ਤੈਨੂੰ ਅਸੀਂ ਵਿਆਹ ਦਿਖਾਉਣਾ ਹੈਗਾ। ਮੈਂ ਕਿਹਾ ਨਹੀਂ, ਮੈਂ ਜਾਣਾ ਹੀ ਨਹੀਂ ਆ। ਬਾਈ ਚਾਂਸ ਮੇਰੇ ਮਨ ਵਿੱਚ ਜੋ ਸੀਗਾ ਕਿ ਬਾਈ ਚਾਂਸ ਕਿਸੇ ਮੇਰੇ ਪਰਿਵਾਰਕ ਮੈਂਬਰ ਦੀ ਮੇਰੇ ਤੇ ਨਜ਼ਰ ਪੈ ਗਈ ਤਾਂ ਉਹ ਸਾਰੇ ਫਿਕਰਮੰਦ ਹੋ ਜਾਣਗੇ ਵੀ ਪੁਲਿਸ ਨਾ ਆ ਜੇ, ਇਹਦੀ ਗ੍ਰਿਫਤਾਰੀ ਨਾ ਹੋ ਜੇ, ਤੇ ਉਹਨਾਂ ਦਾ ਜਿਹੜਾ ਵਿਆਹ ਦਾ ਜਿਹੜਾ ਆਨੰਦ ਹੈਗਾ, ਚਾਅ ਹੈਗਾ, ਉਹ ਸਾਰਾ ਇੱਕ ਗੱਲ ਕਰਕੇ ਖਰਾਬ ਹੋ ਸਕਦਾ ਹੈਗਾ। ਤੇ ਇਸ ਕਰਕੇ ਮੈਂ ਵਿਆਹ ਨਹੀਂ ਦੇਖਣਾ ਹੈਗਾ, ਮੈਂ ਨਹੀਂ ਜਾਣਾ ਚਾਹੁੰਦੀ। ਇਸ ਕਰਕੇ ਮੈਂ ਆਪਣੇ ਬ੍ਰਦਰ ਦਾ ਜਿਹੜਾ ਉਹ ਵਿਆਹ ਨਹੀਂ ਦੇਖਿਆ ਹੈਗਾ। ਪਰ ਰਾਤ ਨੂੰ ਫਿਰ ਸਾਰੇ ਜਿਹੜੇ ਸਿੰਘ ਸੀਗੇ, ਸ਼ਾਮਾਂ ਦਾ ਜਿਹੜਾ ਟਾਈਮ ਸੀਗਾ, ਜਦੋਂ 5 ਵਜੇ ਤੋਂ ਬਾਅਦ ਕਹਿੰਦੇ ਖਾਲਿਸਤਾਨੀ ਟਾਈਮ ਜਿਹੜਾ ਸਿੰਘਾਂ ਦਾ ਸ਼ੁਰੂ ਹੋ ਜਾਂਦਾ ਸੀ। ਜਦੋਂ ਖਾਲਿਸਤਾਨੀ ਟਾਈਮ ਸ਼ੁਰੂ ਹੋਇਆ ਤਾਂ ਫਿਰ ਸਾਡਾ ਸਾਰਾ ਜਿਹੜਾ ਗਰੁੱਪ ਸੀ ਨਾਲ, ਮੈਂ ਵੀ, ਅਸੀਂ ਸਾਰੇ ਹੀ ਬ੍ਰਦਰ ਦੇ ਵਿਆਹ ਦੇ ਉੱਤੇ ਗਏ। ਉਹ ਫਿਰ ਸਾਰਾ ਜਿਹੜਾ ਆਪਣੀ ਭਰਜਾਈ ਨੂੰ ਮੈਂ ਦੇਖਿਆ, ਸਾਰਾ ਕੁਝ ਜਿਹੜਾ ਅਸੀਂ ਫਿਰ 3-4 ਦਿਨ ਉੱਥੇ ਰਹੇ ਹੈਗੇ ਆ। ਦਿਨੇ ਅਸੀਂ ਬਾਹਰ ਬੈਕਾਂ ਤੇ ਚਲੇ ਜਾਂਦੇ ਸੀ ਤੇ ਰਾਤ ਨੂੰ ਆਪਣੇ ਘਰੇ ਅਸੀਂ ਆ ਜਾਂਦੇ ਸੀ। ਇਸ ਤਰੀਕੇ ਨਾਲ ਜਿਹੜਾ ਉਹ ਮੈਂ ਆਪਣੇ ਭਰਾ ਦਾ ਵਿਆਹ ਦੇਖਿਆ। ਬਾਕੀ 2-3 ਭੈਣਾਂ ਸੀ ਮੇਰੀਆਂ, ਉਹਨਾਂ ਦੇ ਵੀ ਵਿਆਹ ਜਿਹੜੇ ਹੈਗੇ ਆ, ਮੈਂ ਜਾਂ ਜੇਲ੍ਹ ਵਿੱਚ ਹੁੰਦੀ ਸੀ ਜਾਂ ਅੰਡਰਗਰਾਊਂਡ ਸੀਗੀ, ਉਹਨਾਂ ਦੇ ਵਿਆਹ ਹੋਏ। ਉਹਨਾਂ ਦਾ ਕੋਈ ਚਾਅ ਵੀ ਨਹੀਂ ਰਿਹਾ, ਉਹਨਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਮੇਰੇ ਮਨ ਵਿੱਚ ਵੀ ਇਹ ਚੀਜ਼ਾਂ ਮੈਂ ਨਹੀਂ ਅਟੈਂਡ ਕੀਤੀਆਂ। ਕਿਉਂਕਿ ਹੁਣ ਤਾਂ ਕੌਮ ਹੀ ਜਿਹੜੀ ਹੈਗੀ ਉਹੀ ਮੇਰਾ ਪਰਿਵਾਰ ਆ। ਇਸੇ ਹੀ ਕੌਮੀ ਪਰਿਵਾਰ ਦੇ ਨਾਲ ਹੀ ਮੇਰੀਆਂ ਖੁਸ਼ੀਆਂ ਨੇ, ਕੌਮੀ ਪਰਿਵਾਰ ਦੇ ਨਾਲ ਹੀ ਮੇਰੇ ਦੁੱਖ ਨੇ, ਗਮ ਨੇ, ਇਹੀ ਸਾਰਾ ਕੁਝ ਹੈਗਾ ਹੁਣ ਤਾਂ। ਜਦੋਂ ਤੁਸੀਂ ਅੰਡਰਗਰਾਊਂਡ ਹੋਏ, ਮੈਂ ਸੁਣਿਆ ਵੀ ਤੁਹਾਡੇ ਪਰਿਵਾਰ ਦੇ ਕੋਲ 16 ਕਿੱਲੇ ਜ਼ਮੀਨ ਸੀ ਸ਼ਾਇਦ, ਜੇ ਮੈਂ ਨਾ ਭੁੱਲਦਾ ਹੋਵਾਂ। ਹਾਂਜੀ। ਤੁਸੀਂ ਰੂਹ ਪੋਸ਼ ਹੋ ਜਾਂਦੇ ਹੋ। ਹਾਂਜੀ। ਕਦੇ ਕਿਤੇ ਵਿਛੜਦੇ ਹੋ ਤੁਸੀਂ ਸਿੰਘ ਸਾਹਿਬ ਜੀ ਦੇ ਨਾਲ। ਉਸ ਤੋਂ ਬਾਅਦ ਕਿੰਨੇ ਸਾਲਾਂ ਤੋਂ ਬਾਅਦ ਆਪਣੇ ਪਰਿਵਾਰ ਦੇ ਨੂੰ ਮਿਲਦੇ ਹੋ ਤੁਸੀਂ ਅੰਡਰਗਰਾਊਂਡ ਹੋਣ ਤੋਂ ਬਾਅਦ?
ਨਹੀਂ, ਅੰਡਰਗਰਾਉਂਡ ਹੋਣ ਤੋਂ ਬਾਅਦ ਤਾਂ ਮੈਂ ਆਪਣੇ ਪਰਿਵਾਰ ਨੂੰ ਮਿਲਦੀ ਹੀ ਰਹੀ ਹੈਗੀ ਹਾਂ, ਕਿਉਂਕਿ ਮਿਲਣ ਦਾ ਟਾਈਮ ਹੁੰਦਾ ਸੀ, ਰਾਤ ਬਰਾਤੇ ਮਿਲਣਾ। ਕਈ ਵਾਰੀ ਘਰੇ ਅਸੀਂ ਆ ਜਾਂਦੇ ਸੀ, ਕਈ ਵਾਰੀ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਈਦਾ ਸੀਗਾ। ਵੈਸੇ ਜਦੋਂ ਮੈਂ ਫਿਰ ਜੇਲ੍ਹ ਵਿੱਚ ਜਾਂਦੀ ਹਾਂ 1992 ਤੋਂ ਲੈ ਕੇ, ਤੇ ਫਿਰ 1996 ਦੇ ਵਿੱਚ ਮੈਂ ਘਰੇ ਆਉਣੀ ਹੈਗੀ ਆ। 4-5 ਸਾਲਾਂ ਤੋਂ ਬਾਅਦ? ਹਾਂ, 4-5 ਸਾਲਾਂ ਤੋਂ ਬਾਅਦ। ਤਾਂ ਠੀਕ ਹੈ, ਜ਼ਮੀਨ ਤਾਂ ਬਹੁਤ ਸੀਗੀ ਪਰਿਵਾਰ ਦੀ, ਪਰ ਜਿਸ ਕਿਸਾਨ ਨੂੰ 8-9 ਸਾਲ ਖੇਤੀ ਨਾ ਕਰਨ ਦਿੱਤੀ ਜਾਵੇ, 4 ਸਾਲ 3.5-4 ਸਾਲ ਮੈਂ ਅੰਡਰਗਰਾਉਂਡ ਰਹੀ, ਫਿਰ 4 ਸਾਲ 5 ਸਾਲ ਮੈਂ ਜੇਲ੍ਹ ਵਿੱਚ ਰਹੀ। ਇਹ 8-9 ਸਾਲ ਦਾ ਜਿਹੜਾ ਟਾਈਮ ਸੀ ਨਾ, ਇਹਦੇ ਵਿੱਚ ਜਿਹੜਾ ਪਰਿਵਾਰ ਸੀਗਾ ਉਹ ਬਹੁਤ ਜ਼ਿਆਦਾ ਪਛੜ ਗਿਆ ਸੀਗਾ। ਖੇਤੀ ਨਾ ਕਰਨ ਤੋਂ ਭਾਵ ਤੁਹਾਡਾ ਕੀ ਵੀ ਉਹਨਾਂ ਨੂੰ ਫਸਲ ਨਹੀਂ ਸੀ ਵੇਚਣ ਦਿੰਦੇ? ਬਿਲਕੁਲ ਜੀ, ਕਿਸੇ ਵੀ ਜੁਝਾਰੂ ਦੇ ਪਰਿਵਾਰ ਨੂੰ, ਇਹ ਸਿਰਫ ਮੇਰੇ ਪਰਿਵਾਰ ਨੂੰ ਨਹੀਂ, ਕੋਈ ਵੀ ਜਿਹੜੇ ਖਾੜਕੂ ਹੁੰਦੇ ਸੀਗੇ, ਇਹ ਗੌਰਮੈਂਟ ਦੀ ਪਾਲਿਸੀ ਸੀਗੀ ਕਿ ਨਾ ਹੀ ਫਸਲ ਉਹਨਾਂ ਨੂੰ ਟਾਈਮ ਸਿਰ ਬੀਜਣ ਦੇਣੀ ਆ, ਨਾ ਹੀ ਵੱਢਣ ਦੇਣੀ ਆ, ਤੇ ਨਾ ਹੀ ਫਸਲ ਦੀ ਕੇਅਰ ਲੈਣ ਦੇਣੀ ਹੈਗੀ। ਹੁਣ ਜਦੋਂ ਫਸਲ ਦੇ ਬੀਜਣ ਦਾ ਟਾਈਮ ਹੈ, ਉਦੋਂ ਖਾੜਕੂ ਪਰਿਵਾਰਾਂ ਦੇ ਵਿੱਚ ਪੁਲਿਸ ਦੇ ਗੇੜੇ ਵੱਧ ਜਾਂਦੇ ਸੀਗੇ, ਜਾਂ ਜਿਹੜੇ ਖੇਤੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਚੱਕ ਕੇ ਥਾਣਿਆਂ ਜੇਲ੍ਹਾਂ 'ਚ ਸਿੱਟ ਦਿੱਤਾ ਜਾਂਦਾ ਸੀ। ਉਹਨਾਂ ਦਾ ਜਿਹੜਾ ਫਸਲ ਬੀਜਣ ਦਾ ਟਾਈਮ ਸੀ ਉਹ ਬਰਬਾਦ ਕਰ ਦਿੱਤਾ ਜਾਂਦਾ ਸੀਗਾ, ਤੇ ਫਿਰ ਆਪੇ ਹੀ ਉਹਨਾਂ ਨੇ ਇਕਨੋਮਿਕਲ ਤੌਰ ਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਨੀਤੀ ਸੀਗੀ ਵੀ ਇਹਨਾਂ ਪਰਿਵਾਰਾਂ ਨੂੰ ਢਾਹ ਲਾਈ ਜਾਵੇ। ਤਾਂ ਇਸੇ ਹੀ ਤਹਿਤ ਮੇਰੇ ਪਰਿਵਾਰ ਨੇ ਵੀ ਉਸ ਚੀਜ਼ ਵਿੱਚ ਪਿਸਣਾ ਹੀ ਸੀਗਾ। ਫਿਰ ਮੈਂ ਜੇਲ੍ਹ ਚਲੇ ਗਈ। 15 ਕੇ 16 ਮੇਰੇ ਵਕੀਲ ਸੀਗੇ ਜਿਨ੍ਹਾਂ ਦਾ ਮੇਰੇ ਫਾਦਰ ਨੇ ਢਿੱਡ ਭਰਿਆ। ਉਹਨਾਂ ਵਿੱਚੋਂ ਕੁਝ ਇੱਕਾ ਦੁੱਕਾ ਵਕੀਲਾਂ ਨੇ ਫ੍ਰੀ ਦੇ ਵਿੱਚ ਵੀ ਮੇਰੇ ਕੇਸ ਲੜੇ, ਜਿਨ੍ਹਾਂ ਵਿੱਚ ਪਟਿਆਲੇ ਤੋਂ ਸਰਦਾਰ ਕੁੰਦਨ ਸਿੰਘ ਨਾਗਰਾ ਸੀਗੇ, ਨਾਭੇ ਤੋਂ MP ਸਿੰਘ ਸੀਗੇ, ਬਹੁਤ ਸਤਿਕਾਰਯੋਗ ਵਕੀਲ ਸੀ ਜਿਨ੍ਹਾਂ ਨੇ ਕੀਤਾ। ਹਾਈ ਕੋਰਟ ਦੇ ਵਿੱਚ ਵੀ ਵਕੀਲ ਸੀਗੇ, ਮੈਨੂੰ ਨਾਮ ਵਿਸਰ ਗਿਆ ਹੈਗਾ, ਉਹ ਵੀ ਫ੍ਰੀ ਦੇ ਵਿੱਚ ਕੇਸ ਲੜਦੇ ਨੇ। ਪਰ ਕਾਫੀ ਸਾਰੇ ਵਕੀਲ ਜਿਹੜੇ ਸੀਗੇ, ਜਿਵੇਂ ਸ਼ਾਹਜਹਾਨਪੁਰ UP ਤੱਕ ਮੇਰੇ ਕੇਸ ਸੀਗੇ, ਗੁਰਦਾਸਪੁਰ ਸੀ, ਬਟਾਲੇ ਸੀਗੇ, ਨਾਭਾ ਸੀ, ਪਟਿਆਲਾ ਸੀ, ਸਮਾਣਾ ਸੀ, ਬਹੁਤ ਅਲੱਗ-ਅਲੱਗ ਥਾਵਾਂ ਤੇ ਮੇਰੇ ਤੇ ਕੇਸ ਸੀਗੇ। ਉਹ ਫਿਰ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਫੀਸਾਂ ਵੀ ਦੇਣੀਆਂ ਪਈਆਂ, ਜਿਹੜੀ ਪਿੱਛੇ ਪੈਰਵਾਈ ਕਰਨੀ ਸੀਗੀ। ਸਟਾਰਟਿੰਗ ਵਿੱਚ ਤਾਂ ਸਾਲ 1.5 ਸਾਲ ਹਰ ਹਫਤੇ ਸੰਗਰੂਰ ਜੇਲ੍ਹ 'ਚ ਸੀ ਮੈਂ। ਹਰ ਹਫਤੇ ਮੇਰੇ ਫਾਦਰ ਸਾਹਿਬ ਮੇਰੀ ਮੁਲਾਕਾਤ ਕਰਨ ਜਾਂਦੇ ਸੀ। ਫਿਰ 15 ਦਿਨਾਂ ਬਾਅਦ ਉਹ ਜਾਣਾ ਸ਼ੁਰੂ ਹੋਏ। ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਹੁਣ ਟਾਈਮ ਬਹੁਤ ਹੋ ਗਿਆ ਹੈ, ਤਾਂ ਤੁਸੀਂ ਮਹੀਨੇ ਬਾਅਦ ਹੀ ਮੁਲਾਕਾਤ ਕਰਨ ਆਇਆ ਕਰੋ। ਪਰ ਮੇਰੇ ਫਾਦਰ ਸਾਹਿਬ ਜ਼ਿਆਦਾਤਰ 15 ਦਿਨ 20 ਦਿਨ ਤੋਂ ਵੱਧ ਨਹੀਂ ਸੀ ਪੈਣ ਦਿੰਦੇ ਹੈਗੇ, ਮਹੀਨੇ ਤੋਂ ਪਹਿਲਾਂ ਹੀ ਮੇਰੀ ਮੁਲਾਕਾਤ ਕਰਨ ਪਹੁੰਚ ਜਾਂਦੇ ਸੀਗੇ। ਫਿਰ ਕਦੀ ਉਹਨਾਂ ਨੂੰ ਸਮਾਣੇ ਜਾਣਾ ਪੈਣਾ, ਕਦੀ ਪਾਤਣਾ ਜਾਣਾ ਪੈਣਾ, ਕਦੀ ਨਾਭੇ, ਕਦੀ ਪਟਿਆਲੇ। ਇਸ ਤਰੀਕੇ ਦੇ ਨਾਲ ਬਹੁਤ, ਤੁਹਾਨੂੰ ਪਤਾ, ਕਿਰਾਏ, ਹਰ ਇੱਕ ਤਰ੍ਹਾਂ ਦੇ ਖਰਚੇ ਤਾਂ ਹੁੰਦੇ ਹੀ ਆ। ਫਿਰ ਜੇਲ੍ਹ ਵਿੱਚ ਮੈਨੂੰ ਕੋਈ ਪਰਿਵਾਰ ਦੇ ਪਿੱਛੇ ਹਾਲਾਤਾਂ ਦਾ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਚੱਲ ਰਹੇ ਆ। ਮੈਂ ਜੇਲ੍ਹ ਦੇ ਵਿੱਚ ਵੀ ਬਹੁਤ ਖੁੱਲ੍ਹਾ ਡੁੱਲਾ ਸਾਰਾ ਸਿਸਟਮ ਰੱਖਿਆ ਸੀਗਾ, ਕਿਉਂਕਿ ਮੈਨੂੰ B ਕਲਾਸ ਲੱਗੀ ਹੋਈ ਸੀ, ਤਾਂ ਘਰੋਂ ਰਾਸ਼ਨ ਪਾਣੀ ਵੀ ਮੈਂ ਮੰਗਾ ਲੈਂਦੀ ਸੀ, ਸਾਬਣ, ਤੇਲ, ਹਰ ਇੱਕ ਚੀਜ਼ ਜਿਹੜੀ ਸੀ, ਲੀੜਾ ਕੱਪੜਾ ਸੀਗਾ। ਬਲਕਿ ਉਸ ਟਾਈਮ ਜਿਹੜੀਆਂ ਬੀਬੀਆਂ ਮੇਰੀਆਂ ਨਾਲ, ਲੜਕੀਆਂ ਜਿਹੜੀਆਂ ਜੇਲ੍ਹ ਕੱਟਦੀਆਂ ਸੀ, ਉਹ ਸਾਰੇ ਮੇਰੇ ਹੀ ਕੱਪੜੇ ਪਾ ਕੇ ਆਪਣੀਆਂ ਤਰੀਕਾਂ 'ਤੇ ਜਾਂਦੀਆਂ ਹੁੰਦੀਆਂ ਸੀਗੀਆਂ। ਔਰ ਹਰ ਇੱਕ ਚੀਜ਼ ਮੈਂ ਖੁੱਲ੍ਹੀ ਡੁੱਲੀ ਜੇਲ੍ਹ ਵਿੱਚ ਮੇਰੇ ਫਾਦਰ ਸਾਹਿਬ ਮੈਨੂੰ ਪਹੁੰਚਾਉਂਦੇ ਰਹੇ ਸੀ। ਕਈ ਵਾਰੀ ਮੇਰੇ ਅਕਾਊਂਟ ਵਿੱਚ ਉਹਨਾਂ ਦਿਨਾਂ 'ਚ ਕਾਫੀ ਖੁੱਲ੍ਹੇ ਡੁੱਲੇ ਪੈਸੇ ਰਹਿੰਦੇ ਸੀਗੇ, ਤਾਂ ਮੇਰੇ ਫਾਦਰ ਸਾਹਿਬ ਜਦੋਂ ਵੀ ਗੰਨੇ ਦੀ ਪਰਚੀ ਲੈ ਕੇ ਜਾਂਦੇ, ਉਹਦੇ ਪੈਸੇ ਮਿਲਦੇ ਤੇ ਸਿੱਧੇ ਮੇਰੇ ਕੋਲ ਉੱਥੇ ਪਹੁੰਚ ਜਾਂਦੇ, ਤੇ ਮੈਨੂੰ ਕਹਿੰਦੇ ਤੈਨੂੰ ਕਿੰਨੇ ਪੈਸੇ ਚਾਹੀਦੇ ਹੈਗੇ ਆ। ਤੇ ਮੈਂ ਆਪਣੇ ਦਾਰ ਜੀ ਨੂੰ ਕਹਿੰਦੀ, ਦਾਰ ਜੀ 500 ਰੁਪਈਆ ਜਮ੍ਹਾਂ ਕਰਾ ਦਿਓ। ਉਸ ਟਾਈਮ 500 ਰੁਪਈਆ ਬਹੁਤ ਵੱਡੀ ਚੀਜ਼ ਹੁੰਦਾ ਸੀਗਾ, ਤੇ ਦਾਰ ਜੀ ਨੇ ਮੈਨੂੰ ਕਹਿਣਾ ਸਿਰਫ 500 ਰੁਪਈਆ ਹੀ। ਕਿਉਂਕਿ ਮੇਰੇ ਫਾਦਰ ਸਾਹਿਬ ਨੇ ਵੀ ਕਿਸਾਨ ਯੂਨੀਅਨ ਦੇ ਵਿੱਚ ਜੇਲ੍ਹਾਂ ਕੱਟੀਆਂ ਨੇ। ਉਹਨਾਂ ਨੂੰ ਪਤਾ ਸੀਗਾ ਕਿ ਜੇਲ੍ਹਾਂ ਵਿੱਚ ਜਿਹਦੇ ਕੋਲ, ਜਿਹਦੀ ਜੇਬ 'ਚ ਦਾਣੇ ਹੈਗੇ ਨਾ, ਉਹ ਹੀ ਹੀਰੋ ਹੁੰਦਾ ਹੈਗਾ ਵਾ। ਉਹਦੀ ਸਾਰੀ ਪੁੱਛ ਪੜਤਾਲ ਹੁੰਦੀ, ਉਹਨੂੰ ਜੇਲ੍ਹ ਸੌਖੀਆਂ ਲੱਗਦੀ ਆ ਵੀ ਜੇਲ੍ਹ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਤਾਂ ਇਸ ਕਰਕੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਉੱਥੇ ਕਮੀ ਨਹੀਂ ਆਉਣ ਦਿੱਤੀ ਹੈਗੀ। ਬਾਕੀ ਜੇ ਕਿਹਾ ਜਾਵੇ, ਕਈ ਵਾਰੀ ਜੇਲ੍ਹ ਵਿੱਚ ਜਿਹੜੀਆਂ ਬੀਬੀਆਂ ਮੇਰੇ ਨਾਲ ਜੇਲ੍ਹ ਕੱਟਦੀਆਂ ਸੀ, ਉਹ ਸੋਚਦੀਆਂ ਸੀਗੀਆਂ ਕਿ ਸ਼ਾਇਦ ਜਥੇਬੰਦੀ ਵੱਲੋਂ ਇਹਨੂੰ ਰਾਸ਼ਨ ਆ ਰਿਹਾ ਹੈਗਾ ਵਾ, ਕਿ ਸ਼ਾਇਦ ਸਿੰਘ ਸਾਹਿਬ ਭੇਜਦੇ ਆ ਜਾਂ ਜਥੇਬੰਦੀ ਦੇ। ਪਰ ਕਿਸੇ ਵੀ ਜਥੇਬੰਦੀ ਦੇ ਸਿੰਘ ਤਾਂ ਸਾਰੇ ਆਪਣੇ ਕੁਰਬਾਨੀ ਕਰ ਗਏ, ਸ਼ਹੀਦ ਹੋ ਗਏ, ਕੁਝ ਜੇਲ੍ਹਾਂ 'ਚ ਚਲੇ ਗਏ। ਇਹ ਸਾਰਾ ਜੋ ਵੀ ਖਰਚਾ ਸੀਗਾ, ਵਕੀਲਾਂ ਦਾ ਖਰਚਾ, ਚਾਹੇ ਮੇਰੀ ਜੇਲ੍ਹ ਦਾ ਜੋ ਵੀ ਖਰਚਾ ਸੀ, ਮੇਰੇ ਫਾਦਰ ਸਾਹਿਬ ਨੇ ਹੀ ਕੀਤਾ ਹੈਗਾ। ਜਦੋਂ ਮੈਨੂੰ ਤਰੀਕ ਪੇਸ਼ੀ ਤੇ ਲੈ ਕੇ ਆਉਣਾ, ਤੇ ਸਾਰੀ ਗਾਰਦ ਨੂੰ ਚਾਹ ਪਾਣੀ ਪਿਆਉਣਾ, ਕਈ ਵਾਰੀ ਰੋਟੀ ਵੀ ਖਾਣੀ ਹੁੰਦੀ ਸੀ ਸਾਰੀ ਗਾਰਦ ਨੇ, ਤੇ ਮੇਰੇ ਫਾਦਰ ਸਾਹਿਬ ਸਾਰੇ ਖਰਚੇ ਕਰਦੇ ਰਹੇ ਸੀ। ਪਰ ਮੈਨੂੰ ਆਪਣੇ ਪਰਿਵਾਰ ਦੇ ਹਾਲਾਤਾਂ ਦਾ ਉਦੋਂ ਪਤਾ ਲੱਗਦਾ ਕਿ ਜਦੋਂ ਮੈਂ 4-5 ਸਾਲਾਂ ਬਾਅਦ ਘਰੇ ਵਾਪਸ ਆਉਂਦੀ ਹੈਗੀ ਆ, ਤਾਂ
ਮੈਨੂੰ ਪਤਾ ਲੱਗਿਆ ਕਿ ਬਿਸਤਰੇ ਵੀ ਮੇਰੇ ਮਾਤਾ ਜੀ ਜਿਹੜੇ ਹੈਗੇ ਆ, ਜਦੋਂ ਕੋਈ 2 ਗੈਸਟ ਆ ਜਾਂਦੇ ਸੀ ਤੇ ਬਿਸਤਰੇ ਵੀ ਆਂਢੀਆਂ ਗਵਾਂਢੀਆਂ ਤੋਂ ਮੰਗ ਕੇ ਲਿਆਉਂਦੇ ਸੀਗੇ। ਜਦੋਂ ਮੈਨੂੰ ਪਤਾ ਲੱਗਾ ਇਸ ਚੀਜ਼ ਦਾ, ਇੱਥੋਂ ਤੱਕ ਹਾਲਾਤ ਹੋ ਗਏ। ਜਦੋਂ ਮੈਂ ਬੀਜੀ ਨੂੰ ਕਿਹਾ ਕਿ ਬੀਜੀ ਇਹ ਕੀ ਗੱਲ ਹੈਗੀ ਆ, ਤਾਂ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਵੀ ਇੱਕ ਵਾਰੀ ਇਹਨਾਂ ਦਾ ਸਿੰਘ ਸਾਹਿਬ ਹੁਣਾਂ ਦਾ ਪਿੰਡ ਮੁਕਾਬਲਾ ਹੋ ਗਿਆ ਸੀ, ਔਰ ਜਿਨ੍ਹਾਂ ਦੇ ਖੇਤਾਂ 'ਚ ਇਹ ਸਿੰਘ ਸਾਹਿਬ ਲੁਕੇ ਹੋਏ ਸੀਗੇ, ਉਹਨਾਂ ਦੇ ਪਰਿਵਾਰ ਦੇ ਸਾਰੇ ਹੀ ਬਿਸਤਰੇ ਭਾਂਡੇ ਜਿਹੜੇ ਸੀ ਉਹ ਪੁਲਿਸ ਚੁੱਕ ਕੇ ਲੈ ਗਈ ਸੀ। ਉਹਨਾਂ ਦੇ ਘਰ ਵਿੱਚੋਂ ਉਹਨਾਂ ਦੀ ਪੇਟੀਆਂ 'ਚੋਂ ਬਿਸਤਰੇ ਕੱਢ ਕੇ ਸਾਰੀ ਪੁਲਿਸ ਥਾਣੇ ਲੈ ਗਈ ਸੀ। ਇਹ ਵੀ ਪੁਲਿਸ ਦਾ ਇੱਕ ਸਟਾਈਲ ਹੁੰਦਾ ਸੀ, ਆਮ ਸਿੰਘਾਂ ਦੇ ਬਿਸਤਰੇ ਭਾਂਡੇ ਜਿਹੜੇ ਸੀਗੇ ਉਹ ਲੈ ਜਾਂਦੇ ਸੀ ਥਾਣਿਆਂ ਦੇ ਵਿੱਚ। ਤਾਂ ਜਦੋਂ ਮੇਰੇ ਮਾਤਾ ਜੀ ਹੁਣਾਂ ਨੂੰ ਪਤਾ ਲੱਗਾ ਤੇ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਵੀ ਮੈਂ ਵੀ ਆਪਣੀ ਪੇਟੀ ਵਿੱਚ ਜਿੰਨੇ ਉਹਨਾਂ ਦੇ ਬਿਸਤਰੇ ਖੜੇ ਸੀ ਉਹ ਸਾਰੇ ਬਿਸਤਰੇ ਜਿਹੜੇ ਹੈਗੇ ਉਸ ਪਰਿਵਾਰ ਨੂੰ ਦੇ ਦਿੱਤੇ ਸੀ, ਵੀ ਇਹ ਨਾ ਕਹਿਣ ਵੀ ਇਹਨਾਂ ਦੇ ਜਵਾਈ ਦਾ ਕਰਕੇ ਸਾਡੇ ਬਿਸਤਰੇ ਜਿਹੜੇ ਹੈਗੇ ਆ ਉਹ ਲੈ ਗਏ ਆ। ਤੇ ਪੁੱਤ ਉਸ ਤੋਂ ਬਾਅਦ ਫਿਰ ਬਣੇ ਨਹੀਂ ਹੈਗੇ, ਉਹ ਜਿਹੜੇ ਬਿਸਤਰੇ ਸੀ ਉੱਧਰ ਦੇ ਦਿੱਤੇ। ਹੁਣ ਜਦੋਂ ਆਪਣੇ ਜੋਗੇ ਤਾਂ ਹੈਗੇ ਆ, ਜਦੋਂ ਕੋਈ ਪ੍ਰਾਹੁਣਾ ਆ ਜਾਂਦਾ ਵਾ ਤਾਂ ਫਿਰ ਕਿਸੇ ਦੇ ਘਰੋਂ ਮੰਗ ਕੇ ਬਿਸਤਰੇ ਲਿਆਉਂਦੇ ਸੀ। ਤੇ ਮੇਰੇ ਨਾਲ ਇੱਕ ਜਿਹੜੀ ਜੇਲ੍ਹ ਬੀਬੀ ਨੇ ਕੱਟੀ ਆ, ਉਹ ਬੀਬੀ ਨੂੰ ਸਾਰਾ ਪਤਾ ਸੀ, ਉਹ ਸਾਰਾ ਉਸ ਟਾਈਮ ਮੇਰੇ ਕੱਪੜੇ ਵੀ ਜਿਹੜੇ ਸੀਗੇ ਉਹ ਜੇਲ੍ਹ ਵਿੱਚ ਤਰੀਕਾਂ ਪੇਸ਼ੈਂਟ ਮੇਰੇ ਪਾ ਕੇ ਜਾਂਦੀ ਸੀ, ਤੇ ਉਹ ਜਦੋਂ ਮੇਰੇ ਨਾਲ ਘਰ ਆਉਂਦੀ ਸੀ ਉਹਨੂੰ ਪਤਾ ਸੀ ਕਿ ਬਿਸਤਰੇ ਮੰਗ ਕੇ ਲਿਆਉਂਦੇ ਆ, ਤਾਂ ਉਹ ਇਸ ਚੀਜ਼ ਨੂੰ ਬੜਾ ਮਜ਼ਾਕ ਵਿੱਚ ਲੈ ਰਹੀ ਸੀ, ਮਜ਼ਾਕ ਉਡਾ ਰਹੀ ਸੀ ਵੀ ਇਹ ਪਰਿਵਾਰ ਦੇ ਹਾਲਾਤ। ਪਰ ਮੈਂ ਚੁੱਪ ਰਹੀ ਸੀ, ਮੈਨੂੰ ਤਾਂ ਪਤਾ ਸੀਗਾ ਵੀ ਪਰਿਵਾਰ ਦੇ ਹਾਲਾਤ ਮੇਰੇ ਕਾਰਨ ਕਿੱਥੇ ਦੇ ਕਿੱਥੇ ਹੋ ਗਿਆ। ਮੈਂ ਇੱਕ ਵਾਰੀ ਆਪਣਾ ਬ੍ਰਦਰ ਨੂੰ ਕਿਹਾ, ਬੜਾ ਮਨ ਭਾਵੁਕ ਜਿਹਾ ਹੋ ਗਿਆ ਕਿ ਮੇਰੇ ਕਾਰਨ ਜਿਹੜੇ ਪਰਿਵਾਰ ਦੇ ਹਾਲਾਤ ਕਿੱਥੋਂ ਦੇ ਕਿੱਥੇ ਹੋ ਗਏ ਆ। ਤਾਂ ਮੇਰੇ ਭਰਾ ਨੇ ਅੱਗੋਂ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਸੋਚਣਾ ਹੈਗਾ, ਸਾਡੀ ਜ਼ਮੀਨ ਹੈਗੀ ਆ ਨਾ, ਹੁਣ ਅਸੀਂ ਖੇਤੀ ਕਰਾਂਗੇ ਤੇ ਸਾਡੇ ਹਾਲਾਤ ਫਿਰ ਪਹਿਲਾਂ ਵਾਲੇ ਹੀ ਹੋ ਜਾਣਗੇ। ਸਾਡੇ ਪਿੰਡ ਦੇ ਲੋਕਾਂ ਨੂੰ ਵੀ ਪਤਾ ਹੈਗਾ ਕਿ ਜਿਹੜੇ 2-2 ਕਿੱਲਿਆਂ ਵਾਲੇ ਸੀ ਉਹਨਾਂ ਦੀਆਂ ਕੋਠੀਆਂ ਪੈ ਗਈਆਂ ਸੀਗੀਆਂ। ਸਾਡਾ ਘਰ ਬੜੇ ਸਾਲ ਪੁਰਾਣੇ ਦਾ ਪੁਰਾਣਾ ਹੀ ਰਿਹਾ ਸੀ। 2015 ਵਿੱਚ ਹੀ ਮੇਰੇ ਬ੍ਰਦਰ ਨੇ ਜਿਹੜਾ ਨਵਾਂ ਮਕਾਨ ਬਣਾਇਆ ਸੀ, ਕੋਠੀ ਬਣਾਈ ਸੀ, ਪਰ 16 ਦੇ ਵਿੱਚ ਮੇਰੇ ਬ੍ਰਦਰ ਦੀ ਜਿਹੜੀ ਉਹ ਡੈਥ ਹੋ ਗਈ। ਬੜਾ ਮਤਲਬ ਇਹ ਨਹੀਂ ਕਿ ਮੇਰਾ ਪਰਿਵਾਰ ਇਕੱਲੀ ਦਾ ਪਛੜਿਆ ਸੀ, ਬੜੇ ਵੱਡੇ ਧਨਾੜ ਪਰਿਵਾਰ ਜਿਹੜੇ ਸੀ ਮੂਵਮੈਂਟ ਦੇ ਕਾਰਨ ਬੜੇ ਪਛੜ ਗਏ ਸੀ। ਪਰ ਮੇਰੇ ਮਾਤਾ ਪਿਤਾ ਜੀ ਨੇ ਕਦੀ ਵੀ, ਜਾਂ ਮੇਰੀਆਂ ਸਿਸਟਰ ਨੇ, ਮੇਰੀਆਂ ਭੈਣਾਂ ਨੇ, ਜਾਂ ਮੇਰੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਚੀਜ਼ਾਂ ਨੂੰ ਨਾ ਤਾਂ ਹਾਈਲਾਈਟ ਕੀਤਾ ਤੇ ਨਾ ਹੀ ਇਸ ਚੀਜ਼ ਨੂੰ ਜ਼ਿਆਦਾ ਕੀਤਾ ਹੈਗਾ ਵੀ ਹਾਂ ਆਹ ਸਾਡੇ ਪਰਿਵਾਰ ਦੇ ਹਾਲਾਤ ਹੋ ਗਏ, ਜਾਂ ਮੈਨੂੰ ਕੋਈ ਮਿਹਣਾ ਦਿੱਤਾ ਜਾਂ ਕਿਸ ਤਰ੍ਹਾਂ। ਨਹੀਂ, ਉਹਨਾਂ ਨੇ, ਮੇਰੇ ਪੇਕੇ ਪਰਿਵਾਰ ਨੇ ਤੇ ਮੇਰੇ ਸਹੁਰੇ ਪਰਿਵਾਰ ਨੇ ਹਮੇਸ਼ਾ ਕੁਰਬਾਨੀ ਦੇ ਪੱਖ ਨੂੰ ਹੀ ਮੁੱਖ ਰੱਖਿਆ ਹੈ। ਜੇ ਮੇਰੀਆਂ ਭੈਣਾਂ ਨੇ ਤੇ ਉਹ ਵੀ ਸਿੰਘ ਸਾਹਿਬ ਸਰਦਾਰ ਧਰਮ ਸਿੰਘ ਕਾਸਤੀਵਾਲ ਨੂੰ ਆਪਣੇ ਭਰਾਵਾਂ ਨਾਲੋਂ ਵੱਧ ਕੇ ਪਿਆਰ ਕਰਦੀਆਂ ਸੀ। ਤੇ ਜਿਹੜੇ ਮਾਤਾ ਪਿਤਾ ਸੀ ਮੇਰੇ ਸਹੁਰਾ ਪਰਿਵਾਰ, ਉਹਨਾਂ ਨੇ ਤੇ ਕਰਨਾ ਹੀ ਸੀਗਾ ਨਾ, ਉਹਨਾਂ ਦੇ ਤੇ ਪਰਿਵਾਰ ਦਾ ਇਹ ਹੀਰੇ ਸੀਗੇ। ਮੇਰੇ ਪੇਕੇ ਪਰਿਵਾਰ ਦੇ ਵੀ, ਮੇਰੇ ਮਾਤਾ ਜੀ ਵੀ, ਹੁਣ ਉਹਨਾਂ ਦੀ ਪਿਛਲੇ ਸਾਲ ਡੈਥ ਹੋਈ ਆ। ਜਦੋਂ ਵੀ ਅਸੀਂ ਸਿੱਧੀ ਸਮਾਗਮ ਕਰਦੇ ਸਾਂ ਤੇ ਮੇਰੇ ਮਾਤਾ ਜੀ ਅੱਜ ਤੱਕ ਆਖਰੀ ਬਰਸੀ ਤੱਕ ਜਿਹੜੇ ਹੈਗੇ ਆ ਉਹਨਾਂ ਦਾ ਮਨ ਭਾਵੁਕ ਹੋ ਜਾਂਦਾ ਸੀਗਾ ਇਹਨਾਂ ਨੂੰ ਯਾਦ ਕਰਕੇ ਹਮੇਸ਼ਾ ਹੀ। ਮਤਲਬ ਕਿ ਮੈਂ ਕਹਿ ਨਹੀਂ ਸਕਦੀ ਕਿ ਕਿੰਨਾ ਕੁ ਜ਼ਿਆਦਾ ਮੇਰੇ ਦੋਨੇ ਪਰਿਵਾਰ ਜਿਹੜੇ ਆ, ਜਾਂ ਸਾਰੇ ਇਲਾਕੇ ਦੇ, ਜਾਂ ਕਾਸਤੀਵਾਲ ਪਿੰਡ ਦੇ ਜਿਹੜੇ ਲੋਕ ਹੈਗੇ ਆ, ਉਹ ਸਿੰਘ ਸਾਹਿਬ ਸਰਦਾਰ ਧਰਮ ਸਿੰਘ ਕਾਸਤੀਵਾਲ ਨੂੰ ਉਹ ਕਿੰਨਾ ਕੁ ਪਿਆਰ ਕਰਦੇ ਹੈਗੇ ਆ। ਅੱਜ ਵੀ ਜਦੋਂ ਮੈਂ ਜਾਂਦੀ ਆ, ਜਿਹੜੇ ਉਸ ਪਿੰਡ ਦੇ ਲੋਕ ਆ, ਉਸ ਪਿੰਡ ਦੇ ਪਰਿਵਾਰ ਹੈਗੇ ਆ, ਬੜੇ ਪਿਆਰ ਦੇ ਨਾਲ, ਬੜੇ ਸਨੇਹ ਨਾਲ ਮਿਲਦੇ ਹੈਗੇ ਆ ਮੈਨੂੰ। ਔਰ ਮੇਰੇ ਕਾਸਤੀਵਾਲ ਪਰਿਵਾਰ ਨੂੰ ਵੀ ਜਦੋਂ ਕੋਈ ਉੱਥੇ ਕੋਈ ਪ੍ਰੋਗਰਾਮ ਹੁੰਦਾ ਹੈ, ਜਾਂ ਕੋਈ ਕਿਸੇ ਬੱਚੇ ਦਾ ਆਨੰਦ ਕਾਰਜ ਹੁੰਦਾ, ਜਾਂ ਕੁਝ ਵੀ ਸਮਾਗਮ ਹੁੰਦਾ, ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਬੁਲਾਉਂਦੇ ਆ ਤੇ ਉਹ ਬੜੇ ਚਾਅ ਦੇ ਨਾਲ ਇਸ ਪਰਿਵਾਰ ਨੂੰ, ਉਹਨਾਂ ਦਾ ਮੇਲ ਜੋਲ ਉਹਨਾਂ ਨੇ ਰੱਖਿਆ। ਬਲਕਿ ਪੂਰੇ ਇਲਾਕੇ ਨੇ ਹੀ ਸਾਡੇ ਪਰਿਵਾਰ ਨੂੰ ਅੱਜ ਵੀ ਉਹ ਜਿਹੜਾ ਮਾਣ ਸਤਿਕਾਰ ਜਿਹੜਾ ਨਾ ਇਹਨਾਂ ਦਾ ਕਰਕੇ ਕਾਇਮ ਹੈਗਾ ਵਾ। ਇਹ ਜਿਹੜਾ ਸਮਾਂ ਸੀ ਤੁਹਾਡਾ ਰੂਹ ਪੋਸ਼ ਹੋਣ ਦਾ, ਮੂਵਮੈਂਟ ਦਾ ਸਾਰਾ ਸਮਾਂ, ਉਸ ਤੋਂ ਬਾਅਦ ਤੁਹਾਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਇੱਕ ਤਾਂ ਮਾਨਸਿਕ ਤਸ਼ੱਦਦ, ਸਰੀਰਕ ਤਸ਼ੱਦਦ ਕਿੱਥੋਂ ਤੱਕ ਢਾਇਆ ਪੰਜਾਬ ਪੁਲਿਸ ਨੇ? ਮੇਰੇ ਤੇ ਜ਼ਿਆਦਾਤਰ ਉਦੋਂ, ਕਿਉਂਕਿ ਸਿੰਘ ਸਾਹਿਬ ਚੜ੍ਹਦੀ ਕਲਾ 'ਚ ਸੀ, ਜਦੋਂ ਮੈਨੂੰ ਅਰੈਸਟ ਕੀਤਾ ਹੈਗਾ ਵਾ, 21 ਜੁਲਾਈ ਨੂੰ ਮੈਨੂੰ ਅਰੈਸਟ ਕੀਤਾ ਤੇ 22 ਜੁਲਾਈ ਨੂੰ ਉਹਨਾਂ ਨੂੰ ਮੈਨੂੰ ਕੋਰਟ ਵਿੱਚ ਪੇਸ਼ ਕਰਨ ਲਈ ਕਰਨਾ ਪਿਆ ਪੁਲਿਸ ਨੂੰ, ਕਿਉਂਕਿ ਉਸ ਟਾਈਮ ਸਿੰਘ ਸਾਹਿਬ ਵੀ ਚੜ੍ਹਦੀ ਕਲਾ 'ਚ ਹੀ। ਤਾਂ ਜਦੋਂ ਮੈਨੂੰ ਕੋਰਟ ਦੇ ਵਿੱਚ ਪੇਸ਼ ਤਾਂ ਉਹਨਾਂ ਨੇ ਕਰ ਦਿੱਤਾ, ਜੇਲ੍ਹ ਦਾ ਮੇਰਾ ਜੁਡੀਸ਼ਲੀ ਰਿਮਾਂਡ ਜਿਹੜਾ ਹੈਗਾ ਮੇਰਾ, ਉਹਨੂੰ ਕਰ ਦਿੱਤਾ ਹੈਗਾ, ਜੁਡੀਸ਼ਲੀ ਰਿਹਾਸਤ ਵਿੱਚ ਮੈਨੂੰ ਲੈ ਲਿਆ ਗਿਆ ਵੀ ਹੁਣ ਇਹਨੂੰ ਜੇਲ੍ਹ ਵਿੱਚ ਛੱਡ ਦਿੱਤਾ ਜਾਵੇ। ਤਾਂ ਉਸ ਟਾਈਮ ਤੁਸੀਂ ਦੇਖੋ ਕਿ ਇੰਨੀ ਜ਼ਿਆਦਾ ਦਹਿਸ਼ਤ ਹੀ। ਫਤਿਹਗੜ੍ਹ ਚੂੜੀਆਂ ਦਾ ਥਾਣੇ ਦਾ ਮੇਰਾ ਪਹਿਲਾ ਕੇਸ ਸੀਗਾ। ਤਾਂ ਫਤਿਹਗੜ੍ਹ ਚੂੜੀਆਂ ਥਾਣੇ ਦੀ ਪੁਲਿਸ ਜਿਹੜੀ ਹੈਗੀ ਆ, ਉਹ SHO ਕਹਿ ਰਿਹਾ ਸੀਗਾ ਕਿ ਨਾ ਤਾਂ ਮੈਂ ਇਹਨੂੰ ਆਪਣੇ ਥਾਣੇ ਵਿੱਚ ਰੱਖਣਾ ਹੈਗਾ ਤੇ ਨਾ ਹੀ ਮੈਂ ਜੇਲ੍ਹ ਛੱਡ ਕੇ ਆ ਸਕਦਾ ਹੈਗਾ।
ਇੰਨਾ ਭੈ ਸੀ, ਇੰਨਾ ਜ਼ਿਆਦਾ ਦਹਿਸ਼ਤ ਸੀ, ਇੰਨਾ ਜ਼ਿਆਦਾ ਭੈ ਸੀਗਾ। ਬਾਈ ਚਾਂਸ ਫਿਰ ਮੈਨੂੰ ਉਸ ਦਿਨ ਉਹਨਾਂ ਨੇ ਜੇਲ੍ਹ ਵਿੱਚ ਨਹੀਂ ਭੇਜਿਆ ਹੈਗਾ ਵੀ ਪਹਿਲਾਂ ਪ੍ਰਬੰਧ ਕੀਤਾ ਜਾਏ, ਸੋਚਿਆ ਜਾਏ ਵੀ ਇਸ ਨੂੰ ਅਸੀਂ ਜੇਲ੍ਹ ਛੱਡਣ ਜਾਵਾਂਗੇ ਤੇ ਛਡਾ ਨਾ ਲੈਣ ਸਿੰਘ ਆਣ ਕੇ, ਅਸੀਂ ਕਿਸ ਤਰ੍ਹਾਂ ਜੇਲ੍ਹ, ਉਹ ਰਣਨੀਤੀ ਅਪਣਾਉਣ ਦੇ ਲਈ ਮੈਨੂੰ ਇੱਕ ਦਿਨ ਉਹਨਾਂ ਨੇ ਥਾਣੇ ਦੇ ਵਿੱਚ ਰੱਖਿਆ। ਬਾਈ ਚਾਂਸ ਜਦੋਂ ਮੈਨੂੰ ਸਦਰ ਥਾਣੇ ਦੇ ਵਿੱਚ ਰੱਖਿਆ ਤੇ ਰਾਤ ਨੂੰ ਬਟਾਲੇ ਦੇ ਲਾਗੇ ਹੀ 2 ਸਿੰਘਾਂ ਦਾ ਕੋਈ ਮੁਕਾਬਲਾ ਹੋ ਜਾਂਦਾ ਹੈ, ਤਾਂ ਉਹ ਪੁਲਿਸ ਇੰਨੀ ਖੌਫ ਵਿੱਚ ਸੀ ਕਿ ਉਹ ਇਸੇ ਚੀਜ਼ ਨਾਲ ਜੋੜ ਰਹੀ ਕਿ ਸ਼ਾਇਦ ਸੰਦੀਪ ਕੌਰ ਨੂੰ ਹੀ ਛਡਾਉਣ ਆ ਰਹੀ ਸੀ ਥਾਣੇ ਦੇ ਵਿੱਚੋਂ, ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੈਗੀ। ਫਿਰ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਇੱਕ ਸਿਵਲ ਬੱਸ ਲੈ ਕੇ, ਮਿੰਨੀ ਬੱਸਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਸਿਵਲ ਕੱਪੜਿਆਂ ਵਿੱਚ ਲੇਡੀ ਕਾਂਸਟੇਬਲਾਂ ਤੇ ਪੁਲਿਸ ਵਾਲੇ ਸਾਰੇ ਸਿਵਲ ਕੱਪੜਿਆਂ ਦੇ ਵਿੱਚ ਬੱਸ ਤੇ ਬਿਠਾ ਕੇ ਸਿਵਲ ਬੱਸ ਦੇ ਉੱਤੇ ਮੈਨੂੰ ਗੁਰਦਾਸਪੁਰ ਜੇਲ੍ਹ 'ਚ ਛੱਡਣ ਜਾਂਦੇ ਆ। ਔਰ ਜਦੋਂ ਗੁਰਦਾਸਪੁਰ ਜੇਲ੍ਹ 'ਚ ਮੈਨੂੰ ਛੱਡਣ ਜਾਂਦੇ ਤੇ ਗੁਰਦਾਸਪੁਰ ਜੇਲ੍ਹ ਦਾ ਜਿਹੜਾ ਸੁਪਰਡੈਂਟ ਹੈ, ਜੇਲ੍ਹ ਸੁਪਰਡੈਂਟ ਕਹਿੰਦਾ ਵੀ ਅਸੀਂ, ਸਾਡੇ ਕੋਲ ਇੰਨੀ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ, ਅਸੀਂ ਇਹਨੂੰ ਜੇਲ੍ਹ 'ਚ ਨਹੀਂ ਰੱਖਣਾ ਹੈਗਾ, ਤੁਸੀਂ ਅੰਮ੍ਰਿਤਸਰ ਜੇਲ੍ਹ 'ਚ ਇਹਨੂੰ ਲੈ ਕੇ ਜਾਓ। ਤਾਂ ਫਿਰ ਉਸ ਤੋਂ ਬਾਅਦ ਜਿਹੜਾ ਐਸਐਚਓ ਕਹਿੰਦਾ ਵੀ ਅਸੀਂ ਬੜੀ ਮੁਸ਼ਕਲ ਨਾਲ ਇੱਥੇ ਛੱਡਣ ਆਏ ਆ, ਹੁਣ ਬਾਅਦ ਵਿੱਚ ਇੱਥੋਂ ਤੁਸੀਂ ਅੱਜ ਦਾ ਦਿਨ ਤਾਂ ਰੱਖੋ, ਫਿਰ ਤੁਸੀਂ ਇਹਦਾ ਉਧਰ ਦਾ ਚਲਾਨ ਕੱਟ ਦਿਓ ਜੇਲ੍ਹ ਦਾ, ਤੇ ਫਿਰ ਤੁਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿਓ। ਉਹਨੇ ਵੀ ਉਹਨਾਂ ਦਾ ਤਰਲਾ ਮਿੰਤ ਕਰਕੇ ਤੇ ਫਿਰ ਮੈਨੂੰ ਉਹਨਾਂ ਨੇ ਗੁਰਦਾਸਪੁਰ ਜੇਲ੍ਹ 'ਚ ਛੱਡਿਆ ਹੈ। ਐਡੀ ਦਹਿਸ਼ਤ ਔਰ ਐਸਾ ਖੌਫ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਜੀ ਦਾ ਔਰ ਬੱਬਰ ਖਾਲਸਾ ਦਾ। ਇਸ ਤੋਂ ਬਾਅਦ ਵੀ ਜਦੋਂ ਇਹ ਸ਼ਹੀਦ ਵੀ ਹੋ ਜਾਂਦੇ ਆ, ਉਸ ਤੋਂ ਬਾਅਦ ਮੈਨੂੰ ਪਟਿਆਲੇ ਸੰਗਰੂਰ ਜੇਲ੍ਹ 'ਚ ਰੱਖਿਆ ਹੈਗਾ। ਅੰਮ੍ਰਿਤਸਰ ਜੇਲ੍ਹ ਤੋਂ ਫਿਰ ਮੇਰੇ ਪਟਿਆਲੇ ਪੁਲਿਸ ਰਿਮਾਂਡ ਲੈ ਜਾਂਦੀ ਆ। ਉਸ ਤੋਂ ਬਾਅਦ ਫਿਰ ਮੈਨੂੰ ਪਟਿਆਲੇ ਵਾਲਿਆਂ ਨੇ ਵੀ ਰੱਖਣ ਤੋਂ ਇਨਕਾਰ ਕਰਤਾ, ਕਿਉਂਕਿ ਸਿਕਿਉਰਿਟੀ ਜੇਲ੍ਹਾਂ 2 ਹੀ ਸਨ, ਇੱਕ ਜੈਂਟਸ ਵਾਸਤੇ ਸੰਗਰੂਰ ਤੇ ਨਾਭਾ ਸੀਗੀ, ਤੇ ਲੇਡੀਜ਼ ਵਾਸਤੇ ਸਿਰਫ ਸੰਗਰੂਰ ਸੀ ਸਿਕਿਉਰਿਟੀ ਜੇਲ੍ਹ। ਜਾਂ ਅੰਮ੍ਰਿਤਸਰ ਵਿੱਚ ਵੀ ਜਿਨ੍ਹਾਂ ਤੇ ਟਾਡਾ ਲੱਗਿਆ ਹੁੰਦਾ ਸੀ, TD ਐਕਟ ਲੱਗਿਆ ਹੁੰਦਾ ਸੀ, ਉਹਨੂੰ ਰੱਖ ਲੈਂਦੇ ਸੀ। ਪਰ ਇਹਨਾਂ ਨੇ ਅੰਮ੍ਰਿਤਸਰ, ਜਦੋਂ ਮੇਰਾ ਪੁਲਿਸ ਰਿਮਾਂਡ ਲੈਣ ਆਈ ਆ ਤੇ ਅੰਮ੍ਰਿਤਸਰ ਜੇਲ੍ਹ ਵਾਲਿਆਂ ਨੇ, ਮੈਨੂੰ ਪਤਾ ਨਹੀਂ, ਮੈਨੂੰ ਕਿਸੇ ਨੇ ਦੱਸਿਆ ਕਿ ਇਹਨਾਂ ਨੇ ਨਾਲ ਦੀ ਨਾਲ ਲਿਖ ਕੇ ਦੇ ਦਿੱਤਾ ਵੀ ਇਹਨੂੰ ਹੁਣ ਰਿਮਾਂਡ ਤੋਂ ਬਾਅਦ ਸੰਗਰੂਰ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ, ਸਾਡੇ ਕੋਲ ਵੀ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ। ਤਾਂ ਫਿਰ ਮੈਨੂੰ ਉਹਨਾਂ ਨੇ ਸੰਗਰੂਰ ਜੇਲ੍ਹ ਵਿੱਚ ਭੇਜਿਆ ਹੈਗਾ। ਔਰ ਸੰਗਰੂਰ ਜੇਲ੍ਹ 'ਚੋਂ ਜਦੋਂ ਮੈਨੂੰ ਤਰੀਕ ਪੇਸ਼ੀਆਂ ਤੇ ਲੈ ਕੇ ਆਉਂਦੇ ਇੱਥੇ ਗੁਰਦਾਸਪੁਰ ਜਾਂ ਮੈਨੂੰ ਬਟਾਲੇ ਪੇਸ਼ ਕਰਨਾ ਹੁੰਦਾ ਸੀ, ਲੇਡੀ ਕਾਂਸਟੇਬਲਾਂ ਮੈਨੂੰ ਖੁਦ ਹੀ ਦੱਸਦੀਆਂ ਹੁੰਦੀਆਂ ਸੀਗੀਆਂ ਵੀ 96 'ਚ ਮੇਰੀ ਰਿਹਾਈ ਹੁੰਦੀ ਹੈ, ਤੇ ਬਾਅਦ ਵਿੱਚ ਜਦੋਂ ਮੈਨੂੰ ਉਹ ਤਰੀਕ ਪੇਸ਼ੀਆਂ ਤੇ ਜਦੋਂ ਮੈਂ ਜਾਂਦੀ ਰਹੀ ਬਟਾਲੇ, ਤੇ ਕਈ ਵਾਰੀ ਮੈਨੂੰ ਮਿਲਦੀਆਂ ਹੁੰਦੀਆਂ ਸੀਗੀਆਂ, ਤਾਂ ਉਹ ਖੁਦ ਹੀ ਮਜ਼ਾਕ ਦੇ ਨਾਲ, ਜਿਹੜੇ ਉਹਨਾਂ ਦੇ ਪੁਲਿਸ ਵਾਲੇ ਸੀਗੇ, ਉਹਨਾਂ ਦਾ ਮਜ਼ਾਕ ਉਡਾਉਣ ਲਈ ਮੈਨੂੰ ਕਹਿੰਦੇ ਹੁੰਦੇ ਸੀ ਕਿ ਫਲਾਣਾ ASI ਜਿਹੜਾ ਹੁੰਦਾ ਸੀ, ਤਾਂ ਜਦੋਂ ਤੈਨੂੰ ਲੈਣ ਜਾਂਦੇ ਸੀ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਰਿਵਾਲਵਰ ਕੱਢ ਕੇ ਸਾਹਮਣੇ, ਤਾਂ ਇੱਕਦਮ ਅਨਲੋਡ ਕਰਕੇ ਤਾਂ ਉਹ ਬੈਠ ਜਾਂਦਾ ਸੀ ਵੀ ਕੋਈ ਇੱਧਰੋਂ ਨਾ ਆ ਜਾਏ ਇਹਨੂੰ ਲੈਣ, ਕੋਈ ਇੱਧਰੋਂ ਨਾ ਆ ਜਾਏ, ਵੀ ਪੂਰਾ ਗੰਨਾਂ ਦੇ ਲੋਕ ਖੁਲਾ ਕੇ ਤੇ ਫਿਰ ਉਹ ਗੱਡੀਆਂ 'ਚ ਬੈਠਦੇ ਹੁੰਦੇ ਸੀ। ਇਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਇਹ ਜਿਹੜੀ ਦਹਿਸ਼ਤ ਹੈਗੀ 95-96 ਤੱਕ ਵੀ ਇਸੇ ਤਰ੍ਹਾਂ ਹੀ ਰਹੀ ਸੀ, ਵੀ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਸੀਗਾ। ਪੁਲਿਸ ਵਾਲੇ ਵੀ ਥਰ-ਥਰ ਕੰਬਦੇ ਸੀ ਉਹਨਾਂ ਦਿਨਾਂ ਵਿੱਚ ਸਿੰਘਾਂ ਤੋਂ। ਹਾਂਜੀ। ਜੇਲ੍ਹ ਦੇ ਅੰਦਰ ਤੁਸੀਂ ਲਿਖਣਾ ਸ਼ੁਰੂ ਕੀਤਾ? ਬਿਲਕੁਲ ਜੀ, ਇਹ ਜਿਹੜੀ ਮੇਰੀ ਬਿਖੜਾ ਪੈਂਡਾ ਕਿਤਾਬ ਹੈਗੀ ਆ, ਇਹ ਕਰੀਬ ਸਾਰੀ ਜਿਹੜੀ ਹੈਗੀ ਆ ਜੇਲ੍ਹ ਵਿੱਚ ਹੀ ਲਿਖੀ ਗਈ ਹੈਗੀ। ਕੁਝ ਪਾਰਟ ਜਿਹੜਾ ਬਾਅਦ ਦਾ ਜਿਹੜਾ ਵਿਚਰਿਆ ਹੈਗਾ ਉਹ ਬਾਹਰ ਆਣ ਕੇ ਲਿਖਿਆ ਹੈਗਾ। ਉਸ ਟਾਈਮ ਜਦੋਂ ਮੈਂ ਲਿਖ ਰਹੀ ਸੀ, ਉਸ ਟਾਈਮ ਲਿਖਣ ਦਾ ਕਾਰਨ ਇਹ ਸੀਗਾ ਕਿ ਜੇਲ੍ਹ ਵਿੱਚ ਹਾਲਾਤ ਇਸ ਤਰ੍ਹਾਂ ਦੇ ਸੀ ਵੀ ਤੁਸੀਂ ਕਿਸੇ ਨਾਲ ਆਪਣੇ ਮਨ ਦੀ ਗੱਲ ਨਹੀਂ ਕਰ ਸਕਦੇ। ਲੇਕਿਨ ਇਨਸਾਨ ਦੇ ਮਨ ਵਿੱਚ ਬਹੁਤ ਸਾਰੇ ਵਲਵਲੇ ਹੁੰਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਜਿੰਨੀ ਦੇਰ ਕਿਸੇ ਨਾਲ ਕਰਦੇ ਨਹੀਂ ਉਨੀ ਦੇਰ ਤੁਹਾਡਾ ਮਨ ਹੌਲਾ ਨਹੀਂ ਹੁੰਦਾ ਹੈਗਾ। ਪਰ ਉਸ ਟਾਈਮ ਕੋਈ ਪਤਾ ਨਹੀਂ ਵੀ ਕਿਹਨੂੰ ਪੁਲਿਸ ਨੇ ਤੁਹਾਡੇ ਨਾਲ ਜੋੜਿਆ ਹੋਇਆ, ਤੇ ਤੁਸੀਂ ਆਪਣੀ ਮਨ ਦੀਆਂ ਗੱਲਾਂ ਉਹਦੇ ਨਾਲ ਕਰ ਦੋਗੇ ਤੇ ਉਹ ਤੁਹਾਡੇ ਤੇ ਪੈ ਸਕਦੀਆਂ ਉਲਟੀਆਂ। ਇਸ ਕਰਕੇ ਮੈਂ ਸਟੱਡੀ ਵੀ ਕਰਦੀ ਸੀ ਜੇਲ੍ਹ ਵਿੱਚ, ਕਿਉਂਕਿ ਮੈਂ ਪਹਿਲਾਂ ਮੈਟ੍ਰਿਕ ਪਾਸ ਸੀ, ਫਿਰ ਮੈਂ +2 ਕੀਤੀ, ਫਿਰ ਮੈਂ ਗਿਆਨੀ ਕੀਤੀ, ਫਿਰ ਮੈਂ BA ਪਾਰਟ 1 ਇਹ ਜੇਲ੍ਹ ਵਿੱਚ ਹੀ ਸਟੱਡੀ ਕੀਤੀ ਹੈਗੀ ਆ ਮੈਂ। ਇਸ ਕਰਕੇ ਮੇਰੇ ਕੋਲ ਕਾਪੀ ਪੈਨ ਕਿਤਾਬਾਂ ਵਗੈਰਾ ਆਮ ਹੀ ਹੁੰਦੀਆਂ ਸੀਗੀਆਂ। ਤਾਂ ਮੈਂ ਜੇਲ੍ਹ ਦੇ ਵਿੱਚ ਫਿਰ ਆਪਣੀ ਮਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਮਨ ਨੂੰ ਹਲਕਾ ਕਰਨ ਲਈ ਜੋ ਵੀ ਲਾਗੇ ਚਾਗੇ ਵਿਚਰਦਾ ਸੀ ਜਾਂ ਮੂਵਮੈਂਟ ਬਾਰੇ ਜਾਂ ਕੁਝ ਵੀ ਜੋ ਮੇਰੇ ਦਿਲ ਦੇ ਵਲਵਲੇ ਸੀ, ਉਹ ਫਿਰ ਮੈਂ ਡਾਇਰੀ ਦੇ ਉੱਤੇ ਲਿਖਦੀ ਰਹਿੰਦੀ ਸੀ। ਤੇ ਉਹ ਲਿਖ ਕੇ ਤੇ ਫਿਰ ਮੈਂ ਉਹ ਜਦੋਂ ਮੈਂ ਤਰੀਕ ਪੇਸ਼ੀ ਤੇ ਆਉਣਾ ਜਾਂ ਕਿਸੇ ਤਰੀਕੇ ਦੇ ਨਾਲ ਉਹ ਬਾਹਰ ਭੇਜ ਦਿੰਦੀ ਸੀਗੀ ਵੀ ਕਿਸੇ ਦੇ ਹੱਥ ਨਾ ਲੱਗ ਜਾਣ। ਤਾਂ ਇਸ ਕਰਕੇ ਮੈਂ ਜੇਲ੍ਹ ਵਿੱਚ ਕਾਫੀ ਕੁਝ ਲਿਖਿਆ ਹੈਗਾ ਤੇ ਕਾਫੀ ਇਤਿਹਾਸ ਪੜ੍ਹਿਆ ਵੀ ਹੈਗਾ ਜੇਲ੍ਹ ਦੇ ਵਿੱਚ, ਕਿਉਂਕਿ ਵਿਹਲਾ ਟਾਈਮ ਹੁੰਦਾ ਹੈ। ਜ਼ਿਆਦਾਤਰ ਉੱਥੇ ਪੜ੍ਹਨ ਦਾ ਲਿਖਣ ਦਾ ਬਹੁਤ ਜ਼ਿਆਦਾ ਟਾਈਮ ਹੁੰਦਾ। ਜਿਹੜੇ ਲੋਕ ਜ਼ਿਆਦਾਤਰ ਸੁਲਝੇ ਹੋਏ ਆ, ਕਾਫੀ ਸਾਰੇ ਜਿਹੜੇ ਨੌਜਵਾਨ ਸੀ ਉਹ ਜੇਲ੍ਹ ਵਿੱਚ ਕੋਈ ਨਾਭੇ, ਕੋਈ ਸਮਾਣੇ, ਕੋਈ ਕਿਤੇ, ਉਹ ਸਾਰੇ ਸਟੱਡੀ ਸ਼ੁਰੂ ਕਰ ਹੀ ਦਿੰਦੇ ਹੈਗੇ। ਇੰਜ ਕਹਿ ਲਈਏ ਵੀ ਅੱਲੇ ਜ਼ਖਮਾਂ ਦੀ ਕੋਈ ਚੀਜ਼ ਸੀ
ਹਾਂਜੀ ਜਿਹਨੇ ਸੰਦੀਪ ਕੌਰ ਨੂੰ ਕਲਮ ਚੱਕਣ ਦੇ ਲਈ ਪ੍ਰੇਰਿਆ। ਰਾਈਟਰ ਬਣਾ ਦਿੱਤਾ। ਮੈਂ ਸਹੀ ਕਿਹਾ? ਬਿਲਕੁਲ ਜੀ, ਸਹੀ ਕਿਹਾ ਹੈਗਾ। ਅਦਰਵਾਈਜ਼ ਜੇ ਮੈਂ ਜੇਲ੍ਹ 'ਚ ਨਾ ਜਾਂਦੀ ਤੇ ਸ਼ਾਇਦ ਮੈਂ ਕਲਮ ਵੀ ਨਾ ਚੱਕਦੀ। ਇਹ ਜੇਲ੍ਹ ਦਾ ਇਕੱਲਾਪਨ ਕਰ ਲਓ ਜਾਂ ਇਹ ਕਹਿ ਲਓ ਕਿ ਤੁਸੀਂ ਆਪਣੇ ਮਨ ਦੀ ਗੱਲ ਕਿਸੇ ਨਾਲ ਨਹੀਂ ਕਰ ਸਕਦੇ, ਪਰ ਇੱਕ ਕਲਮ ਹੈਗੀ ਆ ਜਿਹਦੇ ਰਾਹੀਂ ਤੁਸੀਂ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕਾਗਜ਼ ਦੇ ਉੱਤੇ ਉਤਾਰ ਸਕਦੇ, ਜਿਹਦੇ ਆਪਣੇ ਮਨ ਨੂੰ ਹਲਕਾ ਕਰ ਸਕਦੇ ਜੀ। ਤੁਸੀਂ ਇੱਕ ਗੱਲ ਕੀਤੀ ਸੀ, ਇੱਕ ਕਲਮ ਔਰ ਇੱਕ ਕੈਮਰਾ। ਹਾਂਜੀ, ਇਹ ਇਸ ਚੀਜ਼ ਨੂੰ ਖੋਲੋ, ਇੱਕ ਕਲਮ ਔਰ ਇੱਕ ਕੈਮਰਾ। ਇਸ ਟਾਈਮ ਕਲਮ ਤੇ ਕੈਮਰਾ ਇਹ ਦੋ ਹਥਿਆਰ ਨੇ ਸਾਡੀ ਕੌਮ ਦੇ ਕੋਲ। ਇਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ। ਕਲਮ ਦੇ ਰਾਹੀਂ ਅਸੀਂ ਇਤਿਹਾਸ ਲਿਖ ਕੇ, ਮੌਜੂਦਾ ਸੰਘਰਸ਼ ਨਾਲ ਸੰਬੰਧਿਤ ਕੁਰਬਾਨੀਆਂ ਲਿਖ ਕੇ ਅਸੀਂ ਆਪਣੀ ਕੌਮ ਦੇ ਹਵਾਲੇ ਕਰ ਸਕਦੇ ਹਾਂ। ਕੌਮ ਵਿੱਚ ਜਾਗਰੂਕਤਾ ਪੈਦਾ ਕਰ ਸਕਦੇ ਹਾਂ। ਬਹੁਤ ਸਾਰੀਆਂ ਕੁਰਬਾਨੀਆਂ ਦਾ ਪੱਖ ਜਿਹੜਾ ਹੈਗਾ ਉਹ ਸਾਡਾ ਅਣਗੌਲਿਆ ਹੈਗਾ। ਜਿੰਨੀ ਦੇਰ ਅਸੀਂ ਆਪਣੀ ਕੌਮ ਦੇ ਨੌਜਵਾਨਾਂ ਨੂੰ, ਕੌਮ ਦੀ ਪੀੜ੍ਹੀ ਨੂੰ, ਕੌਮ ਦੇ ਬੱਚਿਆਂ ਨੂੰ ਉਹ ਕੁਰਬਾਨੀ ਦਾ ਪੱਖ ਦੱਸਾਂਗੇ ਨਹੀਂ ਤਾਂ ਉਹ ਅਗਲਾ ਜਜ਼ਬਾ ਕਿਵੇਂ ਕੌਮ ਵਿੱਚ ਭਰੇਗਾ। ਕੈਮਰੇ ਰਾਹੀਂ ਉਹ ਲੋਕ ਜਿਉਂਦੇ ਜਾਗਦੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਸੰਤਾਪ ਪਿੰਡੇ ਤੇ ਹੰਢਾਇਆ ਹੈ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ, ਜਿਨ੍ਹਾਂ ਨੇ ਤਸ਼ੱਦਦ ਸਹਿਆ ਹੈ। ਕੈਮਰੇ ਦੀ ਅੱਖ ਰਾਹੀਂ ਉਹ ਤੁਸੀਂ ਆਪਾਂ ਪੂਰੀ ਦੁਨੀਆ ਨੂੰ ਉਹ ਕੁਰਬਾਨੀ ਦਾ ਪੱਖ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਦਿਖਾ ਸਕਦੇ ਹੈਗੇ। ਇਸ ਕਰਕੇ ਕੈਮਰਾ ਤੇ ਕਲਮ ਇਹ ਦੋ ਪਾਵਰਾਂ ਨੇਗੀਆਂ। ਇਹਨਾਂ ਪਾਵਰਾਂ ਦੀ ਅਗਰ ਸਹੀ ਵਰਤੋਂ ਹੋਏ ਤੇ ਸਾਡੀ ਕੌਮ ਦੀ ਦਸ਼ਾ ਬਦਲ ਸਕਦੀ ਹੈ। ਕਿੰਨੀ ਸਹੀ ਵਰਤੋਂ ਹੋ ਰਹੀ ਹੈ ਕਲਮ ਔਰ ਕੈਮਰੇ ਦੀ ਹੁਣ ਦੇ ਸਮੇਂ 'ਚ, ਔਰ ਕਿੰਨੀ ਕੁ ਦੁਰਵਰਤੋਂ ਹੋ ਰਹੀ ਹੈ? ਦੇਖੋ, ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੇ ਵੀ ਕੋਈ ਇਹਨਾਂ ਦੀ ਵਰਤੋਂ ਕਰ ਰਹੇ ਹੋ ਆਪਣੇ ਤਰੀਕੇ ਦੇ ਨਾਲ ਤੇ ਸਹੀ ਕਰ ਰਹੇ ਹੈਗੇ ਆ। ਹਰ ਕੋਈ ਜਿਹੜਾ ਵੀ ਕੋਈ ਕਲਮ ਜਾਂ ਕੈਮਰਾ ਚੱਕਦਾ ਹੈ ਤੇ ਉਹ ਕੁਝ ਸੋਚ ਕੇ ਹੀ ਕਲਮ ਤੇ ਕੈਮਰਾ ਚੱਕਦਾ ਨਾ। ਜਿਹੜਾ ਵੀ ਕੋਈ ਲਿਖਦਾ ਹਰ ਕੋਈ ਆਪਣੇ ਦਿਮਾਗ ਦੇ ਨਾਲ, ਜਿਸ ਤਰ੍ਹਾਂ ਉਹਨੂੰ ਅਕਾਲ ਪੁਰਖ ਨੇ ਸੋਝੀ ਦਿੱਤੀ ਉਸੇ ਹਿਸਾਬ ਨਾਲ ਹੀ ਲਿਖੇਗਾ ਨਾ। ਤੇ ਕੈਮਰਾ ਵੀ ਉਹ ਪਹਿਲਾਂ ਤੇ ਜਦੋਂ ਜਿਹੜਾ ਕੈਮਰਾ ਚੱਕਦਾ ਉਹਦੇ ਦਿਮਾਗ 'ਚ ਹੁੰਦਾ ਕਿ ਮੈਂ ਕਿਹੜਾ ਪੱਖ ਦਿਖਾਉਣਾ ਹੈ। ਮੈਂ ਕੁਰਬਾਨੀ ਦਾ ਪੱਖ ਦਿਖਾਉਣਾ ਹੈ ਜਾਂ ਮੈਂ ਕੌਮ ਦੇ ਜਿਹੜੀ ਹੈਗੀ ਆ ਮਾੜੀ ਹਾਲਤ ਹੈਗੀ ਆ, ਸ਼ਹੀਦ ਪਰਿਵਾਰਾਂ ਦੀ ਇਕਨੋਮਿਕਲ ਪੋਜੀਸ਼ਨ ਜਿਹੜੀ ਆ ਬਹੁਤ ਖਰਾਬ ਹੋ ਚੁੱਕੀ ਆ, ਮੈਂ ਉਹ ਪੱਖ ਦਿਖਾਉਣਾ। ਇਹ ਤਾਂ ਜਿਹੜੇ ਕੈਮਰਾ ਚੁੱਕਣ ਵਾਲੇ ਨੇ ਦੇਖਣਾ ਤੇ ਫੈਸਲਾ ਵੀ ਉਸੇ ਨਹੀਂ ਦੇਖਣਾ ਹੈਗਾ ਕਿ ਉਹ ਕੈਮਰੇ ਦੀ ਅੱਖ ਦੇ ਨਾਲ ਕੁਰਬਾਨੀ ਦਾ ਪੱਖ ਦਿਖਾਉਣਾ ਚਾਹ ਰਿਹਾ ਹੈ ਜਾਂ ਮਦਹਾਲੀ ਦਾ ਪੱਖ ਦਿਖਾਉਣਾ ਚਾਹ ਰਿਹਾ ਜਾਂ ਕਿਹੜਾ ਪੱਖ ਦਿਖਾਉਣਾ ਚਾਹ ਰਿਹਾ। ਤੇ ਜਿਸ ਤਰ੍ਹਾਂ ਕਿਸੇ ਦੀ ਸੋਝੀ ਆ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਦਿਖਾਈ ਜਾ ਰਿਹਾ ਹੈਗਾ। ਤੁਹਾਡਾ ਪਰਿਵਾਰ, ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਜੀ ਦਾ ਪਰਿਵਾਰ, ਉਹਨਾਂ ਦੀ ਮਾਤਾ ਜੀ ਔਰ ਤੁਹਾਡੇ ਸਤਿਕਾਰਯੋਗ ਸੱਸ ਜੀ ਬੜੇ ਫਖਰ ਦੇ ਨਾਲ ਕਹਿੰਦੇ ਮੈਂ ਸ਼ੇਰਾਂ ਦੀ ਮਾਂ ਹਾਂ। ਤੁਹਾਡੇ ਪਰਿਵਾਰ ਨੂੰ ਵੀ ਬੜਾ ਫਖਰ ਹੈ ਕਿ ਸੰਦੀਪ ਕੌਰ ਸਾਡੀ ਧੀ ਹੈ। ਬੇਸ਼ੱਕ 16 ਕਿੱਲੇ ਤਹਿਸ ਨਹਿਸ ਹੋਏ, ਇੱਥੋਂ ਤੱਕ ਨੌਬਤ ਆਈ ਜਿਵੇਂ ਤੁਸੀਂ ਦੱਸਿਆ ਵੀ ਬਿਸਤਰੇ ਵੀ ਕਿਤੇ ਗਵਾਂਢੀਆਂ ਤੋਂ ਲਿਆਉਣੇ ਪੈ ਗਏ। ਐਸੇ ਵੀ ਕੀ ਪਰਿਵਾਰ ਨੇ, ਸ਼ਹੀਦ ਪਰਿਵਾਰ ਨੇ, ਤੁਹਾਡਾ ਪਰਿਵਾਰ ਤਾਂ ਕਹਿ ਰਿਹਾ ਸਾਡੀ ਧੀ ਹੈ ਔਰ ਸਾਨੂੰ ਫਖਰ ਹੈ, ਬੜੀ ਦਲੇਰ ਹੈ, ਨਿਧੜਕ ਹੈ, ਬੜੇ ਸੂਰਮਤਾਈ ਵਾਲੇ ਕਰਮ ਕਰ ਰਹੀ ਹੈ ਔਰ ਕੌਮ ਦੇ ਲੇਖੇ ਉਹਦੀ ਜਿੰਦੜੀ ਹੈ। ਬਿਲਕੁਲ ਤੁਹਾਡਾ ਹਰ ਇੱਕ ਸਵਾਸ ਅੱਜ ਵੀ ਕੌਮ ਦੇ ਲੇਖੇ ਹੈ। ਭਾਈ ਸਾਹਿਬ ਜੀ ਸ਼ਹੀਦ ਹੋ ਗਏ, ਉਹਨਾਂ ਦਾ ਪਰਿਵਾਰ ਵੀ ਬੜੇ ਫਖਰ ਦੇ ਨਾਲ ਸਿਰ ਉੱਚਾ ਕਰਕੇ ਕਹਿ ਰਿਹਾ ਅਸੀਂ ਸ਼ਹੀਦ ਦੇ ਪਰਿਵਾਰ ਵੀ ਸਾਡਾ ਜਿਹੜਾ ਸਪੁੱਤਰ ਨੇ 2 ਉਹ ਕੌਮ ਦੇ ਲੇਖੇ ਲੱਗ ਗਏ, ਸ਼ਹੀਦ ਪਰਿਵਾਰ। ਕੀ ਐਸਾ ਵੀ ਹੈ ਕਿਤੇ ਪੁਲਿਸ ਪ੍ਰਸ਼ਾਸਨ ਦੇ ਡਰੋਂ ਜਾਂ ਚੰਦ ਦਮੜਿਆਂ ਦੀ ਖਾਤਰ ਸ਼ਹੀਦਾਂ ਦੇ ਹੀ ਪਰਿਵਾਰ ਆਪਣੇ ਪਰਿਵਾਰ ਨੂੰ, ਆਪਣੀ ਨੂੰਹ ਨੂੰ ਜਾਂ ਆਪਣੀ ਧੀ ਨੂੰ ਨੂੰਹ ਮੰਨਣ ਤੋਂ ਜਾਂ ਧੀ ਮੰਨਣ ਤੋਂ ਵੀ ਇਨਕਾਰੀ ਹੋਏ? ਬਿਲਕੁਲ ਜੀ, ਬਹੁਤ ਸਾਰੀਆਂ ਉਦਾਹਰਨਾਂ ਨੇਗੀਆਂ। ਮੈਂ ਹੁਣ ਉਹਨਾਂ ਸਿੰਘਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੈਂ ਉਹਨਾਂ ਸਿੰਘਾਂ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦੀ ਕਿ ਕਿੰਨਾਂ ਨੇ ਇਹ ਕਿਹਾ ਹੈਗਾ। ਜਦੋਂ ਪਿੱਛੇ ਜੇ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨੇ ਬਹੁਤ ਮਿਹਨਤ ਕਰਨ ਤੋਂ ਬਾਅਦ, ਬਹੁਤ ਲੰਬੀ ਜੱਦੋ ਜਹਿਦ ਤੋਂ ਬਾਅਦ ਪਰਿਵਾਰਾਂ ਦੇ ਲਈ ਕੁਝ ਸਰਕਾਰ ਤੋਂ ਜਿਹੜਾ ਹੈਗਾ ਸਹਾਇਤਾ ਲਈ ਮੇਰੇ ਖਿਆਲ ਪੌਣੇ 2 ਲੱਖ 1 ਲੱਖ ਤੇ 75 ਹਜ਼ਾਰ ਰੁਪਈਆ ਕਾਫੀ ਸਾਰੇ ਪਰਿਵਾਰਾਂ ਨੂੰ ਜਿਹੜਾ ਉਹਨਾਂ ਨੇ ਉਹ ਦਿਵਾਉਣ ਵਿੱਚ ਕਾਮਯਾਬ ਹੋਏ। ਤਾਂ ਉਹ ਪੈਸੇ ਲੈਣ ਦੇ ਲਈ ਕਈ ਪਰਿਵਾਰਾਂ ਨੇ ਜਦੋਂ ਉਹਨਾਂ ਦੇ ਝਗੜੇ ਚੱਲੇ
ਵੀ ਉਹਦਾ ਤੇ ਵਿਆਹ ਹੀ ਨਹੀਂ ਸੀ ਹੋਇਆ। ਘਰ ਦੀ ਜਿਹੜੀ ਉਹਦੀ ਸਿੰਘ ਦੀ ਸਿੰਘਣੀ ਉਹ ਕਹਿੰਦੀ ਕਿ ਮੈਨੂੰ ਵੀ ਸਹਾਇਤਾ ਮਿਲਣੀ ਚਾਹੀਦੀ ਆ, ਮਾਤਾ ਪਿਤਾ ਕਹਿੰਦੇ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਹੈਗੀ ਆ। ਤਾਂ ਉਸ ਪੈਸੇ ਨੇ ਉਹਦੇ ਕਾਰਨ ਬਹੁਤ ਸਾਰੇ ਝਗੜੇ ਹੋਏ। ਕਈ ਸ਼ਹੀਦ ਸਿੰਘਾਂ ਦੀਆਂ ਸਿੰਘਣੀਆਂ ਨੇ ਮੈਨੂੰ ਆਣ ਕੇ ਦੱਸਿਆ ਕਿ ਸਾਡੇ ਸੱਸ ਸਹੁਰੇ ਨੇ ਜਦੋਂ ਇਹ ਸਾਡਾ ਫੈਸਲਾ ਕੋਰਟ ਵਿੱਚ ਗਿਆ ਤੇ ਕੋਰਟ ਵਿੱਚ ਬਿਆਨ ਦਿੱਤਾ ਵੀ ਸਾਡਾ ਤੇ ਮੁੰਡਾ ਵਿਆਹਿਆ ਹੀ ਨਹੀਂ ਸੀਗਾ। ਸਾਡਾ ਤੇ ਮੁੰਡਾ ਜਦੋਂ ਘਰੋਂ ਗਿਆ ਸੀ ਉਹਦਾ ਵਿਆਹ ਨਹੀਂ ਹੋਇਆ। ਸਾਨੂੰ ਨਹੀਂ ਪਤਾ ਇਹ ਕੌਣ ਹੈਗੀ ਆ, ਬਾਹਰੋਂ ਹੀ ਕੋਈ ਪਿੱਛੇ ਲੱਗ ਗਈ ਆ। ਤੇ ਬੜਾ ਉਸ ਟਾਈਮ ਦੁੱਖ ਹੋਇਆ, ਮਨ 'ਚ ਬੜਾ ਰੋਸ ਹੋਇਆ ਵੀ ਇਸ ਤਰ੍ਹਾਂ ਨਹੀਂ ਚਾਹੀਦਾ ਹੈਗਾ। ਪਰ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਦੀਆਂ ਸਿੰਘਣੀਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ, ਪਰ ਉਹ ਉਂਗਲਾਂ ਤੇ ਗਿਣਨ ਵਾਲੇ ਪਰਿਵਾਰ ਨੇ, ਬਹੁਤ ਘੱਟ ਨੇਗੇ ਉਂਗਲਾਂ ਤੇ ਗਿਣਨ ਵਾਲੇ ਪਰਿਵਾਰ ਨੇਗੇ ਜਿਨ੍ਹਾਂ ਨੇ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਹੈਗਾ। ਇਹ ਇੱਕ ਬੜਾ ਦੁਖਾਂਤ ਔਰ ਬੜੀ ਤਰਾਸਦੀ ਨਹੀਂ ਹੈ ਪੰਥ ਦੇ ਅੰਦਰ? ਬਿਲਕੁਲ ਜੀ, ਬਹੁਤ ਵੱਡੀ ਤਰਾਸਦੀ ਹੈਗੀ ਆ ਕਿ ਅਸੀਂ ਕੌਡੀਆਂ ਦੇ ਪਿੱਛੇ ਜਿਹੜੇ ਕੁਰਬਾਨੀਆਂ ਕਰ ਗਏ ਉਹਨਾਂ ਦੇ ਬੱਚਿਆਂ ਨੂੰ, ਕਈ ਮੇਰੇ ਕੋਲ ਜਿਹੜੇ ਬੱਚੇ ਪੜ੍ਹ ਕੇ ਗਏ ਹੈਗੇ ਆ ਉਹਨਾਂ ਬੱਚਿਆਂ ਨੂੰ ਰੋਲਣਾ ਪਿਆ ਕਿ ਉਹਨਾਂ ਦੇ ਜਿਹੜੇ ਦਾਦੀ ਦਾਦੇ ਸੀਗੇ ਉਹਨਾਂ ਨੇ ਮਾਂ ਨੂੰ ਤਾਂ ਪੇਕੇ ਭੇਜਤਾ ਤੇ ਬੱਚੇ ਮਾਂ ਨਾਲੋਂ ਲਾ ਲਏ। ਮੈਨੂੰ ਬੱਚਿਆਂ ਨੇ ਦੱਸਿਆ ਵੀ ਸਾਡੀ ਮਦਰ ਨੂੰ ਤੇ ਉਹਨਾਂ ਕਿਹਾ ਸੀ ਤੈਨੂੰ ਨਹੀਂ ਰੱਖਣਾ ਹੈਗਾ, ਬੱਚਿਆਂ ਨੂੰ ਅਸੀਂ ਰੱਖ ਲਵਾਂਗੇ। ਤੇ ਫਿਰ ਉਹਨਾਂ ਦੀ ਮਦਰ ਨੇ ਕੋਰਟ ਦੇ ਵਿੱਚ ਕੇਸ ਕਰਕੇ 2-3 ਸਾਲਾਂ ਤੋਂ ਬਾਅਦ ਉਹ ਬੱਚੇ ਜਿਹੜੇ ਹੈਗੇ ਆ ਮਾਂ ਨੂੰ ਮਿਲੇ। ਤੇ ਉਹ ਬੱਚਿਆਂ ਨੇ ਮੈਨੂੰ ਦੱਸਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਉਸ ਸਿੰਘ ਦਾ, ਤੇ ਉਹ ਬੱਚਿਆਂ ਨੇ ਮੈਨੂੰ ਦੱਸਿਆ ਆਂਟੀ ਸਾਡੇ ਫਾਦਰ ਤਾਂ ਸ਼ਹੀਦ ਹੋ ਗਏ, ਰੱਬ ਨੇ ਖੋਲਿਆ ਸਾਡਾ ਪਿਓ, ਤੇ ਸਾਡੀ ਮਾਂ ਨੂੰ ਸਾਡੇ ਦਾਦੀ ਦਾਦੇ ਨੇ ਸਾਡੇ ਤੋਂ ਵੱਖ ਕਰ ਦਿੱਤਾ। ਇਸ ਤਰ੍ਹਾਂ ਹੁੰਦਾ ਹੈਗਾ। ਜਦੋਂ ਉਹ ਨਿੱਕੇ ਨਿੱਕੇ ਬੱਚੇ ਸ਼ਹੀਦਾਂ ਦੇ ਮੈਂ ਪਾਲੇ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਸੁਣੀਆਂ ਤੇ ਬੜੀਆਂ ਉਹ ਤਕਲੀਫ ਦੇ ਸੀ। ਉਹ ਸਭ ਕੁਝ ਪਿੰਡੇ ਤੇ ਹੰਡਾਉਂਦਿਆਂ ਹੀ ਉਹਨਾਂ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਨੂੰ ਮੈਂ ਪਾਲ ਕੇ ਵੱਡਿਆਂ ਕੀਤਾ। ਕੌਮ ਨੇ ਸਾਥ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੜੇ ਵਿਰਲਿਆਂ ਨੇ ਸਾਥ ਦਿੱਤਾ, ਆਮ ਕੌਮ ਨੇ ਤਾਂ ਇਸ ਚੀਜ਼ ਨੂੰ ਨਹੀਂ ਅਪਣਾਇਆ। ਪਰ ਜਦੋਂ ਸ਼ਹੀਦਾਂ ਦੇ ਬੱਚਿਆਂ ਦੀ ਪਰਵਰਿਸ਼ ਮੈਂ ਕਰ ਰਹੀ ਸੀ, ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਕਰ ਰਹੀ ਸੀ, ਤੇ ਬੜੇ ਵਿਰਲੇ ਕਦਮ ਸੀਗੇ ਜਿਹੜੇ ਇਸ ਸੰਸਥਾ ਤੱਕ ਪਹੁੰਚਦੇ ਸੀਗੇ। ਪਰ ਚਲੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਹੈ ਜਿਨ੍ਹਾਂ ਦੀ ਹੈਲਪ ਦੇ ਨਾਲ, ਜਿਨ੍ਹਾਂ ਦੀ ਮਦਦ ਦੇ ਨਾਲ ਅੱਜ ਉਹ ਸ਼ਹੀਦਾਂ ਦੇ ਬੱਚੇ ਜਿਹੜੇ ਹੈਗੇ ਆ ਆਪਣੇ ਆਪਣੇ ਚੁਣੇ ਹੋਏ ਨਿਸ਼ਾਨਿਆਂ ਤੇ ਪਹੁੰਚੇ ਆ। ਕੋਈ ਐਜੂਕੇਸ਼ਨ ਦੇ ਪੱਧਰ ਤੇ, ਕੋਈ ਬਿਜ਼ਨਸ ਕਰ ਰਿਹਾ ਹੈ, ਕੋਈ ਜੌਬ ਕਰ ਰਿਹਾ ਹੈ। ਹਰ ਬੱਚਾ ਜਿਹੜਾ ਵੀ ਬੱਚਾ ਇਸ ਸੰਸਥਾ ਵਿੱਚ ਰਿਹਾ ਉਹ ਬੱਚਾ ਕਾਮਯਾਬ ਹੈ। ਇਸ ਲਈ ਬੜੇ ਮਾਣ ਵਾਲੀ ਗੱਲ ਆ ਉਹਨਾਂ ਸਾਰੇ ਲੋਕਾਂ ਲਈ ਜਿਨ੍ਹਾਂ ਨੇ ਇੱਕ ਦਮੜਾ ਵੀ ਉਹਨਾਂ ਬੱਚਿਆਂ ਦੀ ਪਰਵਰਿਸ਼ ਦੇ ਲਈ ਮੈਨੂੰ ਦਿੱਤਾ ਹੈਗਾ। ਸੰਦੀਪ ਕੌਰ ਖਾਲਸਾ ਸੰਘਰਸ਼ ਦੇ ਵਿੱਚ ਵੀ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ, ਪਿੰਡੇ ਤੇ ਵੀ ਸਾਰਾ ਦੁੱਖ ਸੰਤਾਪ ਹੰਢਾਇਆ, ਕਲਮ ਵੀ ਪਕੜੀ ਸੰਦੀਪ ਕੌਰ ਨੇ। ਔਰ ਚਾਹੇ 24 ਘੰਟਿਆਂ ਦੇ ਵਿੱਚ 8 ਪਹਿਰਾਂ 'ਚ ਜਦ 8 ਪਹਿਰ ਉਹ ਚੀਸ ਪੈਂਦੀ ਹੋਣੀ ਹੈ ਜ਼ਖਮਾਂ ਦੀ, ਜਾਂ ਕੋਈ ਐਸਾ ਪਹਿਰ ਹੋਊਗਾ ਉਹ ਚੀਸ ਜਿਹੜੀ ਹੈ ਸਤਾਉਂਦੀ ਹੋਊਗੀ। ਉਸ ਤੋਂ ਬਾਅਦ ਜਿਹੜਾ ਫੁਰਨਾ ਹੈ ਬੀਬੀ ਸੰਦੀਪ ਕੌਰ ਖਾਲਸਾ ਜੀ ਦੇ ਮਨ ਵਿੱਚ ਕਿਵੇਂ ਉਤਪੰਨ ਹੋਇਆ ਕਿ ਮੈਂ ਇਹ ਸ਼ਹੀਦ ਪਰਿਵਾਰਾਂ ਦੇ ਬੱਚੇ ਸਾਂਭਣੇ ਨੇ, ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਹ ਸੋਚ ਕਿੱਥੋਂ ਉਤਪੰਨ ਹੋਈ? ਕਿ ਜੇਲ੍ਹ ਬੈਠਿਆਂ ਇਹ ਸੋਚ ਸੀ ਜਾਂ ਬਾਹਰ ਆ ਕੇ? ਜਿਸ ਟਾਈਮ 28 ਦਸੰਬਰ 1992 ਨੂੰ ਸਿੰਘ ਸਾਹਿਬ ਸਰਦਾਰ ਧਰਮ ਸਿੰਘ ਕਾਸਤੀਵਾਲ ਸ਼ਹੀਦ ਹੁੰਦੇ ਆ, ਇੱਕ ਸਾਲ ਜਿਹੜਾ ਸੀ ਉਹ ਮੇਰਾ ਬਹੁਤ ਹੀ ਜ਼ਿਆਦਾ ਭਾਵੁਕਤਾ ਦੇ ਵਿੱਚ ਗੁਜ਼ਰਿਆ। ਬਹੁਤ ਜ਼ਿਆਦਾ ਵੈਰਾਗਮਈ ਸਮਾਂ ਸੀ ਮੇਰੀ ਜ਼ਿੰਦਗੀ ਦਾ। ਮਨ ਬਹੁਤ ਵਿਰਾਗ ਵਿੱਚ ਰਹਿੰਦਾ ਸੀ, ਹਮੇਸ਼ਾ ਹੀ ਵਿਰਾਗ ਵਿੱਚ ਰਹਿੰਦਾ ਸੀਗਾ। ਸ਼ਾਇਦ 1 ਸਾਲ ਤਾਂ ਜ਼ਿੰਦਗੀ ਜਿਉਣ ਬਾਰੇ ਸੋਚਿਆ ਹੀ ਨਹੀਂ ਸੀ, ਮਰਨ ਬਾਰੇ ਸੋਚਦੀ ਸੀਗੀ। ਅੱਛਾ, ਵੀ ਮਰਨਾ ਹੈ ਤਾਂ ਕਿਸ ਤਰੀਕੇ ਨਾਲ ਮਰਨਾ ਹੈ। ਮੌਤ ਵੀ ਇਹੋ ਜਿਹੀ ਚਾਹੀਦੀ ਹੈਗੀ ਆ ਜਿਹਦੇ ਵਿੱਚ ਕੁਰਬਾਨੀ ਹੋਵੇ, ਕਿਸੇ ਦੁਸ਼ਟ ਨੂੰ ਲੈ ਕੇ ਮਰਨਾ ਹੈ, ਸੁਸਾਈਡ ਨਹੀਂ ਕਰਨੀ ਹੈਗੀ। 1 ਸਾਲ ਤੱਕ ਤਾਂ ਇਹੀ ਸੋਚ ਰਹੀ। ਸਾਲ 1.5 ਸਾਲ ਬਾਅਦ ਮੇਰਾ ਬੇਟਾ ਜਿਹੜਾ ਹੈਗਾ ਵਾ ਉਹਦੀ ਪੜ੍ਹਾਈ ਦਾ ਟਾਈਮ ਹੋ ਰਿਹਾ ਸੀਗਾ, ਕਵੀ ਦੀ ਪੜ੍ਹਾਈ ਦਾ ਟਾਈਮ ਹੋ ਰਿਹਾ ਸੀ, ਉਹਦੀ ਏਜ ਵੱਧ ਰਹੀ ਸੀ, 3-4 ਸਾਲਾਂ ਦਾ ਹੋ ਗਿਆ ਸੀ ਉਹ। ਤਾਂ ਮੇਰੇ ਮਾਤਾ ਜੀ ਜਦੋਂ ਮੇਰੀ ਮੁਲਾਕਾਤ ਕਰਨ ਆਉਂਦੇ ਤਾਂ ਉਹ ਮੈਂ ਜਦੋਂ ਪੁੱਛਦੀ ਵੀ ਉਹਨੂੰ ਸਕੂਲ ਤੁਸੀਂ ਭੇਜਣਾ ਸ਼ੁਰੂ ਕੀਤਾ ਤਾਂ ਉਹ ਕਹਿ ਦਿੰਦੇ ਕਿ ਅੰਮ੍ਰਿਤਸਰ ਤੇਰੀ ਭੈਣ ਕੋਲ ਉਹਨੂੰ ਪੜ੍ਹਨੇ ਪਾ ਦਿੱਤਾ ਹੈਗਾ ਵਾ। ਦੂਜੀ ਮੁਲਾਕਾਤ ਤੇ ਜਦੋਂ ਆਉਂਦੇ ਤੇ ਕਹਿੰਦੇ ਨਹੀਂ ਸਾਡਾ ਵੀ ਨਹੀਂ ਦਿਲ ਲੱਗਦਾ ਤੇ ਉਹਦਾ ਵੀ ਨਹੀਂ ਦਿਲ ਲੱਗਦਾ। ਮੈਂ ਉਹਨੂੰ ਫਿਰ ਪਿੰਡ ਲੈ ਗਈ ਹਾਂ
ਪੁਲਿਸ ਤੋਂ ਵੀ ਉਹਨੂੰ ਲੁਕਾ ਕੇ ਰੱਖਣਾ ਪੈਂਦਾ ਸੀਗਾ, ਕਿਉਂਕਿ ਉਹਨਾਂ ਦਿਨਾਂ 'ਚ 8-9 ਸਾਲ ਦੇ ਜਿਹੜੇ ਸੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ। ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਦੇ ਦਿਮਾਗ ਤੇ ਇਸ ਗੱਲ ਦਾ ਬਹੁਤ ਜ਼ਿਆਦਾ ਸਹਿਮ ਤੇ ਡਰ ਪੈਦਾ ਹੋ ਗਿਆ ਸੀ ਕਿ ਕਿਤੇ ਮੇਰੇ ਬੇਟੇ ਕਵੀ ਨੂੰ ਵੀ ਪੁਲਿਸ ਚੁੱਕ ਕੇ ਨਾ ਲੈ ਜਾਵੇ। ਤਾਂ ਇਸ ਸਹਿਮ ਦੇ ਵਿੱਚ ਹੀ ਉਹਦੀ ਪਰਵਰਿਸ਼ ਕਰ ਰਹੇ ਸੀਗੇ। ਉਹਨੂੰ ਆਪਣੀਆਂ ਅੱਖਾਂ ਤੋਂ ਉੱਲੇ ਵੀ ਨਹੀਂ ਸੀ ਕਰਨਾ ਚਾਹੁੰਦੇ, ਉਹਦੀ ਸਟੱਡੀ ਦਾ ਵੀ ਪੂਰਾ ਧਿਆਨ ਕਰਦੇ ਸੀਗੇ। ਤਾਂ ਇੱਕ ਦਿਨ ਮੈਂ ਆਪਣੀ ਡਾਇਰੀ ਤੇ ਲਿਖ ਰਹੀ ਹਾਂ ਆਪਣੇ ਮਨ ਦੀਆਂ ਗੱਲਾਂ ਸਿੰਘ ਸਾਹਿਬ ਹੁਣਾਂ ਨੂੰ ਸੰਬੋਧਨ ਕਰਕੇ ਕਿ ਤੁਸੀਂ ਤਾਂ ਸੋਚਿਆ ਸੀ ਵੀ ਕਵੀ ਨੂੰ ਤੁਸੀਂ ਬੜੂ ਸਾਹਿਬ ਦੀ ਅਕੈਡਮੀ ਵਿੱਚ ਪੜ੍ਹਨੇ ਪਾਉਣਾ ਹੈਗਾ ਵਾ, ਤਾਂ ਹੁਣ ਇਸ ਟਾਈਮ ਕੋਈ ਹੱਲ ਨਹੀਂ ਨਿਕਲ ਰਿਹਾ ਵੀ ਉਹਨੂੰ ਕਿੱਥੇ ਪੜ੍ਹਨੇ ਪਾਇਆ ਜਾਵੇ। ਇਸ ਟਾਈਮ ਮੈਂ ਜੇਲ੍ਹ ਵਿੱਚ ਹਾਂ, ਤੁਸੀਂ ਸ਼ਹੀਦ ਹੋ ਚੁੱਕੇ ਜੇਗੇ। ਮੇਰੇ ਮਾਤਾ ਪਿਤਾ ਜਿਨ੍ਹਾਂ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਸੀਗਾ ਵੀ ਉਹ ਕੋਈ ਨਾ ਕੋਈ ਹੱਲ ਉਹਦੀ ਸਟੱਡੀ ਦਾ ਕੱਢਣਗੇ, ਲੇਕਿਨ ਕਿਸੇ ਪਾਸੇ ਕੋਈ ਗੱਲ ਨਹੀਂ ਨਜ਼ਰ ਲੱਗਦੀ ਆ ਰਹੀ ਹੈਗੀ। ਤੇ ਮੈਂ ਇਮੋਸ਼ਨਲ ਹੋ ਕੇ ਕੁਝ ਲਾਈਨਾਂ ਆਪਣੀ ਡਾਇਰੀ ਤੇ ਲਿਖੀਆਂ ਨੇ। 20 ਦਿਨਾਂ ਬਾਅਦ ਮੇਰੇ ਫਾਦਰ ਸਾਹਿਬ ਮੇਰੀ ਮੁਲਾਕਾਤ ਕਰਨ ਜਾਂਦੇ ਆ ਤੇ ਨਾਲ ਬੇਟਾ ਕਵੀ ਵੀ ਹੁੰਦਾ ਹੈਗਾ, ਇਹ ਛੋਟਾ ਜਿਹਾ ਹੈਗਾ ਤੇ ਇਹਨੇ ਗਰਮ ਕੱਪੜੇ ਪਾਏ ਹੋਏ ਆ ਗਰਮੀ ਦੇ ਮੌਸਮ ਵਿੱਚ। ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਸਵਾਲ ਕੀਤਾ ਵੀ ਇਹਨੇ ਗਰਮ ਕੱਪੜੇ ਕਿਉਂ ਪਾਏ ਹੋਏ ਆ, ਤੇ ਫਾਦਰ ਸਾਹਿਬ ਹੱਸਣ ਲੱਗੇ, ਕਹਿੰਦੇ ਅਸੀਂ ਬੜੂ ਸਾਹਿਬ ਤੋਂ ਸਿੱਧੇ ਹੀ ਆ ਰਹੇ ਹਾਂ ਤੇਰੀ ਮੁਲਾਕਾਤ ਕਰਨ, ਕਿਉਂਕਿ ਬੜੂ ਸਾਹਿਬ ਮੌਸਮ ਠੰਡਾ ਹੁੰਦਾ ਹੈ। ਮੈਂ ਇੱਕਦਮ ਬੜੂ ਸਾਹਿਬ ਦਾ ਨਾਂ ਸੁਣ ਕੇ ਤੇ ਹੈਰਾਨ ਰਹਿ ਗਈ ਕਿ ਤੁਸੀਂ ਬੜੂ ਸਾਹਿਬ ਤੁਸੀਂ ਕੀ ਕਰਨ ਗਏ ਸੀ। ਬੇਟੇ ਵੱਲ ਇਸ਼ਾਰਾ ਕਰਕੇ ਕਹਿੰਦੇ ਇਹਦੀ ਐਡਮਿਸ਼ਨ ਕਰਵਾਉਣ ਗਏ ਸੀ। ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਿਹਾ ਸੀ ਬੜੂ ਸਾਹਿਬ ਇਹਦੀ ਐਡਮਿਸ਼ਨ ਕਰਵਾਉਣ ਲਈ। ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਫਾਦਰ ਸਾਹਿਬ ਨੂੰ ਜਦੋਂ ਪਤਾ ਲੱਗਿਆ ਨਾ, ਮੇਰੀ ਸਿਸਟਰ ਨੇ ਦੱਸਿਆ ਸੀਗਾ ਕਿ ਸਿੰਘ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਕਿ ਕਵੀ ਨੂੰ ਬੜੂ ਸਾਹਿਬ ਪੜ੍ਹਨੇ ਪਾਉਣਾ ਹੈ। ਤਾਂ ਮੇਰੇ ਫਾਦਰ ਸਾਹਿਬ ਨੇ ਰਾਤ ਦਿਨ ਇੱਕ ਕਰ ਦਿੱਤਾ ਉਹਨਾਂ ਦੀ ਉਸ ਸੋਚ ਦੇ ਉੱਤੇ ਫੁੱਲ ਚੜਾਉਣ ਦੇ ਲਈ ਕਿ ਜੇ ਉਹਨਾਂ ਨੇ ਸੋਚਿਆ ਹੀ ਬੜੂ ਸਾਹਿਬ ਪੜ੍ਹਨੇ ਪਾਉਣਾ ਤੇ ਮੈਂ ਬੜੂ ਸਾਹਿਬ ਹੀ ਬੱਚੇ ਨੂੰ ਪੜ੍ਹਾਉਣਾ ਹੈ, ਚਾਹੇ ਜੋ ਮਰਜ਼ੀ ਹੋ ਜਾਵੇ। ਤਾਂ ਤੁਸੀਂ ਦੇਖੋ ਕਿ ਮੇਰੇ ਪਿਤਾ ਜੀ ਨੂੰ ਕੋਈ ਨਹੀਂ ਪਤਾ ਹੈਗਾ ਕਿ ਬੜੂ ਸਾਹਿਬ ਹੈ ਕਿੱਥੇ ਆ। ਭਾਈ ਹਰਜਿੰਦਰ ਸਿੰਘ ਜਿੰਦੇ ਦੇ ਮਾਤਾ ਜੀ ਹੁਣਾਂ ਨੂੰ ਅਚਾਨਕ ਮਿਲੇ ਤਾਂ ਮੇਰੀ ਸਿਸਟਰ ਨੇ ਪਤਾ ਕਰਕੇ ਦਿੱਤਾ, ਉਹਨਾਂ ਨੂੰ ਪੁੱਛਿਆ ਕਿ ਬੜੂ ਸਾਹਿਬ ਕਿੱਥੇ ਗਏ ਆ। ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕਿੱਥੇ, ਚੰਡੀਗੜ੍ਹ ਤੋਂ ਅੱਗੇ ਆ, ਚੰਡੀਗੜ੍ਹ ਹੋ ਕੇ ਜਾਣਾ ਪੈਂਦਾ। ਔਰ ਮੇਰੇ ਫਾਦਰ ਸਾਹਿਬ ਨੇ ਚੰਡੀਗੜ੍ਹ ਦੀ ਬੱਸ ਲਈ ਤੇ ਚੰਡੀਗੜ੍ਹ ਪਹੁੰਚ ਗਏ। ਚੰਡੀਗੜ੍ਹ ਤੋਂ ਪੁੱਛਿਆ ਵੀ ਭਾਈ ਬੜੂ ਸਾਹਿਬ ਕਿੱਥੇ ਪੈਂਦਾ, ਕਾਊਂਟਰ ਤੋਂ ਜਾ ਕੇ ਪਤਾ ਕੀਤਾ, ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ, ਸੋਲਣ ਤੋਂ ਅੱਗੇ ਪੈਂਦਾ ਹੈ। ਮੇਰੇ ਫਾਦਰ ਸਾਹਿਬ ਨੇ ਸੋਲਣ ਦੀ ਬੱਸ ਲਈ ਤੇ ਸੋਲਣ ਦੀ ਬੱਸ ਤੇ ਬੈਠ ਗਏ। ਸੋਲਣ ਜਾ ਕੇ ਪੁੱਛਦੇ ਆ ਭਈ ਬੜੂ ਸਾਹਿਬ ਕਿੱਥੇ ਪੈਂਦਾ ਹੈ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਖੇੜੀ ਤੋਂ ਅੱਗੇ ਪੈਂਦਾ, ਇੱਕ ਖੇੜੀ ਅੱਡਾ ਆਉਂਦਾ ਤੇ ਖੇੜੀ ਤੋਂ ਅੱਗੇ ਪੈਂਦਾ ਹੈ ਹਿਮਾਚਲ ਦੇ ਵਿੱਚ। ਮੇਰੇ ਫਾਦਰ ਸਾਹਿਬ ਕਹਿੰਦੇ ਮੈਂ ਖੇੜੀ ਦੀ ਬੱਸ ਲਈ ਤੇ ਰਾਤ ਪੈ ਗਈ ਉੱਥੇ ਜਾ ਕੇ। ਜਦੋਂ ਰਾਤ ਪੈ ਗਈ ਤੇ ਕਹਿੰਦੇ ਉੱਥੇ ਜਾ ਕੇ ਮੈਂ ਸਾਰਾ ਪੁੱਛ ਪੜਤਾਲ ਕੀਤੀ ਵੀ ਬੜੂ ਸਾਹਿਬ ਕਿੱਥੇ ਜੇ ਪੈਂਦਾ। ਉੱਥੇ ਕਿਸੇ ਨੇ ਦੱਸਿਆ ਵੀ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਹੈ, ਤੁਸੀਂ ਉੱਥੇ ਜਾਓ ਤੇ ਉੱਥੇ ਰਾਤ ਰਹੋ। ਉੱਥੇ ਬੜੂ ਸਾਹਿਬ ਦੀਆਂ ਗੱਡੀਆਂ ਗੁਰਦੁਆਰੇ ਆਮ ਆਉਂਦੀਆਂ ਜਾਂਦੀਆਂ ਨੇ, ਉਹ ਆਪੇ ਹੀ ਤੁਹਾਨੂੰ ਬੜੂ ਸਾਹਿਬ ਲੈ ਜਾਣਗੀਆਂ। ਫਿਰ ਉਹ ਖੇੜੀ ਕਿ ਖੜੀ ਕਿ ਪਤਾ ਨਹੀਂ ਕਿਹੜਾ ਕੀ ਨਾਂ ਸੀਗਾ ਸ਼ਹਿਰ ਦਾ, ਉੱਥੇ ਮੇਰੇ ਫਾਦਰ ਸਾਹਿਬ ਕਹਿੰਦੇ ਉਸ ਗੁਰਦੁਆਰੇ 'ਚ ਕਵੀ ਨੂੰ ਨਾਲ ਲੈ ਕੇ ਉਹ ਰਾਤ ਰਹੇ। ਤਾਂ ਉੱਥੇ ਬੜੂ ਸਾਹਿਬ ਦੀ ਅਗਲੇ ਦਿਨ ਗੱਡੀ ਆਈ ਤੇ ਉਹ ਗੱਡੀ 'ਚ ਬੈਠ ਕੇ ਬੜੂ ਸਾਹਿਬ ਪਹੁੰਚ ਗਏ। ਅੱਗੋਂ ਜਾਂਦਿਆਂ ਨੂੰ ਜਦੋਂ ਉਹਨਾਂ ਨਾਲ ਗੱਲ ਕੀਤੀ, ਕੋਈ ਚੰਗਾ ਭਲਾ ਪੁਰਸ਼ ਮਿਲ ਪਿਆ ਵੀ ਇਸ ਤਰ੍ਹਾਂ ਬੱਚਾ ਹੈਗਾ ਤੇ ਉਹਨੂੰ ਦਾਖਲ ਕਰਾਉਣਾ ਤੇ ਦਾਖਲ ਵੀ ਫ੍ਰੀ ਵਿੱਚ ਕਰਾਉਣਾ ਹੈਗਾ, ਅਸੀਂ ਖਰਚਾ ਨਹੀਂ ਕਰਨ ਜੋਗੇ, ਪੜ੍ਹਾਉਣਾ ਵੀ ਇਸੇ ਅਕੈਡਮੀ 'ਚ ਤੇ ਪੜ੍ਹਾਉਣਾ ਵੀ ਫ੍ਰੀ ਹੈਗਾ। ਉਸ ਨੇ ਰਾਏ ਪਾਇਆ ਵੀ ਫਿਰ ਤੁਸੀਂ ਗੱਲ ਸਿੱਧੀ ਬਾਬਾ ਜੀ ਨਾਲ ਹੀ ਕਰਿਓ, ਹੋਰ ਕਿਸੇ ਮੈਂਬਰ ਨਾਲ ਗੱਲ ਨਾ ਕਰੋ, ਇਹਨਾਂ ਤੁਹਾਨੂੰ ਜਵਾਬ ਦੇ ਦੇਣਾ। ਤੇ ਬਾਬਾ ਜੀ ਨੇ 1 ਹਫ਼ਤੇ ਤੱਕ ਆਉਣਾ, ਉਹ ਗਏ ਹੋਏ ਆ ਕਿਤੇ ਬਾਹਰ ਪ੍ਰਚਾਰ ਵਾਸਤੇ। ਫਾਦਰ ਸਾਹਿਬ 1 ਹਫ਼ਤਾ ਬੜੂ ਸਾਹਿਬ ਹੀ ਰਹੇ, ਪਿੱਛੋਂ ਘਰਦਿਆਂ ਨੂੰ ਕੋਈ ਪਤਾ ਨਹੀਂ ਹੈਗਾ, ਬੀਜੀ ਹੁਣੀ ਵੇਟ ਕਰ ਰਹੇ ਆ। ਉਦੋਂ ਫੋਨ ਵੀ ਨਹੀਂ ਸੀ ਹੁੰਦੇ ਕੋਈ ਜ਼ਿਆਦਾ ਕਿ ਫੋਨ ਦੇ ਉੱਤੇ ਗੱਲ ਹੋ ਸਕੇ। ਤਾਂ 1 ਹਫ਼ਤਾ ਬੜੂ ਸਾਹਿਬ ਰਹਿ ਕੇ ਫਿਰ ਬਾਬਾ ਜੀ ਨੂੰ ਮਿਲੇ। ਫਿਰ ਬਾਬਾ ਜੀ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਆਹ ਗੱਲ ਆ, ਇਹਦਾ ਬੱਚੇ ਦਾ ਪਿਤਾ ਸ਼ਹੀਦ ਹੋ ਗਿਆ, ਮਾਤਾ ਇਹਦੀ ਜੇਲ੍ਹ ਵਿੱਚ ਹੈ, ਮੈਂ ਇਹਦਾ ਨਾਨਾ ਹੈ ਤੇ ਮੈਂ ਇਹਨੂੰ ਪੜ੍ਹਨੇ ਪਾਉਣਾ। ਫਿਰ ਬਾਬਾ ਜੀ ਨੇ ਦੱਸਿਆ ਵੀ ਇਹਦਾ ਤੁਸੀਂ ਆਹ ਡਾਕੂਮੈਂਟ ਲਿਆਓ, ਪੰਚਾਇਤ ਕੋ ਆਹ ਚੀਜ਼ਾਂ ਲਿਖਾ ਕੇ ਲਿਆਓ ਤੇ ਅਸੀਂ ਦਾਖਲ ਕਰ ਲਵਾਂਗੇ। ਫਿਰ ਮੇਰੇ ਫਾਦਰ ਸਾਹਿਬ ਨੇ ਇੰਨੀ ਸਟਰਗਲ ਤੋਂ ਬਾਅਦ, ਇੰਨੀ ਮਿਹਨਤ ਤੋਂ ਬਾਅਦ ਉਹਨੂੰ ਬੜੂ ਸਾਹਿਬ ਪੜ੍ਹਨੇ ਪਾਇਆ। ਫਿਰ ਜਦੋਂ ਬੜੂ ਸਾਹਿਬ ਦੀ ਅਕੈਡਮੀ 'ਚ ਉਹਨੂੰ ਪੜ੍ਹਨੇ ਪਾਤਾ, ਫਿਰ ਮੈਨੂੰ ਜਾ ਕੇ ਦੱਸਿਆ ਤੇ ਮੇਰਾ ਮਨ, ਮੈਂ ਇੰਨੀ ਹੈਰਾਨ ਰਹਿ ਗਈ ਵੀ ਪਾਤਸ਼ਾਹ ਇਹਨਾਂ ਸ਼ਹੀਦਾਂ ਦੇ ਬੋਲ ਜਿਹੜੇ ਹੈਗੇ ਆ ਤੂੰ ਹੀ ਪੂਰੇ ਕਰਨੇ, ਉਹਨਾਂ ਦੀ ਸੋਚ ਨੂੰ ਤੂੰ ਹੀ ਪੂਰੀਆਂ ਕਰਨਾ। ਉਹ ਬੜਾ ਮੇਰੇ ਲਈ ਗੁਰੂ ਦੀ ਕਿਰਪਾ, ਗੁਰੂ ਤੇ
ਹੋਰ ਜ਼ਿਆਦਾ ਵਿਸ਼ਵਾਸ ਵਧਾਉਣ ਵਾਲੀ ਘਟਨਾ ਸੀਗੀ ਕਿ ਮੇਰਾ ਪਾਤਸ਼ਾਹ ਤੇ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਵਿਸ਼ਵਾਸ ਸੀ, ਹੋਰ ਜ਼ਿਆਦਾ ਵਿਸ਼ਵਾਸ ਵੱਧ ਗਿਆ ਕਿ ਮੈਂ ਬਹੁਤ ਬੇਫਿਕਰ ਹੋ ਗਈ ਕਵੀ ਦੀ ਪੜ੍ਹਾਈ ਤੋਂ। ਹੁਣ ਜਦੋਂ ਮੈਂ ਉਸ ਚੀਜ਼ ਤੋਂ ਬੇਫਿਕਰ ਹੋਈ, ਆਪਣੇ ਬੱਚੇ ਦੀ ਪੜ੍ਹਾਈ ਤੋਂ ਬੇਫਿਕਰ ਹੋਈ, ਤਾਂ ਮੈਨੂੰ ਫਿਰ ਬਾਕੀ ਸ਼ਹੀਦਾਂ ਦੇ ਬੱਚਿਆਂ ਦੀ ਵੀ ਚਿੰਤਾ ਲੱਗ ਗਈ ਸਤਾਉਣ। ਫਲਾਣਾ ਸਿੰਘ ਵੀ ਵਿਆਹਿਆ ਸੀ, ਉਹਦੇ ਬੱਚੇ ਪੜ੍ਹਦੇ ਹੋਣਗੇ ਕਿ ਨਹੀਂ, ਫਲਾਣੇ ਸਿੰਘ ਦਾ ਵੀ ਵਿਆਹ ਹੋਇਆ ਸੀ, ਉਹਦੇ ਬੱਚਿਆਂ ਦੀ ਕੀ ਹਾਲਤ ਹੋਏਗੀ। ਜਦੋਂ ਇਹ ਚੀਜ਼ਾਂ, ਇਹ ਵਿਚਾਰ ਪਰਮਾਤਮਾ ਹੀ ਮਨ 'ਚ ਲਿਆਉਣ ਵਾਲਾ ਹੁੰਦਾ, ਇਨਸਾਨ ਤਾਂ ਕੁਛ ਨਹੀਂ ਕਰਨ ਵਾਲਾ ਹੁੰਦਾ ਹੈ। ਤਾਂ ਜਦੋਂ ਇਹ ਵਿਚਾਰ ਮਨ 'ਚ ਆਉਣੇ ਸ਼ੁਰੂ ਹੋਏ ਤੇ ਆਪਣੇ ਆਪ ਜਿਹੜੀ ਜ਼ਿੰਦਗੀ ਸੀ, ਜਿਹੜੀ ਮੌਤ ਨੂੰ ਚੁਣ ਰਹੀ ਸੀ, ਮਰਨ ਬਾਰੇ ਸੋਚ ਰਹੀ ਸੀ, ਉਹ ਜ਼ਿੰਦਗੀ ਜਿਹੜੀ ਹੈਗੀ ਹੈ ਜਿਉਣ ਬਾਰੇ ਸੋਚਣ ਲੱਗ ਗਈ। ਕਿੰਨਾਂ ਦੇ ਲਈ ਜਿਉਣ ਬਾਰੇ? ਸ਼ਹੀਦਾਂ ਦੇ ਬੱਚਿਆਂ ਦੇ ਲਈ ਜਿਉਣ ਬਾਰੇ ਸੋਚਣ ਲੱਗ ਗਈ ਉਹ ਜ਼ਿੰਦਗੀ, ਕਿ ਜਿਉਣਾ ਹੈ ਆਪਣੇ ਲਈ ਨਹੀਂ ਜਿਉਣਾ, ਉਹਨਾਂ ਬੱਚਿਆਂ ਦੇ ਲਈ ਜਿਉਣਾ ਹੈ ਜਿਹੜੇ ਸਿੰਘ ਕੁਰਬਾਨੀਆਂ ਕਰਕੇ ਤੁਰ ਗਏ। ਉਹਨਾਂ ਨੂੰ ਪੜ੍ਹਾਉਣਾ ਵੀ ਆ, ਉਹਨਾਂ ਨੂੰ ਲਿਖਾਉਣਾ ਵੀ ਆ, ਉਹਨਾਂ ਨੂੰ ਕਾਮਯਾਬ ਵੀ ਕਰਨਾ ਹੈਗਾ। ਤੇ ਫਿਰ ਇਹ ਜਿਹੜੀ ਸੋਚ ਆ ਉਹ ਉਧਰ ਬਣਦੀ ਗਈ। ਤੇ ਜਿਸ ਟਾਈਮ 95 ਤੋਂ ਲੈ ਕੇ 96 ਦਾ ਜਿਹੜਾ ਟਾਈਮ ਸੀਗਾ, 95 ਵਿੱਚ ਇਹ ਸੋਚ ਜਿਹੜੀ ਸੀ ਪੂਰੇ ਤਰੀਕੇ ਦੇ ਨਾਲ ਬਣ ਚੁੱਕੀ ਸੀ ਕਿ ਘਰੇ ਨਹੀਂ ਵਾਪਸ ਜਾਣਾ, ਇਹ ਕੰਮ ਕਰਨਾ ਹੈ। ਤਾਂ ਉਸ ਤੋਂ ਬਾਅਦ ਫਿਰ ਜਿਹੜਾ 1 ਸਾਲ ਸੀਗਾ 95 ਤੋਂ 96 ਦਾ ਜਿਹੜਾ ਸਾਲ ਸੀਗਾ, ਉਹ ਬੜਾ ਔਖਾ ਸੀ ਜੇਲ੍ਹ ਵਿੱਚ ਕੱਟਣਾ ਮੇਰੇ ਲਈ। ਉਹ ਬਹੁਤ ਮੁਸ਼ਕਲ ਸੀਗਾ ਕਿਉਂਕਿ ਮੈਂ ਨਿਸ਼ਾਨੇ ਨੂੰ ਚੁਣ ਚੁੱਕੀ ਸੀਗੀ। ਤਾਂ ਫਿਰ ਮੈਨੂੰ ਲੱਗ ਰਿਹਾ ਸੀ, ਪਹਿਲਾਂ ਤਾਂ ਜੇਲ੍ਹ ਘਰ ਬਾਰ ਉਹ 'ਚ ਮੈਨੂੰ ਕੋਈ ਫਰਕ ਨਹੀਂ ਸੀ ਨਜ਼ਰ ਆਉਂਦਾ ਕਿ ਮੈਂ ਜੇਲ੍ਹ 'ਚ ਬੈਠੀ ਹਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਘਰ ਬੈਠੀ ਹਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਹ ਚੀਜ਼ਾਂ 'ਚ ਫਰਕ ਖਤਮ ਹੋ ਗਿਆ ਸੀ। ਪਰ ਜਿਹੜਾ ਆਖਰੀ ਸਾਲ ਸੀ ਉਹ ਫਿਰ ਫਰਕ ਇਹ ਸੀਗਾ, ਬਾਹਰ ਜਾਵਾਂਗੀ ਤੇ ਕੁਛ ਕਰਾਂਗੀ ਉਹਨਾਂ ਬੱਚਿਆਂ ਦੇ ਲਈ। ਜੇਲ੍ਹ 'ਚ ਬੈਠੀ ਤੇ ਟਾਈਮ ਖਰਾਬ ਹੋ ਰਿਹਾ। ਫਿਰ ਮੈਂ ਗੁਰੂ ਮਹਾਰਾਜ ਨੇ ਵਿਧ ਬਣਾਈ ਤੇ 1 ਮਹੀਨਾ ਪਹਿਲਾਂ ਜਦੋਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਵੀ ਹੁਣ ਤੇਰਾ ਇੱਕ ਕੇਸ ਰਹਿ ਗਿਆ ਜਿਹਦੇ ਚੋਂ ਜ਼ਮਾਨਤ ਜਲਦੀ ਹੋ ਜਾਵੇਗੀ, ਤਾਂ ਤੂੰ ਜਲਦੀ ਬਾਹਰ ਆ ਜਾਵੇਂਗੀ। ਤੇ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਮਨ ਦੀ ਗੱਲ ਦੱਸੀ। ਅਸੀਂ ਦਾਰ ਜੀ ਕਹਿੰਦੇ ਆਪਣੇ ਪਿਤਾ ਜੀ ਨੂੰ ਵੀ ਦਾਰ ਜੀ ਮੈਂ ਬਾਹਰ ਤਾਂ ਆ ਜਾਵਾਂਗੀ ਪਰ ਮੈਂ ਘਰੇ ਨਹੀਂ ਜੇ ਵਾਪਸ ਜਾਣਾ। ਕਹਿੰਦੇ ਕਿੱਥੇ ਜਾਣਾ ਹੈਗਾ? ਮੈਂ ਆਖਿਆ ਵੀ ਮੈਂ ਤਾਂ ਇਸ ਤਰ੍ਹਾਂ ਸ਼ਹੀਦ ਸਿੰਘਾਂ ਦੇ ਬੱਚਿਆਂ ਦੀ ਜਿਹੜੀ ਹੈ ਨਾ ਪੜ੍ਹਾਈ ਲਿਖਾਈ ਦਾ ਉਪਰਾਲਾ ਕਰਨਾ ਹੈ, ਮੈਂ ਉਹ ਬੱਚੇ ਪੜ੍ਹਾਉਣੇ ਹੈਗੇ। ਤਾਂ ਮੇਰੇ ਫਾਦਰ ਸਾਹਿਬ ਬਹੁਤ ਡੂੰਘੀ ਸੋਚ ਦੇ ਮਾਲਕ ਹੈਗੇ ਆ। ਇਸ ਗੱਲੋਂ ਵੀ ਮੈਂ ਬਹੁਤ ਖੁਸ਼ਕਿਸਮਤ ਹੈਗੀ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਜਿਸ ਮਾਤਾ ਪਿਤਾ ਦੇ ਘਰੇ ਪੈਦਾ ਕੀਤਾ ਉਹ ਆਮ ਨਹੀਂ, ਉਹ ਇਸ ਕੁਰਬਾਨੀ ਕਰਨ ਵਾਲੇ ਵੀ ਤੇ ਕੁਰਬਾਨੀ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਵੀ ਮਾਤਾ ਪਿਤਾ ਸੀ। ਔਰ ਮੇਰੇ ਪਿਤਾ ਜੀ ਨੇ ਜਿਸ ਟਾਈਮ ਮੈਂ ਖਾੜਕੂ ਮੂਵਮੈਂਟ ਵਿੱਚ ਆਉਣ ਦੇ ਲਈ ਆਪਣੇ ਪਿਤਾ ਜੀ ਨੂੰ ਸਵਾਲ ਪਾਇਆ ਸੀਗਾ ਕਿ ਤੁਹਾਡੀਆਂ 6 ਧੀਆਂ ਨੇਗੀਆਂ ਤੇ ਤੁਸੀਂ 1 ਧੀ ਕੌਮ ਨੂੰ ਦੇ ਦਿਓ, ਤੇ ਮੇਰੇ ਪਿਤਾ ਜੀ ਨੇ ਅੱਗੋਂ ਜਵਾਬ ਦਿੱਤਾ ਸੀਗਾ ਵੀ ਮਾਪੇ ਜਨਮ ਦੇ ਸਕਦੇ, ਕਰਮ ਪਰਮਾਤਮਾ ਨੇ ਦੇਣਾ ਹੋਊਗਾ। ਅਸੀਂ ਤੈਨੂੰ ਜਨਮ ਦੇ ਦਿੱਤਾ, ਹੁਣ ਕਰਮ ਜਿਵੇਂ ਦੇ ਤੇਰੇ ਹੋਣਗੇ, ਪਰ ਕੌਮ ਲਈ ਜਦੋਂ ਵੀ ਤੂੰ ਕੰਮ ਕਰੇਂਗੀ ਮੈਂ ਹਰ ਕਦਮ ਤੇ ਤੇਰੇ ਨਾਲ ਖਲੋਤਾ ਹੋਵਾਂਗਾ। ਤੇ ਮੇਰੇ ਫਾਦਰ ਸਾਹਿਬ ਅੱਜ ਤੱਕ ਮੇਰੇ ਨਾਲ ਖਲੋਤੇ ਨੇ। ਮੈਂ ਜਦੋਂ ਇਸ ਬਿਲਡਿੰਗ ਦਾ ਆਖਰੀ ਲੈਂਟਰ ਪਾ ਰਹੀ ਸਾਂ ਨਾ, ਲੈਂਟਰ ਵੱਡਾ ਸੀ, ਕਾਫੀ ਘੰਟੇ ਲੱਗ ਗਏ, 10-12 ਘੰਟੇ ਲੱਗ ਗਏ। ਤੇ ਮੇਰੇ ਫਾਦਰ ਸਾਹਿਬ ਹੁਣ ਬਹੁਤ ਬਜ਼ੁਰਗ ਹੋ ਚੁੱਕੇ ਆ। ਮਾਤਾ ਜੀ ਤੇ ਛੱਤ ਤੇ ਜਾ ਨਹੀਂ ਸਕਦੇ, ਉਹ ਜ਼ਿਆਦਾ ਤੁਰ ਫਿਰ ਨਹੀਂ ਸੀ ਸਕਦੇ। ਪਿਤਾ ਜੀ ਜਾ ਸਕਦੇ ਸੀ। ਤੇ ਪਿਤਾ ਜੀ ਸਵੇਰ ਤੋਂ ਲੈ ਕੇ ਲੈਂਟਰ ਪੈਣ ਤੱਕ ਐਂਡ ਤੱਕ ਕੁਰਸੀ ਤੇ ਹੀ ਬੈਠੇ ਰਹੇ। ਮੈਂ ਉਹਨਾਂ ਨੂੰ 2-4 ਵਾਰੀ ਕਿਹਾ ਵੀ ਤੁਸੀਂ ਥੱਲੇ ਜਾ ਕੇ ਰੈਸਟ ਕਰ ਲਓ, ਨਹੀਂ ਕਹਿੰਦੇ। ਇੱਕ ਤਾਂ ਉਹਨਾਂ ਨੂੰ ਲੈਂਟਰ ਦਾ ਵੀ ਚਾਅ ਸੀਗਾ ਤੇ ਸ਼ਾਇਦ ਇੱਕ ਮਨ ਵਿੱਚ ਉਹ ਵਾਅਦਾ ਵੀ ਪਗਾ ਰਹੇ ਸੀ ਕਿ ਹਰ ਕਦਮ ਤੇ ਮੇਰੇ ਨਾਲ ਖਲੋਣਾ ਹੈ। ਮੈਨੂੰ ਉਹ ਚੀਜ਼ਾਂ ਬਾਰ-ਬਾਰ ਇਮੋਸ਼ਨਲ ਵੀ ਕਰ ਰਹੀਆਂ ਸਨ ਕਿ ਮੇਰੇ ਪਿਤਾ ਜੀ ਵਾਕਿਆ ਹੀ ਤੁਸੀਂ ਜੋ ਕਿਹਾ ਉਹ ਪਗਾਇਆ ਹੈਗਾ। ਅੱਜ ਤੱਕ ਮੇਰੇ ਪਿਤਾ ਜੀ ਮੇਰੇ ਨਾਲ ਖਲੋਤੇ ਨੇ। ਉਹ ਲੈਂਟਰ ਸਾਰੇ ਜਿਹੜੇ ਹੋਰ ਵੀ ਮੈਂ ਸੱਦੇ ਸੀ ਨਾ, ਆਂਡੋ ਗਵਾਂਡੋ ਹੋਰ ਕਈ ਲੋਕ ਸੱਦੇ ਸੀ ਵੀ ਅੱਜ ਲੈਂਟਰ ਪੈਣਾ, ਕੋਈ ਲੋੜ ਪੈ ਜਾਂਦੀ ਆ, ਉਹ ਆਏ ਸੀਗੇ। ਕੋਈ 2 ਘੰਟੇ ਰਹਿ ਗਿਆ, ਕੋਈ 4 ਘੰਟੇ ਰਹਿ ਗਿਆ, ਕੋਈ 5 ਘੰਟੇ ਰਹਿ ਗਿਆ, ਪਰ ਮੇਰੇ ਪਿਤਾ ਜੀ ਜਿੰਨੇ ਘੰਟੇ ਲੈਂਟਰ ਪੈਂਦਾ ਰਿਹਾ ਉਨੀ ਟਾਈਮ ਮੇਰੇ ਨਾਲ ਹੀ ਖਲੋਤੇ ਰਹੇ, ਉੱਥੇ ਕੁਰਸੀ ਤੇ ਬੈਠੇ ਰਹੇ, ਉੱਥੇ ਹੀ ਉਹਨਾਂ ਨੇ ਖਾਧਾ ਪੀਤਾ ਸਾਰਾ ਕੁਝ, ਉੱਥੇ ਬੈਠੇ ਰਹੇ। ਇਦਾਂ ਦੇ ਪਿਓ ਦੀ ਮੈਂ ਧੀ ਹੈਗੀ ਆ। ਕੀ ਬਾਤ ਹੈ। ਤੁਸੀਂ ਆਪਣੇ ਸੁਪੁੱਤਰ ਦੀ ਗੱਲ ਕੀਤੀ, ਉਹਨਾਂ ਦਾ ਪੂਰਾ ਨਾਮ ਕੀ ਹੈ? ਉਸ ਦਾ ਪੂਰਾ ਨਾਮ ਜਿਹੜਾ ਹੈਗਾ ਕੰਵਰਦੀਪ ਸਿੰਘ ਹੈਗਾ। ਕੰਵਰਦੀਪ ਸਿੰਘ। ਹਾਂਜੀ। ਤੇ ਕੰਵਰਦੀਪ ਸਿੰਘ ਹੁਣ ਕੀ ਕਰ ਰਹੇ ਨੇ? ਹੁਣ ਇਸ ਟਾਈਮ ਉਹ ਬੀਐਡ ਕਰ ਰਿਹਾ ਹੈਗਾ ਵਾ। ਬੀਐਡ ਕਰ ਰਿਹਾ? ਹਾਂਜੀ, ਖਾਲਸਾ ਕਾਲਜ ਬੀਐਡ ਕਰ ਰਿਹਾ ਹੈਗਾ ਵਾ। ਵੈਸੇ ਉਹਦੀ ਮੈਰਿਜ ਮੈਂ ਕਰ ਦਿੱਤੀ ਹੈਗੀ ਆ, ਪਰ ਮੈਂ ਚਾਹੁੰਦੀ ਆ ਕਿ ਮੇਰੇ ਜਿਹੜੇ ਬੱਚੇ ਹੈਗੇ ਆ ਉਹ ਇਸ ਸੇਵਾ ਤੋਂ ਪਰੇ ਨਾ ਹਟਣ। ਆਮ ਕਾਰੋਬਾਰ ਕਰਕੇ ਰੋਜੀ ਰੋਟੀ ਕਮਾਉਣੀ, ਬਿਜ਼ਨਸ ਕਰਨੇ ਜਾਂ ਜੌਬ ਕਰਨੀ ਹਰ ਕੋਈ ਕਰਦਾ ਹੈਗਾ। ਮੈਂ ਚਾਹੁੰਦੀ ਆ ਅਕਾਲ ਪੁਰਖ
ਮੇਰੀਆਂ ਸਾਰੀਆਂ ਪੀੜ੍ਹੀਆਂ ਨੂੰ ਇਸ ਸੇਵਾ ਵਾਲੇ ਪਾਸੇ ਹੀ ਲਾ ਦੇਵੇ। ਜਿਹੜਾ ਸਕੂਲ ਬਣਾਇਆ ਇਹਨਾਂ ਬੱਚੀਆਂ ਦੇ ਲਈ, ਕਵਰਦੀਪ ਸਿੰਘ ਤੇ ਮੈਂ ਆਪਣੀ ਬੇਟੀ ਜਿਹੜੀ ਆ ਕਵਰਦੀਪ ਸਿੰਘ ਦੀ ਵਾਈਫ, ਉਹਨਾਂ ਦੋਨਾਂ ਨੂੰ ਉਸ ਸਕੂਲ ਦੀ ਜ਼ਿੰਮੇਵਾਰੀ ਸੌਂਪੀ ਹੋਈ ਆ। ਤਾਂ ਉਹਦੇ ਵਿੱਚ ਬੀਐਡ ਕਰਨੀ ਜ਼ਰੂਰੀ ਸੀਗੀ, ਕਿਉਂਕਿ ਬੀਐਡ ਦੀ ਜਿਹੜੀ ਬੱਚਿਆਂ ਨੂੰ ਸਟੱਡੀ ਦੀ ਨੌਲੇਜ ਹੈਗੀ, ਇੱਕ ਟ੍ਰੇਨਿੰਗ ਹੈਗੀ ਆ, ਟੀਚਰ ਟ੍ਰੇਨਿੰਗ ਹੈਗੀ ਆ। ਤਾਂ ਇਸ ਵਾਸਤੇ ਹੁਣ ਇਸ ਟਾਈਮ ਜਿਹੜਾ ਹੈਗਾ ਕਵਰ ਬੀਐਡ ਕਰ ਲਿਆ ਹੈਗਾ, ਕਿਉਂਕਿ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਸਕੂਲ ਨੂੰ ਦੇਖ ਸਕੂਗਾ, ਵਧੀਆ ਤਰੀਕੇ ਦੇ ਨਾਲ ਅਸੀਂ ਲਾਗੋਂ ਹੋਰ ਵੀ ਜਿਹੜੀਆਂ ਨੇ ਬੱਚੀਆਂ ਨੇ ਜਿਨ੍ਹਾਂ ਦੇ ਪਿਤਾ ਨਹੀਂ ਹੈਗੇ, ਉਹ ਘਰਾਂ 'ਚ ਰਹਿ ਕੇ ਵੀ ਇਸ ਸਕੂਲ ਵਿੱਚ ਜਿਹੜੀ ਹੈਗੀ ਸਸਤੀ ਤੇ ਵਧੀਆ ਵਿੱਦਿਆ ਜਿਹੜੀ ਉਹ ਹਾਸਿਲ ਕਰ ਸਕਣਗੀਆਂ। ਤੁਹਾਡੀ ਜਿਹੜੀ ਨੂੰਹ ਹੈ ਉਹ ਵੀ ਕਿਸੇ ਸ਼ਹੀਦ ਸਿੰਘ ਪਰਿਵਾਰ ਦੇ ਵਿੱਚੋਂ? ਹਾਂਜੀ ਜੀ, ਮੇਰੀ ਜਿਹੜੀ ਨੂੰਹ ਹੈਗੀ ਆ ਉਹ ਵੀ ਸ਼ਹੀਦ ਸਿੰਘ ਦੀ ਹੀ ਲੜਕੀ ਹੈਗੀ ਆ, ਤੇ ਉਹ ਵੀ ਕੁਰਬਾਨੀ ਵਾਲੇ ਪਰਿਵਾਰ ਵਿੱਚੋਂ ਹੀ ਹੈਗੀ ਆ, ਜਿਹਦੇ ਕੋਲੋਂ ਮੈਂ ਮੰਗ ਕੇ ਸਾਕ ਲਿਆ ਸੀਗਾ। ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਹੋਣਾ ਨੇ ਪਹਿਲਾਂ ਮੇਰੇ ਬੇਟੇ ਦੀ ਜਿਹੜੀ ਮੰਗਣੀ ਸੀ ਉਹ ਕਿਸੇ ਹੋਰ ਪਰਿਵਾਰ ਵਿੱਚ ਹੋਈ ਸੀ, ਫਿਰ ਕੁਝ ਕਾਰਨਾਂ ਕਰਕੇ ਉਹ ਮੰਗਣੀ ਜਿਹੜੀ ਹੈਗੀ ਆ ਉਹ ਅੱਧ 'ਚ ਸਾਨੂੰ ਤੋੜਨੀ ਪਈ। ਕੁਝ ਵਿਚਾਰਧਾਰਾ ਦੇ ਮਤਭੇਦ ਹੋ ਗਏ ਕਿ ਉਹ ਬਾਬੇ ਵਡਭਾਗ ਸਿੰਘ ਨੂੰ ਮੰਨਦੇ ਸੀ, ਸਾਨੂੰ ਪਹਿਲਾਂ ਨਹੀਂ ਸੀ ਪਤਾ ਹੈਗਾ, ਉਹ ਚੀਜ਼ਾਂ ਤੋਂ ਸਾਨੂੰ ਪਿੱਛੇ ਹਟਣਾ ਪਿਆ, ਕੁਝ ਸਾਡੇ ਵਿਚਾਰ ਨਹੀਂ ਮਿਲੇ। ਤਾਂ ਉਸ ਤੋਂ ਬਾਅਦ ਮੈਂ ਮੁਲਾਕਾਤ ਕਰਨ ਗਈ ਭਾਈ ਜਗਤਾਰ ਸਿੰਘ ਹਵਾਰਾ ਦੀ, ਤੇ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਭੈਣ ਜੀ ਤੁਹਾਡੇ ਘਰ ਸ਼ਹੀਦ ਸਿੰਘ ਦੀ ਬੱਚੀ ਹੀ ਜਿਹੜੀ ਹੈਗੀ ਉਹੀ ਆਉਣੀ ਚਾਹੀਦੀ ਆ, ਵੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਬਾਹਰ ਰਿਸ਼ਤਾ ਨਾ ਕਰੋ, ਕਿਸੇ ਸ਼ਹੀਦ ਸਿੰਘ ਦੀ ਬੱਚੀ ਵੱਲ ਹੀ ਆਪਣੇ ਬੱਚੇ ਦਾ ਰਿਸ਼ਤਾ ਕਰੋ ਤੇ ਮੈਨੂੰ ਜ਼ਿਆਦਾ ਖੁਸ਼ੀ ਹੋਏਗੀ। ਤਾਂ ਮੈਂ ਉਹਨਾਂ ਦੀ ਗੱਲ ਨੂੰ ਪੱਲੇ ਬੰਨ੍ਹ ਕੇ ਤਾਂ ਸ਼ਹੀਦ ਸਿੰਘ ਦੀ ਬੱਚੀ ਵੱਲ ਹੀ ਜਿਹੜਾ ਹੈਗਾ ਵਾ ਕਵਰਦੀਪ ਸਿੰਘ ਦਾ ਰਿਸ਼ਤਾ ਕੀਤਾ। ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਇਹ ਸੋਚ, ਹਾਂਜੀ, ਔਰ ਉਹਨਾਂ ਦਾ ਬਚਨ ਤੁਸੀਂ ਪੁਗਾ ਰਹੇ ਹੋ। ਬਿਲਕੁਲ ਬਿਲਕੁਲ ਠੀਕ ਹੈ। ਇੱਕ ਮੈਂ ਸੁਣਿਆ ਵੀ ਯੂਪੀ ਦੇ ਵਿੱਚ ਸ਼ਾਹਜਹਾਂਪੁਰ ਸ਼ਾਇਦ ਹਾਂਜੀ ਕੋਈ ਮੁਕਾਬਲਾ ਹੋਇਆ ਸੀ ਔਰ ਉਹਦੇ ਚੋਂ ਤੁਸੀਂ ਬਚ ਕੇ ਨਿਕਲੇ ਸੀਗੇ, ਉਸ ਮੁਕਾਬਲੇ ਬਾਰੇ ਥੋੜਾ ਦੱਸੋ। ਹਾਂਜੀ, ਅਸੀਂ ਸਵੇਰ ਦਾ ਹੀ ਟਾਈਮ ਸੀਗਾ, 5 ਮਈ 1999 ਦਾ ਸਾਲ ਸੀਗਾ। ਸਾਡੀ ਮੈਰਿਜ ਮਾਰਚ ਵਿੱਚ ਹੁੰਦੀ ਆ, ਅਪ੍ਰੈਲ ਤੇ ਮਈ ਸਾਲ 2-3 ਮਹੀਨੇ ਬਾਅਦ ਹੀ ਜਿਹੜਾ ਹੈਗਾ ਵਾ ਸਾਡਾ ਯੂਪੀ ਦੇ ਵਿੱਚ ਮੁਕਾਬਲਾ ਹੁੰਦਾ ਹੈਗਾ ਵਾ। ਸਵੇਰ ਦਾ ਟਾਈਮ ਸੀਗਾ, ਅੰਮ੍ਰਿਤ ਵੇਲਾ ਸੀ, ਅਸੀਂ ਇਸ਼ਨਾਨ ਕਰ ਲਏ ਸੀ ਦੋਨਾਂ ਜਾਣਿਆਂ ਨੇ। ਸਾਡੇ ਮਾਤਾ ਜੀ ਨੇ ਹਜੇ ਇਸ਼ਨਾਨ ਕਰਕੇ ਤੇ ਬੱਚੇ ਚੋਂ ਬਾਹਰ ਹੀ ਆਏ ਹੈਗੇ ਆ, ਤੇ ਮੇਰੇ ਮਦਰ ਇਨ ਲਾ ਜਿਹੜੇ ਕਾਸਤੀਵਾਲ ਵਾਲੇ ਮਾਤਾ ਜੀ, ਉਹ ਵਿਆਹ ਸਾਡੇ ਤੇ ਸ਼ਾਮਲ ਨਹੀਂ ਸੀ ਹੋਏ, ਤਾਂ ਇਸ ਕਰਕੇ ਉਹ ਜਿੱਦ ਕਰਦੇ ਸੀਗੇ ਕਿ ਮੈਨੂੰ ਦੇਖਣਾ ਹੈਗਾ, ਉਹਨਾਂ ਨੂੰ ਚਾਅ ਸੀਗਾ ਤੇ ਉਹ ਮਿਲਣ ਗਏ ਹੋਏ ਸੀਗੇ, ਉਸ ਬੈਕ ਦੇ ਉੱਤੇ ਹੀ ਆਏ ਹੋਏ ਸੀਗੇ। ਤਾਂ ਜਿਹੜੀ ਘਰ ਵਾਲੀ ਬੀਬੀ ਆ, ਅਸੀਂ ਇਸ ਤਰ੍ਹਾਂ ਖਲੋਤੇ ਹੋਏ ਆ ਰੇਡੀਓ ਦੇ ਉੱਤੇ, ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਦਾ ਦਰਬਾਰ ਸਾਹਿਬ ਦੀ ਬਾਣੀ ਚੱਲ ਰਹੀ ਆ, ਤਾਂ ਸਿੰਘ ਸਾਹਿਬ ਹਜੇ ਕਸ਼ਹਿਰੇ ਬਨਿਆਨ ਵਿੱਚ ਹੀ ਹੈਗੇ ਆ। ਤਾਂ ਮੈਂ ਅੰਦਰੋਂ ਕੱਪੜੇ ਲੈਣ ਆਉਂਦੀ ਆ ਤੇ ਸਿੰਘ ਸਾਹਿਬ ਮੈਨੂੰ ਕਹਿੰਦੇ ਕਿ ਨਹੀਂ ਪਹਿਲਾਂ ਹੁਕਮਨਾਮਾ ਸਾਹਿਬ ਸੁਣ ਲਓ। ਅਸੀਂ ਦੋਨੇ ਜਣੇ ਹੁਕਮਨਾਮਾ ਸਾਹਿਬ ਸੁਣ ਕੇ ਹਟੇ ਆ, ਤੇ ਉਹ ਬੀਬੀ ਨੇ ਆਣ ਕੇ ਦੱਸਿਆ, ਕਹਿੰਦੇ ਕਿ ਕੁਛ ਹਨੇਰਾ ਜਿਹਾ ਲੱਗ ਰਿਹਾ, ਕੁਛ ਨਾ ਗੜਬੜ ਲੱਗ ਰਹੀ ਹੈ, ਸਾਹਮਣੇ ਟ੍ਰੇਨ ਟਰੈਕ ਹੈਗਾ ਸੀਗਾ, ਰੇਲਵੇ ਲਾਈਨ ਸੀ, ਤੇ ਕਹਿੰਦੇ ਕੁਛ ਮੈਨੂੰ ਕਾਲਾ ਕਾਲਾ ਕੁਛ ਨਜ਼ਰ ਆ ਰਿਹਾ ਹੈਗਾ ਵਾ, ਹਨੇਰੇ 'ਚ ਪਤਾ ਨਹੀਂ ਸੀ ਲੱਗ ਰਿਹਾ। ਅਸੀਂ ਥੋੜ੍ਹੇ ਜਿਹੇ ਅੱਗੇ ਹੋ ਕੇ ਦੇਖਿਆ ਤੇ ਸਿੰਘ ਸਾਹਿਬ ਕਹਿੰਦੇ ਇਹ ਨਾ ਮੱਝਾਂ ਨੇਗੀਆਂ, ਅੱਜ ਮੱਸਿਆ ਦਾ ਦਿਹਾੜਾ ਹੈ, ਮੁਸਲਮਾਨ ਮੱਝਾਂ ਨਵਾਉਣ ਜਾਣ ਡੇ, ਮੈਨੂੰ ਲੱਗਦਾ ਹੈਗਾ ਵਾ ਵੀ ਕਾਲੀਆਂ ਕਾਲੀਆਂ ਕੁਛ ਨਜ਼ਰ ਆ ਰਿਹਾ। ਤਾਂ ਉਹ ਜਦੋਂ ਇੱਕਦਮ ਮੈਂ ਥੋੜ੍ਹੇ ਜਿਹੇ ਹੋਰ ਅੱਗੇ ਹੋ ਕੇ ਦੇਖਿਆ, ਉਹ ਖਿੱਲਰ ਰਹੇ ਹੈਗੇ ਆ। ਮੈਂ ਸਿੰਘ ਸਾਹਿਬ ਦੇ ਮੋਢੇ ਤੇ ਹੱਥ ਮਾਰ ਕੇ ਕਿਹਾ ਇਹ ਪੁਲਿਸ ਜੇ ਆਪਾਂ ਨੂੰ ਘੇਰਾ ਪੈ ਚੁੱਕਿਆ ਹੈਗਾ ਵਾ। ਇੰਨੇ ਟਾਈਮ 'ਚ ਮੈਨੂੰ ਨਹੀਂ ਪਤਾ ਲੱਗਾ ਕਿ ਅੰਦਰ ਸਾਡੇ ਕੋਲ ਇੱਕ 455 ਬੋਰ ਦਾ ਜਿਹੜਾ ਹੈਗਾ ਪਿਸਟਲ ਸੀਗਾ, ਇੰਨੀਆਂ 25 ਗੋਲੀਆਂ ਸੀ ਗੁਥਲੀ ਵਿੱਚ ਪਾਈਆਂ ਹੋਈਆਂ। ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਕਿਹੜੇ ਵੇਲੇ ਜਲਦੀ ਜਾ ਕੇ, ਤੇ ਉਹ ਮੈਨੂੰ ਸ਼ਾਇਦ ਸਿੰਘ ਸਾਹਿਬ ਨੇ ਕਿਹਾ ਕਿ ਅੰਦਰੋਂ ਲੈ ਕੇ ਆ, ਜਾਂ ਮੈਂ ਆਪਣੇ ਆਪ ਲਿਆਈ ਹਾਂ, ਮੈਨੂੰ ਹੁਣ ਯਾਦ ਨਹੀਂ ਹੈਗਾ। ਉਹ ਦੋਨੇ ਚੀਜ਼ਾਂ, ਉਹੀ ਇੱਕ ਛੋਟਾ ਜਿਹਾ ਹਥਿਆਰ ਸੀਗਾ ਸਾਡੇ ਕੋਲ, 455 ਬੋਰ ਦਾ ਜਿਹੜਾ ਹੈਗਾ ਪਿਸਟਲ ਸੀਗਾ, ਉਹ ਸੀਗਾ। ਤੇ ਅਸੀਂ ਛੇਤੀ ਉਹ ਜਿਹੜੀ ਬੀਬੀ ਹੈਗੀ ਆ ਜਿਨ੍ਹਾਂ ਦੇ ਘਰੇ ਸੀ, ਅਸੀਂ ਬਹੁਤ ਕੁਰਬਾਨੀ ਵਾਲਾ ਪਰਿਵਾਰ ਹੈ, ਮੈਨੂੰ ਅੱਜ ਤੱਕ ਵੀ ਉਹ ਪਰਿਵਾਰ ਮਿਲਦਾ ਹੈਗਾ ਵਾ। ਬਹੁਤ ਕਈ ਪਰਿਵਾਰ ਜਿਹੜੇ ਆ ਸਾਡੀਆਂ ਬਹਿਕਾਂ ਤੇ ਬਹੁਤ ਕੁਰਬਾਨੀ ਵਾਲੇ ਪਰਿਵਾਰ ਸੀਗੇ। ਉਹ ਬੀਬੀ ਨੇ ਛੇਤੀ ਕਿਹਾ ਕਿ ਤੁਸੀਂ ਦੋਨੇ ਜਾਣੇ ਪਿਛਲੇ ਪਾਸੇ ਤਾਣੀ ਨਿਕਲ ਜਾਓ। ਸਿੰਘ ਸਾਹਿਬ ਨੇ ਉਹਨਾਂ ਵੱਲ ਵੇਖਿਆ ਕਿ ਤੁਹਾਡਾ ਕੀ ਬਣੂਗਾ, ਉਹ ਨਜ਼ਰਾਂ ਨਾਲ ਹੀ ਗੱਲ ਹੋਈ ਨਾ, ਸਪੀਡ ਦੇ ਵਿੱਚ, ਬੜੀ ਸਪੀਡ 'ਚ, ਤੇ ਉਹਦਾ ਅੱਗੋਂ ਜਵਾਬ ਸੀ ਸਾਡਾ ਰੱਬ ਰਾਖਾ, ਤੁਸੀਂ ਨਿਕਲ ਜਾਓ। ਜਦੋਂ ਇੰਨੀ ਗੱਲ ਉਹਨੇ ਕਹੀ ਤੇ ਅਸੀਂ ਦੋਨੇ ਜਾਣੇ ਹੈਗੇ ਆ ਪਿਛਲੇ ਪਾਸੇ ਥਾਣੀ, ਜਿਹੜਾ ਕਿ ਖੁੱਲੀ ਦੀਵਾਰ ਨਹੀਂ ਸੀ, ਉਸ ਘਰ ਦੇ ਪਿਛਲੇ ਪਾਸੇ ਨੂੰ ਜਦੋਂ ਅਸੀਂ ਨਿਕਲ ਜਾਂਦੇ ਆ, ਅਸੀਂ ਹਜੇ ਥੋੜਾ ਜਿਹਾ ਹੀ ਅੱਗੇ ਜਾਂਦੇ ਹੈਗੇ ਆ ਤੇ ਅਗਲਾ ਘੇਰਾ ਫੇਰ ਸਾਨੂੰ ਪੈ ਗਿਆ। ਚਾਰੇ ਪਾਸੇ ਤੋਂ ਘਿਰੇ ਹੋਏ ਸੀ, ਸਾਨੂੰ ਕੁਝ ਪਤਾ ਨਹੀਂ ਸੀ ਹੈਗਾ ਕਿ ਕੀ ਬਣ ਗਿਆ ਹੈਗਾ। ਜਦੋਂ ਅਸੀਂ ਦੇਖਿਆ ਵੀ ਇਹ ਛੋਟਾ ਕਮਾਦ ਆਇਆ
ਤੇ ਇੱਕਦਮ ਜਦੋਂ ਉਹਨਾਂ ਨੇ ਸਾਨੂੰ ਘੇਰਾ ਪਾਇਆ ਤੇ ਉਹਨਾਂ ਨੇ ਅੱਗੋਂ ਸਾਨੂੰ ਲਲਕਾਰਿਆ ਵੀ ਹੱਥ ਖੜੇ ਕਰ ਦਿਓ। ਅਸੀਂ ਦੋਨੇ ਜਾਣੇ ਕਮਾਦ 'ਚ ਲੰਮੇ ਪੈ ਗਏ ਹਾਂ। ਜਦੋਂ ਲੰਮੇ ਪੈ ਗਏ ਸਿੰਘ ਸਾਹਿਬ ਨੇ ਛੇਤੀ ਛੇਤੀ ਮੇਰੇ ਕੋਲੋਂ ਹਥਿਆਰ ਮੰਗਿਆ। ਮੈਂ ਉਹਨਾਂ ਨੂੰ ਹਥਿਆਰ ਫੜਾ ਕੇ ਮੈਂ ਕਿਹਾ ਲੋਡ ਕਰ ਲਿਓ, ਲੋਡ ਨਹੀਂ ਜੀਗਾ। ਤਾਂ ਇੰਨੇ ਟਾਈਮ 'ਚ ਇਹਨਾਂ ਨੇ ਲੋਡ ਕਰਕੇ ਇਸ ਤਰ੍ਹਾਂ ਹੀ ਇਹਨਾਂ ਨੇ ਗੋਲੀ ਚਲਾ ਦਿੱਤੀ ਹੈਗੀ ਆ। ਜਦੋਂ ਗੋਲੀ ਚਲਾਈ ਆ ਤੇ ਗੋਲੀ ਜਿਹੜੀ ਆ ਦਰੋਗੇ ਦੇ ਲੱਗ ਗਈ ਹੈਗੀ ਆ। ਦਰੋਗਾ ਉਧਰ ਥਾਣੇਦਾਰ ਨੂੰ ਕਹਿੰਦੇ ਦਰੋਗਾ। ਹਾਂਜੀ ਹਾਂ। ਜਦੋਂ ਉਹਦੇ ਦਰੋਗੇ ਦੇ ਗੋਲੀ ਲੱਗ ਗਈ ਆ ਤੇ ਉਹ ਰੌਲਾ ਜਿਹਾ ਪੈ ਗਿਆ। ਜਦੋਂ ਰੌਲਾ ਪਿਆ ਤੇ ਸਿੰਘ ਸਾਹਿਬ ਮੈਨੂੰ ਕਹਿੰਦੇ ਵੀ ਉੱਠ ਕੇ ਭੱਜ। ਹੁਣ ਅਸੀਂ ਜਦੋਂ ਉੱਠ ਕੇ ਭੱਜੇ ਆ ਤੇ ਤੁਸੀਂ ਸੱਚ ਜਾਣਿਓ ਜਦੋਂ ਗੁਰੂ ਨੇ ਰੱਖਣਾ ਹੁੰਦਾ ਤੇ ਉਹ ਬੜਿਆਂ ਹੱਲਿਆਂ ਤੋਂ ਰੱਖ ਲੈਂਦਾ। ਗੋਲੀਆਂ ਦੀ ਛਾਂ ਇੰਝ ਲੱਗ ਰਹੀ ਵੀ ਜਿਵੇਂ ਸਾਡੇ ਕੰਨਾਂ ਦੇ ਕੋਲੋਂ ਦੀ ਜਾ ਰਹੀ ਹੈਗੀ। ਇਸ ਤਰੀਕੇ ਨਾਲ ਉਹਨਾਂ ਨੇ ਵਿਛਾੜ ਸਾਡੇ ਤੇ ਗੋਲੀਆਂ ਦੀ ਕੀਤੀ। ਬਸ ਫਰਕ ਕਿੰਨਾ ਕਿ 25-30 ਫੁੱਟ ਦੇ ਫਰਕ ਤੇ 25-30 ਫੁੱਟ ਦੇ ਫਰਕ ਦੇ ਅਸੀਂ ਮਾਰ ਹੇਠ ਸੀ ਉਹਨਾਂ ਦੇ। ਕੋਈ ਵੀ ਗੋਲੀ ਸਾਡੇ ਲੱਗ ਸਕਦੀ ਸੀ ਪਰ ਜਦੋਂ ਗੁਰੂ ਨੇ ਰੱਖਣਾ ਹੈਗਾ ਉਹਨੇ ਸੇਵਾ ਲੈਣੀ ਤੇ ਉਹ ਬਲਦੀ ਤੋਂ ਵੀ ਰੱਖ ਲਏਗਾ। ਅਸੀਂ ਜਦੋਂ ਭੱਜੇ ਤੇ ਸਿੰਘ ਸਾਹਿਬ ਦੇ ਇੱਕਦਮ ਪੈਰ ਅੜ ਕੇ ਬਾਜੀ ਪਿੱਲ ਗਈ ਆ। ਉਹਨਾਂ ਦਾ ਗਾਤਰਾ ਤੇ ਦਸਤਾਰ ਦੋਨੇ ਲੱਥ ਗਏ ਆ। ਜਦੋਂ ਮੈਂ ਭੱਜੇ ਜਾਂਦੇ ਹੀ ਇਸ ਤਰ੍ਹਾਂ ਇੱਕੋ ਹੀ ਹੱਥ ਦੇ ਨਾਲ ਗਾਤਰਾ ਵੀ ਫੜ ਲਿਆ ਤੇ ਦਸਤਾਰ ਵੀ ਫੜ ਲਈ ਹੈਗੀ ਉਹਨਾਂ ਦੀ। ਅਸੀਂ ਜਦੋਂ ਥੋੜਾ ਜਿਹਾ ਭੱਜੇ ਹੈਗੇ ਆ ਪਿੱਛੇ ਉਹਨਾਂ ਨੇ ਗੋਲੀ ਚਲਾਈ ਆ। ਅਸੀਂ ਕਾਫੀ ਅੱਗੇ ਗੋਲੀ ਦੀ ਮਾਰ ਤੋਂ ਸਪੀਡ 'ਚ ਅੱਗੇ ਲੰਘ ਗਏ ਹੈਗੇ ਆ। ਜਦੋਂ ਅਸੀਂ ਅੱਗੇ ਲੰਘ ਗਏ ਆ ਤੇ ਉਸ ਤੋਂ ਬਾਅਦ ਇੱਕ ਥੋੜੀ ਜਿਹੀ ਧਿਓੜੀ ਜਿਹੀ ਆਉਂਦੀ ਹੈਗੀ ਆ, ਉੱਲਾ ਜਿਹਾ ਆਉਂਦਾ ਤੇ ਸਿੰਘ ਸਾਹਿਬ ਕਹਿੰਦੇ ਵੀ ਹੁਣ ਇੱਥੋਂ ਨਿਕਲਿਆ ਨਹੀਂ ਜਾਣਾ ਸਾਡੇ ਕੋਲ। ਘੇਰਾ ਸਾਨੂੰ ਚਾਰੇ ਪਾਸੇ ਤੋਂ ਪੈ ਚੁੱਕਿਆ ਏ ਤੇ ਇੱਥੋਂ ਆਪਾਂ ਨਿਕਲ ਨਹੀਂ ਸਕਦੇ ਹੈਗੇ। ਇਹਨਾਂ ਨੇ ਵੈਸੇ ਲਲਕਾਰਿਆ ਉਹਨਾਂ ਪੁਲਿਸ ਵਾਲਿਆਂ ਨੂੰ। ਮੈਂ ਪਹਿਲੀ ਵਾਰੀ ਉਹ ਸੀਨ ਦੇਖਿਆ ਸੀ ਜਿਹੜਾ ਕਹਿੰਦੇ ਨਾ ਕੋਈ ਅਭੁੱਲ ਯਾਦ ਤੁਹਾਡੀਆਂ ਅੱਖਾਂ ਵਿੱਚ ਸਮਾ ਜਾਂਦੀ ਹੈਗੀ ਆ। ਉਹ ਅਭੁੱਲ ਯਾਦ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀਨ ਹੈਗਾ ਕਿ ਸਿੰਘ ਸਾਹਿਬ ਪੁਲਿਸ ਖਲੋਤੀ ਹੈਗੀ ਆ ਤੇ ਲਲਕਾਰ ਰਹੇ, ਬੜੀ ਜੁਰਤ ਦੇ ਨਾਲ ਕਹਿ ਰਹੇ ਆ ਵੀ ਆਓ ਤੁਹਾਨੂੰ ਦੱਸੀਏ ਸਿੰਘ ਕੀ ਹੁੰਦੇ ਨੇਗੇ, ਪੰਜਾਬੀ ਕੀ ਹੁੰਦੇ ਨੇ, ਮੇਰੀ ਮਾਰ ਹੇਠਾਂ ਤੇ ਆਓ, ਜਰਾ ਗੋਲੀ ਦੀ ਮਾਰ ਹੇਠਾਂ ਤੇ ਆਓ। ਪਰ ਉਹ ਸਾਰੇ ਹੀ ਲੰਮੇ ਪੈ ਜਾਂਦੇ ਆ। ਇਹ ਜੁਰਤ ਦੇ ਨਾਲ ਉੱਥੇ ਘੱਟ ਤੋਂ ਘੱਟ 5-7 ਮਿੰਟ ਉਹਨਾਂ ਨੂੰ ਲਲਕਾਰਦੇ ਰਹੇ ਆ। ਨਾਲ ਮੈਨੂੰ ਕਹਿੰਦੇ ਰਹੇ ਆ ਵੀ ਤੂੰ ਹੱਥ ਖੜੇ ਕਰ ਦੇ, ਨਿਕਲਿਆ ਨਹੀਂ ਜਾਣਾ ਹੈਗਾ ਤੇ ਮੈਂ ਆਖਰੀ ਗੋਲੀ ਆਪਣੇ ਆਪ ਨੂੰ ਮਾਰ ਕੇ ਖਤਮ ਕਰ ਲੈਣਾ ਤੇ ਮੈਂ ਜਿਉਂਦੇ ਨਹੀਂ ਇਹਨਾਂ ਦੇ ਹੱਥ ਆਉਣਾ। ਕਿਉਂਕਿ ਬੱਬਰਾਂ ਦੀ ਇੱਕ ਰੀਤ ਹੈਗੀ ਆ ਕਿ ਬੱਬਰ ਜਿਉਂਦੇ ਜੀ ਹੱਥ ਨਹੀਂ ਆਉਂਦੇ। ਔਰ ਡੇਲੀ ਅਰਦਾਸ ਦੇ ਵਿੱਚ ਵੀ ਸਿੰਘ ਸਾਹਿਬ ਦੀ ਇਹੀ ਦੋਨੇ ਟਾਈਮ ਅਰਦਾਸ ਹੁੰਦੀ ਸੀ ਕਿ ਪ੍ਰਮਾਤਮਾ ਜਿਉਂਦੇ ਜੀ ਇਹਨਾਂ ਦੁਸ਼ਟਾਂ ਦੇ ਮੈਂ ਹੱਥ ਨਾ ਆਵਾਂ। ਇਹ ਅਰਦਾਸ ਹੁੰਦੀ ਸੀ, ਸਾਰੇ ਹੀ ਬੱਬਰਾਂ ਦੀ ਅਰਦਾਸ ਹੁੰਦੀ ਕਿ ਜਿਉਂਦੇ ਜੀ ਅਸੀਂ ਹੱਥ ਨਾ ਆਈਏ। ਤਾਂ ਉਸ ਤੋਂ ਬਾਅਦ ਮੈਨੂੰ ਸਿੰਘ ਸਾਹਿਬ ਕਹਿੰਦੇ ਕਿ ਤੂੰ ਹੱਥ ਖੜੇ ਕਰ ਦੇ। ਮੈਂ ਕਿਹਾ ਵੀ ਮੈਂ ਹੱਥ ਖੜੇ ਨਹੀਂ ਕਰਨੇ ਹੈਗੇ, ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਹੱਥ ਖੜੇ ਕਰਨੇ। ਮੈਂ ਸੇਵਾ ਲਈ ਘਰੋਂ ਅਰਦਾਸ ਕੀਤੀ। ਮੈਨੂੰ ਆਪਣੀ ਅਰਦਾਸ ਜਿਹੜੀ ਸੀ ਉਹ ਚੇਤੇ ਆ ਰਹੀ ਸੀ ਕਿ ਮੈਂ ਜਦੋਂ ਘਰੋਂ ਤੁਰੀ ਸਾਂ ਮੈਂ ਆਪਣੇ ਮਨ 'ਚ ਇਹ ਚੀਜ਼ ਨੂੰ ਧਾਰਿਆ ਸੀਗਾ ਕਿ ਪ੍ਰਮਾਤਮਾ ਅੱਜ ਤੋਂ ਬਾਅਦ ਮੈਂ ਜਿਹੜੀ ਹੈਗੀ ਆ ਘਰੇਲੂ ਜ਼ਿੰਦਗੀ ਨਹੀਂ ਜੀਣੀ, ਮੈਂ ਕੌਮੀ ਜ਼ਿੰਦਗੀ ਜੀਣੀ ਹੈਗੀ ਆ। ਤੇ ਮੇਰਾ ਜਿਹੜਾ ਖੂਨ ਦਾ ਕਤਰਾ ਕਦਾ ਜਦੋਂ ਕੋਈ ਜੁਝਾਰੂ ਆਪਣਾ ਘਰ ਛੱਡਦਾ ਤੇ ਉਹ ਕੌਮ ਲਈ ਮਰਨ ਜਾਂਦਾ ਹੈਗਾ। ਉਹ ਮੌਤ ਨੂੰ ਯਾਦ ਕਰਕੇ ਮੌਤ ਆਪਣੀ ਕੌਮ ਲਈ ਸ਼ਹਾਦਤ ਕਰਨ ਲਈ ਘਰੋਂ ਛੱਡਦਾ। ਮੈਂ ਵੀ ਆਪਣੀ ਕੌਮ ਲਈ ਸ਼ਹਾਦਤ ਸ਼ਹੀਦ ਹੋਣ ਲਈ ਘਰ ਛੱਡਿਆ ਸੀ। ਆਹ ਜ਼ਿੰਦਗੀ ਆਹ ਸਾਰਾ ਕੁਝ ਇਸ ਬਾਰੇ ਨਾ ਮੈਂ ਸੋਚਿਆ ਸੀ ਨਾ ਮੈਨੂੰ ਪਤਾ ਸੀਗਾ। ਮੈਂ ਤੇ ਮਰਨ ਲਈ ਘਰੋਂ ਨਿਕਲੀ ਸਾਂ ਲੇਕਿਨ ਸੇਵਾ ਕਰਕੇ ਮਰਨ ਲਈ, ਇੱਕਦਮ ਨਹੀਂ। ਕਿਉਂਕਿ ਮੈਂ ਸੇਵਾ ਮੰਗੀ ਸੀ ਉਸ ਅਕਾਲ ਪੁਰਖ ਤੋਂ। ਹਾਲਾਂਕਿ ਮੇਰੀ ਉਦੋਂ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀ ਮੈਨੂੰ, ਪਰ ਮੈਨੂੰ ਇੰਨਾ ਪਤਾ ਸੀ ਵੀ ਮੈਂ ਜਦੋਂ ਇਹ ਫੈਸਲਾ ਕਰ ਰਿਹਾ ਸੀ ਤੇ ਮੈਂ ਹਰ ਸਾਹ ਦੇ ਨਾਲ ਅਰਦਾਸਾਂ ਕਰਦੀ ਸਾਂ ਵੀ ਪਾਤਸ਼ਾਹ ਮੇਰੀ ਝੋਲੀ ਵਿੱਚ ਸੇਵਾ ਪਾ। ਮੈਨੂੰ ਇੰਨਾ ਸਾਰਾ ਕੁਝ ਯਾਦ ਹੈਗਾ ਕਿ ਮੈਂ ਬਹੁਤ ਅਰਦਾਸਾਂ ਕਰ ਕਰਕੇ ਸੇਵਾ ਲਈ ਆ। ਤੇ ਮੈਂ ਸਿੰਘ ਸਾਹਿਬ ਨੂੰ ਕਿਹਾ ਕਿ ਨਹੀਂ ਆਪਾਂ ਸ਼ਹੀਦ ਨਹੀਂ ਹੁੰਦੇ। ਮੈਂ ਤੇ ਸੇਵਾ ਦੀ ਅਰਦਾਸ ਕੀਤੀ, ਅਕਾਲ ਪੁਰਖ ਨੇ ਸਾਡੇ ਤੋਂ ਸੇਵਾ ਲੈਣੀ ਆ। ਪਰ ਸਿੰਘ ਸਾਹਿਬ ਕਹਿੰਦੇ ਵੀ ਇਹ ਪੰਜਾਬ ਨਹੀਂ, ਇਹ ਯੂਪੀ ਆ, ਇੱਥੇ ਦੇ ਭਈਆਂ ਨਹੀਂ, ਸਾਡੇ ਕੋਲ ਹਥਿਆਰ ਹੀ ਨਹੀਂ ਹੈਗਾ, ਅਸਲਾ ਨਹੀਂ ਹੈਗਾ, ਅਸੀਂ ਲੜਨਾ ਕਾਹਦੇ ਨਾਲ ਆ। ਭਈਆਂ ਨੇ ਫੜ ਕੇ ਸਾਨੂੰ ਪੁਲਿਸ ਦੇ ਹਵਾਲੇ ਕਰ ਦੇਣਾ। ਤੇ ਇਸ ਕਰਕੇ ਮੈਨੂੰ ਉਹਨਾਂ ਨੇ ਬੜਾ ਸਮਝਾਇਆ। ਉਹਨਾਂ ਨੇ ਗੁੱਸੇ ਨਾਲ ਵੀ ਸਮਝਾਇਆ, ਪਿਆਰ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੱਥ ਖੜੇ ਕਰਨਾ। ਮੈਂ ਆਖਿਆ ਵੀ ਜੋ ਮਰਜ਼ੀ ਹੋ ਜਾਏ ਮੈਂ ਹੱਥ ਖੜੇ ਨਹੀਂ ਕਰਨੇ। ਮੈਂ ਇਹਨਾਂ ਦੇ ਸਾਹਮਣੇ, ਦੁਸ਼ਮਣ ਦੇ ਸਾਹਮਣੇ ਹੱਥ ਖੜੇ ਕਰਨ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਨਹੀਂ ਹੱਥ ਖੜੇ ਕਰਨੇ। ਵੀ ਜੋ ਹੋਊਗਾ ਵੇਖੀ ਜਾਊਗੀ, ਵੀ ਆਪਾਂ ਇੱਥੋਂ ਨਿਕਲ ਸਕਦੇ ਹੈਗੇ ਆ, ਆਪਾਂ ਭੱਜੀਏ, ਆਪਾਂ ਕੋਸ਼ਿਸ਼ ਕਰੀਏ। ਸਿੰਘ ਸਾਹਿਬ ਇੱਕ ਹਿਸਾਬ ਨਾਲ ਉੱਥੇ ਉਹਦਾ ਓਟ ਲੈ ਕੇ ਖਲੋ ਗਏ ਹੀ ਮੁਕਾਬਲਾ ਕਰਨ ਦੇ ਲਈ। ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਭੱਜਣਾ ਹੈਗਾ, ਜਿੰਨੀ ਦੇਰ ਤੱਕ ਆਪਾਂ ਭੱਜ ਸਕਦੇ ਹਾਂ ਆਪਾਂ ਨਿਕਲਾਂਗੇ, ਆਪਾਂ ਨੇ ਨਿਕਲ ਜਾਣਾ ਇੱਥੋਂ। ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਕਹੀ ਗਈ। ਪਰ ਸਿੰਘ ਸਾਹਿਬ ਕਹਿੰਦੇ ਸੀ ਵੀ ਨਹੀਂ ਨਿਕਲਿਆ ਜਾਣਾ। ਵੀ ਇੱਕ ਤਾਂ ਸਾਡੇ ਕੋਲ ਹਥਿਆਰ ਹੈ ਨਹੀਂ ਆ, ਇੱਕ ਦਿਨ ਚਿੱਟਾ ਚੜ ਗਿਆ ਹੈਗਾ ਵਾ, ਇੱਕ ਪੈਰ ਸਾਡੇ ਨੰਗੇ ਹੀ, ਕਣਕਾਂ ਵੱਡੀਆਂ ਸੀ ਤੇ ਚਰੀ ਦੇ ਬੁੱਥੇ ਬਹੁਤ ਸਾਡੇ, ਚਰੀ ਨਹੀਂ ਸੌਰੀ ਜਿਹੜੀ ਹੁੰਦੀ ਆ
ਸਰੋਂ ਦੇ ਬੁੱਥੇ ਬਹੁਤ ਵੱਡੇ ਵੱਡੇ ਸੀ, ਜਿਹੜੇ ਮੇਰੇ ਪੈਰਾਂ 'ਚ ਹਜੇ ਤੱਕ ਮੇਰੇ ਜ਼ਖਮ ਹੈਗੇ, ਉਹ ਪੈਰਾਂ ਦੇ ਜਿਹੜੇ ਨਿਸ਼ਾਨ ਹੈਗੇ ਜ਼ਖਮਾਂ ਦੇ, ਬਹੁਤ ਵੱਡੇ ਵੱਡੇ ਜਿਹੜੇ ਬੁੱਥੇ ਹੈਗੇ ਸਾਡੇ ਪੈਰਾਂ ਨੂੰ ਲੱਗ ਰਹੇ ਸੀਗੇ। ਬਹੁਤ ਬੁਰੀ ਹਾਲਤ ਵਿੱਚ ਸਾਨੂੰ ਭੱਜਣਾ ਪੈ ਰਿਹਾ ਸੀਗਾ। ਫਿਰ ਅਸੀਂ ਜਦੋਂ ਭੱਜਦੇ ਸੀ, ਜਦੋਂ ਇੱਕ ਜਗ੍ਹਾ ਤੇ ਖਲੋ ਜਾਂਦੇ ਸੀ ਤੇ ਜਿੰਨੀ ਵੀ ਪੁਲਿਸ ਫੋਰਸ ਸੀ ਸਾਰੀ ਲੰਮੀ ਪੈ ਜਾਂਦੀ ਸੀ। ਜਦੋਂ ਅਸੀਂ ਉੱਠ ਕੇ ਭੱਜਦੇ ਸੀ ਤੇ ਉਹ ਫਿਰ ਸਾਡੇ ਪਿੱਛੇ ਗੋਲੀਆਂ ਚਲਾਉਂਦੇ ਸੀ। ਸਿੰਘ ਸਾਹਿਬ ਬੜੀ ਰਣਨੀਤੀ ਦੇ ਨਾਲ ਗੋਲੀ ਚਲਾ ਰਹੇ ਸੀ, ਬਹੁਤ ਘੱਟ ਫਾਇਰਿੰਗ ਕਰ ਰਹੇ ਸੀਗੇ, ਉਹ ਗੋਲੀਆਂ ਨੂੰ ਬਚਾ ਕੇ ਰੱਖਣਾ ਚਾਹ ਰਹੇ ਸੀਗੇ। ਇੱਕ ਟਾਈਮ ਤੇ ਸਿੰਘ ਸਾਹਿਬ ਨੇ ਮੈਨੂੰ ਕਿਹਾ ਕਿ ਗੋਲੀਆਂ ਵਾਲੀ ਗੁੱਥਲੀ ਤੇਰੇ ਕੋਲ ਹੈ? ਮੈਂ ਕਿਹਾ ਹਾਂਜੀ ਮੇਰੇ ਕੋਲ ਹੈਗੀ ਆ। ਤਾਂ ਮੇਰੇ ਮਨ 'ਚ ਮੈਨੂੰ ਕਹਿੰਦੇ ਮੈਨੂੰ ਗੁੱਥਲੀ ਫੜਾ ਦੇ। ਮੈਂ ਛੇਤੀ ਉਹ ਦੋ ਗੋਲੀਆਂ ਵਿੱਚੋਂ ਕੱਢ ਕੇ ਤੇ ਮੈਂ ਲੁਕਾ ਲਈਆਂ। ਮੈਂ ਕਿਹਾ ਵੀ ਇਹ ਨਾ ਹੋਏ ਕਿ ਸਿੰਘ ਸਾਹਿਬ ਜਿਹੜੇ ਹੈਗੇ ਆ ਸਾਰੀਆਂ ਗੋਲੀਆਂ ਖਤਮ ਕਰਕੇ ਤੇ ਆਖਰੀ ਗੋਲੀ ਆਪਣੇ ਆਪ ਨੂੰ ਮਾਰ ਲੈਣ ਤੇ ਇਹ ਸੋਚਣ ਵੀ ਹੁਣ ਇਹ ਕਿਸ ਤਰ੍ਹਾਂ ਮਰੇਗੀ। ਤੇ ਮੈਂ ਉਹ 2 ਗੋਲੀਆਂ ਆਪਣੇ ਆਪ ਨੂੰ ਮਾਰਨ ਦੇ ਲਈ ਇੱਕ ਸਾਈਡ ਤੇ ਰੱਖ ਲਈਆਂ ਵੀ ਜੇ ਇਹੋ ਜਿਹੀ ਸਟੇਜ ਆਉਂਦੀ ਆ ਤੇ ਮੈਂ ਵੀ ਮਰਨਾ ਕਬੂਲ ਹੈ, ਪਰ ਦੁਸ਼ਮਣ ਅੱਗੇ ਹੱਥ ਖੜੇ ਨਹੀਂ ਕਰਨੇ ਹੈਗੇ, ਜੋ ਮਰਜ਼ੀ ਹੋ ਜਾਵੇ। ਨਾਲੇ ਅਸੀਂ ਭੱਜੇ ਜਾ ਰਹੇ ਹਾਂ, ਨਾਲੇ ਅਸੀਂ ਵਿੱਚ ਖਲੋ ਕੇ ਕਈ ਵਾਰੀ ਘੱਟ ਸਪੀਡ ਕਰਕੇ, ਕਿਉਂਕਿ ਪੁਲਿਸ ਵਾਲੇ ਹੁਣ ਪਿੱਛੇ ਸਾਡੀ ਮਾਰ ਤੋਂ ਪਿੱਛੇ ਹੀ ਰਹਿ ਰਹੇ ਆ, ਉਹ ਜ਼ਿਆਦਾ ਅੱਗੇ ਨਹੀਂ ਆ ਰਹੇ, ਪਰ ਸਾਡਾ ਖਹਿੜਾ ਵੀ ਨਹੀਂ ਛੱਡ ਰਹੇ ਹੈਗੇ। ਲਗਾਤਾਰ ਕਈ ਘੰਟਿਆਂ 'ਚ ਇਹ ਜਿਹੜਾ ਮੁਕਾਬਲਾ ਚੱਲ ਰਿਹਾ। ਫਿਰ ਇੱਕ ਡਰੇਨ ਆਉਂਦੀ ਆ, ਅਸੀਂ ਡਰੇਨ ਦੇ ਵਿੱਚ ਬਹੁਤ ਜ਼ਿਆਦਾ ਭੱਜੇ ਹੈਗੇ ਆ। ਕਈ ਕਿਲੋਮੀਟਰ ਭੱਜਣ ਤੋਂ ਬਾਅਦ ਜਦੋਂ ਅਸੀਂ ਡਰੇਨ ਸੁੱਕੀ ਸੀ, ਜਦੋਂ ਅਸੀਂ ਉੱਪਰ ਉੱਠਦੇ ਹਾਂ ਤੇ ਪੁਲਿਸ ਫਿਰ ਸਾਡੇ ਸਾਹਮਣੇ ਹੈਗੀ ਆ। ਉਹਨਾਂ ਨੇ ਫਿਰ ਨਹੀਂ ਸਾਡਾ ਪਿੱਛਾ ਛੱਡਿਆ, ਉਹਨਾਂ ਨੇ ਪਿੱਛੋਂ ਦੇਖ ਲਿਆ ਵੀ ਕਿਹੜੀ ਸਾਈਡ ਨੂੰ ਜਾ ਰਹੇ ਆ। ਅੱਗੋਂ ਹੋਰ ਫੋਰਸਾਂ ਵੀ ਘੇਰਾ ਪਾਈ ਜਾ ਰਹੀਆਂ ਨੇ। ਮੈਨੂੰ ਤੇ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੰਨਾ ਵੱਡਾ, ਸਿੰਘ ਸਾਹਿਬ ਕਹਿੰਦੇ ਹੁੰਦੇ ਕਿ ਮੇਰੀ ਜ਼ਿੰਦਗੀ ਦਾ ਉਹ ਸਭ ਤੋਂ ਵੱਡਾ ਮੁਕਾਬਲਾ ਸੀਗਾ, ਜਿਹਦੇ ਵਿੱਚ ਮੇਰੇ ਵੱਲੋਂ ਕਹਿੰਦੇ ਹੁੰਦੇ ਆ, ਆਮ ਸਿੰਘਾਂ ਨੂੰ ਦੱਸਦੇ ਹੁੰਦੇ ਸੀ ਕਿ ਜੇ ਇਹ ਸੰਦੀਪ ਕੌਰ ਨਾਲ ਨਾ ਹੁੰਦੀ ਤੇ ਮੈਂ ਉੱਥੇ ਸ਼ਹੀਦੀ ਪਾ ਜਾਣੀ ਸੀਗੀ। ਵੀ ਇਹੀ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਆਪਾਂ ਭੱਜਣਾ ਹੈ, ਆਪਾਂ ਨਿਕਲਣਾ ਹੈਗਾ ਵਾ। ਫਿਰ ਉਸ ਤੋਂ ਬਾਅਦ ਸੜਕ ਆਉਂਦੀ ਹੈਗੀ ਆ, GT ਰੋਡ ਆਉਂਦੀ ਹੈਗੀ। ਸਿੰਘ ਸਾਹਿਬ ਕਹਿੰਦੇ ਵੀ ਨਹੀਂ ਹੁਣ ਆ GT ਰੋਡ ਤੇ ਆਪਾਂ ਕਿਸੇ ਨਾ ਕੋਈ ਵਾਹੀਕਲ ਆਪਾਂ ਨੂੰ ਕੋਈ ਨਾ ਕੋਈ ਮਿਲ ਜਾਏਗਾ ਤੇ ਆਪਾਂ ਕੋਈ ਨਾ ਕੋਈ ਟਰੱਕ ਤੇ ਬਹਿ ਕੇ ਤੇ ਨਿਕਲ ਜਾਵਾਂਗੇ। ਪਰ ਅਸੀਂ ਉੱਥੇ 2-4 ਮਿੰਟ ਜਦੋਂ ਖਲੋਨੇ ਆ ਤੇ ਉਹ ਦੋਨਾਂ ਸਾਈਡਾਂ ਤੋਂ ਟ੍ਰੈਫਿਕ ਬੰਦ ਕਰ ਦਿੱਤੀ ਪੁਲਿਸ ਨੇ। ਉਧਰੋਂ ਵੀ ਕੋਈ ਚੀਜ਼ ਨਹੀਂ ਆ ਰਹੀ, ਉਧਰੋਂ ਵੀ ਕੋਈ ਚੀਜ਼ ਨਹੀਂ ਆ ਰਹੀ ਹੈਗੀ। ਜਦੋਂ ਟ੍ਰੈਫਿਕ ਬੰਦ ਕਰ ਦਿੱਤੀ ਹੈਗੀ ਆ ਤਾਂ ਉਨੇ ਟਾਈਮ ਤੱਕ ਇੱਕ ਪਪੂਲਰਾਂ ਦਾ ਖੇਤ ਹੁੰਦਾ, ਉੱਥੇ ਸਿੰਘ ਸਾਹਿਬ ਹੁਣ ਦਾ ਧਿਆਨ ਪੈਂਦਾ ਹੈਗਾ। ਉਸ ਤੋਂ ਬਾਅਦ ਸਿੰਘ ਸਾਹਿਬ ਕਹਿੰਦੇ ਵੀ ਆਪਾਂ ਇਸ ਖੇਤ ਵਿੱਚ ਬੈਠ ਜੰਨੇ ਆ ਤੇ ਵੱਧ ਤੋਂ ਵੱਧ ਪੁਲਿਸ ਫੋਰਸਾਂ ਸਾਨੂੰ ਸਾਈਡਾਂ ਤੋਂ ਘੇਰਾ ਪਾ ਲੈਣਗੀਆਂ। ਥੋੜੀ ਕੀਤਿਆਂ ਇਹਨਾਂ ਨੇ ਸਾਡੇ ਲਾਗੇ ਤਾਂ ਆਉਣਾ ਨਹੀਂ ਹੈਗਾ ਤੇ ਆਪਾਂ ਵੱਧ ਤੋਂ ਵੱਧ ਇੱਥੇ ਚੌਪਈ ਸਾਹਿਬ ਦੇ ਪਾਠ ਕਰਦੇ ਹੈਗੇ, ਕਿਉਂਕਿ ਸਿੰਘ ਜਿਹੜੇ ਸੀ ਜ਼ਿਆਦਾ ਚੌਪਈ ਸਾਹਿਬ ਦੇ ਹੀ ਪਾਠ ਕਰਦੇ ਹੁੰਦੇ ਸੀ। ਤੇ ਆਪਾਂ ਵੱਧ ਤੋਂ ਵੱਧ ਹੁਣ ਆਖਰੀ ਟਾਈਮ ਜਿਹੜਾ ਰੱਬ ਨੂੰ ਧਿਆ ਲਈਏ, ਜਿੰਨਾ ਵੀ ਆਪਣੇ ਕੋਲ ਜਿੰਨਾ ਵੀ ਸਾਨੂੰ ਵਕਤ ਮਿਲੇਗਾ ਆਪਾਂ ਆ ਕੇ। ਫਿਰ ਮੈਨੂੰ ਸਿੰਘ ਸਾਹਿਬ ਨੇ ਇਹ ਵੀ ਹਦਾਇਤ ਕੀਤੀ ਕਿ ਇਸ ਟਾਈਮ ਤੂੰ ਕਿਸੇ ਹੋਰ ਵੱਲ ਧਿਆਨ ਨਹੀਂ ਕਰਨਾ, ਸਿਰਫ ਤੇ ਸਿਰਫ ਗੁਰਬਾਣੀ ਵਾਲੇ ਪਾਸੇ ਧਿਆਨ ਕਰਨਾ ਹੈਗਾ ਵਾ। ਇਹਨਾਂ ਨੇ ਗੁਰਬਾਣੀ ਦੀ ਤੁਕ ਵੀ ਮੈਨੂੰ ਸਮਝਾਈ ਵੀ ਇਸ ਟਾਈਮ ਜੇ ਆਪਾਂ ਆਹ ਚੀਜ਼ ਨੂੰ ਯਾਦ ਕਰਾਂਗੇ ਤੇ ਐਸ ਜੂਨੇ ਪਾਵਾਂਗੇ, ਇਸ ਕਰਕੇ ਆਪਾਂ ਸਿਰਫ ਰੱਬ ਵਾਲੇ ਪਾਸੇ ਹੀ ਧਿਆਨ ਕਰਨਾ ਹੈਗਾ। ਅੰਤਕਾਲ ਨਾਰਾਇਣ ਸਿਮਰਨ। ਹਾਂਜੀ, ਤਾਂ ਇਹਨਾਂ ਨੇ ਮੈਨੂੰ ਵੀ ਸਮਝਾਇਆ ਕਿ ਰੱਬ ਦਾ ਹੀ। ਇਸ ਤੋਂ ਇਲਾਵਾ ਕਈ ਵਾਰੀ ਸਿੰਘ ਸਾਹਿਬ ਜਦੋਂ ਕਿਸੇ ਮੁਕਾਬਲੇ ਵਿੱਚ ਨਿਕਲ ਕੇ ਆਉਂਦੇ ਹੁੰਦੇ ਸੀ ਤੇ ਮੈਂ ਸਿੰਘ ਸਾਹਿਬ ਨੂੰ ਸਵਾਲ ਕਰਦੀ ਹੁੰਦੀ ਸੀ ਵੀ ਜਦੋਂ ਦੱਸਦੇ ਵੀ ਹੁਣ ਇਸ ਟਾਈਮ ਲੱਗਾ ਸੀ ਵੀ ਆਖਰੀ ਸਮਾਂ ਆ ਗਿਆ ਹੈਗਾ ਵਾ, ਤੇ ਮੈਂ ਕਹਿੰਦੀ ਹੁੰਦੀ ਤੁਹਾਨੂੰ ਮੇਰੀ ਯਾਦ ਆਈ, ਜਾਂ ਤੁਹਾਨੂੰ ਬੇਟੇ ਕਵੀ ਬਾਰੇ ਕਹਿੰਦੀ ਹੁੰਦੀ ਤੁਹਾਨੂੰ ਉਹਦੀ ਯਾਦ ਆਈ ਵੀ ਤੁਸੀਂ ਹੁਣ ਤੁਹਾਡਾ ਅੰਤ ਸਮਾਂ ਆ ਗਿਆ। ਮੈਂ ਜਾਣ ਕੇ ਮਜ਼ਾਕ ਨਾ ਕਹਿੰਦੀ ਉਹਨਾਂ ਨੂੰ। ਤੇ ਇਹ ਹਮੇਸ਼ਾ ਇਹੋ ਕਹਿੰਦੇ ਕਿ ਨਹੀਂ, ਜਦੋਂ ਅੰਤਮ ਸਮਾਂ ਆਉਣਾ ਹੈ ਉਦੋਂ ਸਿਰਫ ਤੇ ਸਿਰਫ ਅਕਾਲ ਪੁਰਖ ਵਾਲੇ ਪਾਸੇ ਹੀ ਧਿਆਨ ਰੱਖਣਾ ਹੈਗਾ ਵਾ। ਤੂੰ ਵੀ ਅਕਾਲ ਪੁਰਖ ਵਾਲੇ ਪਾਸੇ ਹੀ ਧਿਆਨ ਰੱਖਣਾ ਤੇ ਮੈਂ ਵੀ ਅਕਾਲ ਪੁਰਖ ਵਾਲੇ ਪਾਸੇ ਹੀ ਧਿਆਨ ਰੱਖਣਾ ਹੈਗਾ। ਬਹੁਤ ਹੀ ਜ਼ਿਆਦਾ ਧਾਰਮਿਕ ਬਿਰਤੀ ਦੇ ਸੀਗੇ ਸਿੰਘ ਸਾਹਿਬ। ਤੇ ਇਸ ਤਰੀਕੇ ਦੇ ਨਾਲ ਅਸੀਂ ਫਿਰ ਅੱਗੇ, ਬੜੀ ਲੰਬੀ ਸਟੋਰੀ ਹੈਗੀ ਆ। ਫਿਰ ਉਸ ਤੋਂ ਬਾਅਦ ਸਾਹਮਣੇ ਸਾਨੂੰ ਇੱਕ ਘਰ ਨਜ਼ਰ ਆ ਜਾਂਦਾ ਹੈਗਾ। ਜਦੋਂ ਸਿੰਘ ਸਾਹਿਬ ਦਾ ਘਰ ਵਾਲੇ ਪਾਸੇ ਧਿਆਨ ਪੈਂਦਾ ਤੇ ਸਿੰਘ ਸਾਹਿਬ ਕਹਿੰਦੇ ਵੀ ਹੁਣ ਨਹੀਂ ਤੂੰ ਘਬਰਾਉਣਾ, ਪੰਜਾਬੀਆਂ ਦਾ ਘਰ ਆ, ਆਪਾਂ ਇੱਥੋਂ ਕੋਈ ਹੁਣ ਚੀਜ਼ ਲੈ ਕੇ ਨਿਕਲ ਜਾਵਾਂਗੇ। ਅਸੀਂ ਉਸ ਜਦੋਂ ਘਰ ਵਿੱਚ ਜਾਂਦੇ ਹਾਂ, ਉੱਥੇ ਘਰ ਵਿੱਚ ਇੱਕ ਬਜ਼ੁਰਗ ਸੀ ਬਾਹਰ ਹੀ, ਤਾਂ ਬਜ਼ੁਰਗ ਨੂੰ ਕਿਹਾ ਵੀ ਸਾਨੂੰ ਕੁਛ ਦਿਓ, ਸਾਧਨ ਦਿਓ ਕੋਈ, ਅਸੀਂ ਇੱਥੋਂ ਨਿਕਲਣਾ। ਉਹਨੇ ਸਾਡੇ ਵਾਲ ਖਿਲਰੇ ਸੀ, ਜ਼ਬਾਨਾਂ ਸਾਡੀਆਂ ਬਾਹਰ ਲਟਕੀਆਂ ਸੀ, ਭੱਜ ਕੇ ਪਤਾ ਨਹੀਂ ਕਿੰਨੇ ਕਿਲੋਮੀਟਰ ਅਸੀਂ ਭੱਜੇ, ਬੁਰੀ ਸਾਡੀ ਹਾਲਤ ਸੀਗੀ। ਤਾਂ ਉਹਨੇ ਜਦੋਂ ਦੇਖਿਆ ਕਿ ਇਹਨਾਂ ਦੀ ਹਾਲਤ ਬਹੁਤ ਖਰਾਬ ਹੈਗੀ ਆ, ਉਹ ਕਹਿੰਦਾ ਸਾਡੇ ਕੋਲ ਕੁਛ ਨਹੀਂ ਹੈਗਾ। ਨੁੱਕਰ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਸਕੂਟਰੀ ਲੱਗੀ ਹੋਈ ਸੀ। ਜਦੋਂ ਮੇਰਾ ਧਿਆਨ ਪਿਆ ਤੇ ਮੈਂ ਸਿੰਘ ਸਾਹਿਬ ਨੂੰ ਕਿਹਾ ਵੀ ਉਹ ਸਕੂਟਰੀ ਲੱਗੀ ਹੋਈ ਆ, ਤੁਸੀਂ ਸਕੂਟਰੀ ਲੈ ਆਓ। ਸਿੰਘ ਸਾਹਿਬ ਛੇਤੀ ਸਕੂਟਰੀ ਲੈ ਆਏ। ਤਾਂ ਜਦੋਂ ਉਹ ਲਿਆਏ ਤਾਂ ਬਾਪੂ ਜਿਹੜਾ ਬੋਲੀ ਜਾ ਰਿਹਾ ਵੀ ਤੁਸੀਂ ਨਾ ਖੜਿਓ ਜੇ ਉਹਨੂੰ ਪਤਾ ਨਹੀਂ ਸੀ ਕੌਣ ਹੈਗੇ ਆ। ਤਾਂ ਮੈਨੂੰ ਹੁਣ ਆਪਣੇ ਅਲਫਾਜ਼ਾਂ ਤੇ ਹਾਸਾ ਵੀ ਆਉਂਦਾ। ਮੈਂ ਬਾਪੂ ਨੂੰ ਕਿਹਾ, ਬਾਪੂ ਅਸੀਂ ਤਾਂ ਮਰੇ ਆ, ਤੇਰੀ ਵੀ ਖੋਪਰੀ ਖੋਲ ਦਾਂਗੀ ਗੋਲੀ ਮਾਰ ਕੇ, ਵੀ ਜੇ ਤੂੰ ਦੱਸਿਆ ਵੀ ਅਸੀਂ ਕਿੱਧਰ ਨੂੰ ਗਏ ਹਾਂ, ਸਾਡੇ ਪਿੱਛੇ ਪੁਲਿਸ ਲੱਗੀ ਆ, ਵੀ ਤੂੰ ਦੱਸਣਾ ਨਹੀਂ ਅਸੀਂ ਕਿੱਧਰ ਨੂੰ ਗਏ ਹੈਗੇ ਆ। ਤਾਂ
ਇਸ ਤਰੀਕੇ ਨਾਲ ਮੈਂ ਕਰਕੇ ਤੇ ਸਿੰਘ ਸਾਹਿਬ ਸਾਰੇ ਬੁਲਟ ਮੋਟਰਸਾਈਕਲ ਵੀ ਚਲਾ ਲੈਂਦੇ ਸੀ, ਹਰ ਇੱਕ ਚੀਜ਼ ਚਲਾ ਲੈਂਦੇ ਸੀ। ਮੈਨੂੰ ਕਹਿੰਦੇ ਵੀ ਮੈਂ ਤਾਂ ਆ ਸਕੂਟਰੀ ਕਦੀ ਚਲਾਈ ਨਹੀਂ ਹੈਗੀ, ਪਰ ਮੈਂ ਚਲਾਈ ਸੀਗੀ। ਤਾਂ ਮੈਂ ਸਿੰਘ ਸਾਹਿਬ ਨੂੰ ਕਿਹਾ ਕਿ ਇਹਦੀ ਕੋਈ ਰੇਸ ਬ੍ਰੇਕ ਬਰੂਕ ਨਹੀਂ ਹੁੰਦੀ, ਇਹਦੀ ਕੋਈ ਸਿਰਫ ਇਹਦੀ ਬ੍ਰੇਕ ਤੇ ਰੇਸ ਹੀ ਹੁੰਦੀ ਆ, ਇਹਦੇ ਕੋਈ ਗੇਅਰ ਨਹੀਂ ਹੁੰਦੇ, ਤੁਸੀਂ ਰੇਸ ਨੂੰ ਦੱਬੋ, ਮੈਂ ਧੱਕਾ ਲਾਉਣੀ, ਇਹਨੇ ਸਟਾਰਟ ਹੋ ਜਾਣਾ। ਪਰ ਉਹ ਬਜ਼ੁਰਗ ਬਾਰ-ਬਾਰ ਕਹਿ ਰਿਹਾ ਕਿ ਇਹ ਤਾਂ ਖਰਾਬ ਪਈ ਹੈਗੀ ਆ, ਇਹ ਸਕੂਟਰੀ ਖਰਾਬ ਹੈ, ਇਹਨੇ ਚੱਲਣਾ ਨਹੀਂ ਹੈਗਾ। ਉਹ ਆਪਣਾ ਰੌਲਾ ਪਾਈ ਜਾ ਰਿਹਾ। ਪਰ ਜਦੋਂ ਮੈਂ ਹਲਕਾ ਜਿਹਾ ਧੱਕਾ ਲਾਇਆ, ਮੈਂ ਹੈਰਾਨ ਹੋ ਗਈ ਕਿ ਉਹ ਸਕੂਟਰੀ ਝੱਟ ਹੀ ਸਟਾਰਟ ਹੋ ਗਈ। ਜਦੋਂ ਉਹ ਸਟਾਰਟ ਹੋ ਗਈ ਤੇ ਮੈਂ ਪਿੱਛੇ ਬੈਠ ਗਈ ਤੇ ਸਿੰਘ ਸਾਹਿਬ ਦੇ ਅਲਫਾਜ਼ ਸਨ ਕਿ ਹੁਣ ਗੁਰੂ ਮਹਾਰਾਜ ਨੇ ਲੋਹੇ ਦਾ ਘੋੜਾ ਭੇਜ ਦਿੱਤਾ ਹੈ। ਕਹਿੰਦੇ ਇਹ ਹੁਣ ਲੋਹੇ ਦਾ ਘੋੜਾ ਪਾਤਸ਼ਾਹ ਨੇ ਭੇਜ ਦਿੱਤਾ ਹੈ, ਹੁਣ ਤੂੰ ਇਹ ਜਿਹੜਾ ਹਥਿਆਰ ਹੈ ਇਹਨੂੰ ਪਿੱਛੇ ਫੜ ਕੇ ਰੱਖ, ਇੱਕ ਅੱਧਾ ਛਪੈਟਾ ਆਇਆ ਤੇ ਝਾੜ ਦਵੀਂ। ਮਤਲਬ ਕਹਿੰਦੇ ਇੱਕ ਅੱਧਾ ਛਪੈਟਾ ਗਿਆ ਤੇ ਗੋਲੀ ਮਾਰ ਦਵੀਂ, ਹੁਣ ਨਹੀਂ ਘਬਰਾਉਣਾ ਹੈਗਾ। ਫਿਰ ਸਿੰਘ ਸਾਹਿਬ ਹੌਸਲੇ ਜਾ ਗਏ ਵੀ ਹੁਣ ਅਸੀਂ ਨਿਕਲ ਜਾਣਾ ਹੈਗਾ ਵਾ। ਤਾਂ ਫਿਰ ਉਹ ਲੋਹੇ ਦੇ ਘੋੜੇ ਤੇ ਅਸੀਂ ਬੈਠ ਕੇ ਜਿੱਥੋਂ ਜ਼ਿਆਦੀ ਰੇਤਾਂ ਆਉਂਦੀ, ਉੱਥੇ ਯੂਪੀ ਦੇ ਵਿੱਚ ਰੇਤਲਾ ਇਲਾਕਾ ਬਹੁਤ ਜ਼ਿਆਦਾ, ਜਿੱਥੋਂ ਜ਼ਿਆਦੀ ਰੇਤਾਂ ਆਉਂਦੀ ਸੀ ਮੈਂ ਉੱਤਰ ਕੇ ਪਿੱਛੋਂ ਧੱਕਾ ਲਾਉਣ ਲੱਗ ਜਾਂਦੀ ਸਾਂ। ਹੌਲੀ ਹੌਲੀ ਚੱਲ ਰਹੀ ਸੀ ਸਕੂਟਰੀ। ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਕਹਿੰਦੇ ਵੀ ਸਕੂਟਰੀ 'ਚ ਤੇਲ ਵੀ ਨਹੀਂ ਸੀ ਹੈਗਾ, ਉਹ ਵਾਕਿਆ ਹੀ ਖਰਾਬ ਪਈ ਸੀ। ਇਹ ਗੁਰੂ ਦੀ ਖੇਡ ਹੈ, ਸਾਨੂੰ ਤਾਂ ਕੁਝ ਪਤਾ ਨਹੀਂ ਹੈਗਾ। ਘਰ ਵਾਲਿਆਂ ਦੇ ਕਹਿਣ ਅਨੁਸਾਰ ਵੀ ਇਹ ਤੇ ਨੁੱਕਰ 'ਚ ਖਰਾਬ ਪਈ ਸੀ, ਇਹ ਤਾਂ ਪਤਾ ਨਹੀਂ ਕਿਵੇਂ ਚੱਲ ਗਈ ਹੈਗੀ ਆ। ਫਿਰ ਉਹ ਜਦੋਂ ਮੇਰਾ ਦਿਓਰ ਉਹ ਬੈਕ ਤੇ ਜਾ ਕੇ ਮਿਲਿਆ ਤੇ ਉਹ ਬਜ਼ੁਰਗ ਨੇ ਦੱਸਿਆ ਵੀ ਉਹ ਜਿਹੜੀ ਸਾਡੀ ਸਕੂਟਰੀ ਖਰਾਬ ਪਈ ਸੀ ਉਹ ਤਾਂ ਗੁਰੂ ਦਾ ਹੀ ਉਹਨਾਂ ਦੇ ਹੱਥ ਸੀਗਾ। ਜਿੰਨੀ ਪੁਲਿਸ ਨੇ ਆਣ ਕੇ ਬਾਅਦ ਵਿੱਚ ਸਾਡੇ ਘਰ ਨੂੰ ਘੇਰਾ ਪਾ ਲਿਆ, ਵੀ ਗੁਰੂ ਹੀ ਉਹਨਾਂ ਨੂੰ ਹੱਥ ਦੇ ਕੇ ਤੇ ਕੱਢ ਕੇ ਲੈ ਗਿਆ। ਫਿਰ ਅਸੀਂ ਬਾਅਦ ਵਿੱਚ ਅਗਲੇ ਦਿਨ ਅਖਬਾਰਾਂ ਤੇ ਆਇਆ ਵੀ ਜਿੱਥੇ ਅਸੀਂ ਜਾ ਕੇ ਸਕੂਟਰੀ ਸੁੱਟੀ ਹੈਗੀ ਆ, ਰੇਲਵੇ ਲਾਈਨ ਦੇ ਲਾਗੇ ਜਾ ਕੇ ਸੁੱਟੀ ਹੈ। ਬਾਅਦ ਚ ਪਤਾ ਲੱਗਿਆ ਕਿ ਡੀਸੀ ਦੀ ਕੋਠੀ ਦੇ ਇੱਕਦਮ ਸਾਹਮਣੇ ਸਕੂਟਰੀ ਸੁੱਟੀ ਗਈ ਹੈ। ਉਹ ਅਖਬਾਰਾਂ ਚ ਅਗਲੇ ਦਿਨ ਦੀਆਂ ਚ ਆਇਆ। ਪਰ ਅਸੀਂ ਉੱਥੋਂ ਹੁੰਦੇ ਹੋਏ ਫਿਰ ਇੱਕ ਮੁਸਲਮਾਨ ਨਬੀਉੱਲਾ ਸੀਗਾ, ਉਹਦੇ ਘਰੇ ਗਏ। ਉੱਥੋਂ ਵੀ ਬੜੀ ਮੁਸ਼ਕਲ ਦੇ ਨਾਲ ਅਸੀਂ 2-4 ਮਿੰਟ ਦੇ ਟਾਈਮ ਵਿੱਚ ਅਸੀਂ ਉੱਥੋਂ ਨਿਕਲਦੇ ਹਾਂ ਤੇ ਉਸ ਘਰ ਨੂੰ ਵੀ ਘੇਰਾ ਪੈ ਜਾਂਦਾ ਹੈਗਾ। ਜਦੋਂ ਉਸ ਘਰ ਨੂੰ ਵੀ ਘੇਰਾ ਪੈ ਜਾਂਦਾ, ਫਿਰ ਜਦੋਂ ਉਸ ਤੋਂ ਬਾਅਦ ਅਸੀਂ ਇੱਕ ਹੋਰ ਬੈਕ ਤੇ ਜਾਂਦੇ ਹੈਗੇ ਆ ਬੱਸ ਲੈ ਕੇ, ਉੱਥੇ ਵੀ ਅਸੀਂ ਅੱਧੇ ਪੌਣੇ ਘੰਟੇ ਦੇ ਵਿੱਚ ਅਸੀਂ ਨਿਕਲਦੇ ਹਾਂ ਤੇ ਉਸ ਘਰ ਨੂੰ ਵੀ ਪੁਲਿਸ ਸਾਡੀ ਪੈੜ ਦੱਬੀ ਜਾ ਰਹੀ ਹੈਗੀ ਆ। ਤਾਂ ਉਹ ਘੇਰਾ ਪੈ ਜਾਂਦਾ ਬੜੀ ਮੁਸ਼ਕਲ ਦੇ ਨਾਲ। ਅਸੀਂ ਉਸੇ ਹੀ ਸੇਮ ਰਾਤ ਨੂੰ ਹੀ ਜਿਹੜੇ ਅਸੀਂ ਜਲੰਧਰ ਆਣ ਕੇ ਕਿਸੇ ਨੇ ਸਮਾਨ ਲੈ ਕੇ ਆਉਣਾ ਸੀਗਾ, ਪਰਿਵਾਰ ਕੋਈ ਸਾਨੂੰ ਇਹੋ ਜਿਹਾ ਵਧੀਆ ਟੱਕਰ ਗਿਆ ਤੇ ਅਸੀਂ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਵਾ ਅਸੀਂ ਇੱਥੇ ਪਹੁੰਚ ਜਾਂਦੇ ਹੈਗੇ। ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਜੀ ਦੀ ਹੁਣ ਆਪਾਂ ਗੱਲ ਕਰੀਏ ਸ਼ਹਾਦਤ ਦੀ। ਹਾਂਜੀ, ਸ਼ਹੀਦੀ ਕਿਵੇਂ ਹੋਈ, ਕਾਰਨ? ਮੈਂ ਤਾਂ ਉਸ ਟਾਈਮ ਸੰਗਰੂਰ ਜੇਲ੍ਹ ਵਿੱਚ ਹੈਗੀ ਸੀਗੀ। ਮੇਰੀ ਛੋਟੀ ਸਿਸਟਰ ਤੇ ਕਾਸ਼ਤੀਵਾਲ ਵਾਲੇ ਮਾਤਾ ਜੀ ਮੇਰੀ ਮੁਲਾਕਾਤ ਦੇ ਜਾਂਦੇ ਆ। ਉਸ ਦਿਨ ਜੇਲ੍ਹ ਵਿੱਚ ਅਖਬਾਰ ਨਹੀਂ ਉਹਨਾਂ ਨੇ ਵੰਡੀ ਹੈਗੀ। ਜ਼ਿਆਦਾਤਰ ਅਖਬਾਰ ਜੇ ਤਾਂ ਕੋਈ ਛੋਟੀ ਸੁਰਖੀ ਹੁੰਦੀ ਸੀ ਤੇ ਉਹਨੂੰ ਕੱਟ ਕੇ ਤੇ ਜੇਲ੍ਹ ਵਾਲਿਆਂ ਨੂੰ ਅੰਦਰ ਕੈਦੀਆਂ ਨੂੰ ਪੜ੍ਹਨ ਲਈ ਦੇ ਦਿੱਤੀ ਜਾਂਦੀ ਸੀ। ਪਰ ਇਹ ਕਰੀਬ ਅੱਧੇ ਪੇਜ ਦੇ ਉੱਤੇ ਇਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਵੇਰਵਾ ਦਿੱਤਾ ਗਿਆ ਸੀ, ਇਸ ਕਰਕੇ ਉਹਨਾਂ ਨੇ ਪੂਰੀ ਜੇਲ੍ਹ ਵਿੱਚ ਹੀ ਉਸ ਦਿਨ ਅਖਬਾਰ ਨਹੀਂ ਭੇਜੀ ਹੈਗੀ। ਮੈਂ ਕਾਫੀ ਰਾਤ ਤੱਕ ਸਿੰਘ ਸਾਹਿਬ ਬਾਰੇ ਛੋਟੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇਗੀਆਂ ਉਹ ਬੀਬੀਆਂ ਦੇ ਨਾਲ ਸਾਂਝੀਆਂ ਕਰਦੀ ਰਹੀ। ਕਾਫੀ ਰਾਤ ਤੱਕ ਉਹ ਇਹਨਾਂ ਦੇ ਬਾਰੇ ਹੀ ਗੱਲਾਂ ਕਰਦੀ ਰਹੀ, ਮੈਨੂੰ ਕੋਈ ਪਤਾ ਨਹੀਂ ਹੈਗਾ। ਉਸੇ ਹੀ ਰਾਤ ਜਦ ਕਿ ਆਮ ਮੈਂ ਸਿੰਘ ਸਾਹਿਬ ਬਾਰੇ ਜ਼ਿਆਦੀਆਂ ਗੱਲਾਂ ਨਹੀਂ ਸਾਂ ਕਰਦੀ ਹੁੰਦੀ ਹੈਗੀ ਤੇ ਪਰ ਉਸ ਰਾਤ ਮੈਂ ਖੁਦ ਵੀ ਹੈਰਾਨ ਹਾਂ ਕਿ ਮੈਂ ਲਗਾਤਾਰ ਸਿੰਘ ਸਾਹਿਬ ਬਾਰੇ ਛੋਟੀਆਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉੱਥੇ ਬੀਬੀਆਂ ਨਾਲ ਮੈਂ ਸਾਂਝੀਆਂ ਕਰਦੀ ਰਹੀ। ਕਾਫੀ ਲੇਟ ਸੁੱਤੀ। ਸਵੇਰੇ ਉਸ ਟਾਈਮ ਮੇਰੇ ਜਿਹੜੇ ਉੱਠਣ ਦਾ ਟਾਈਮ ਸੀ ਉਹ ਮੈਂ 12 ਵਜਣ ਤੋਂ ਬਾਅਦ ਇਸ਼ਨਾਨ ਕਰਕੇ ਤੇ ਨਿਤਨੇਮ ਕਰ ਲੈਂਦੀ ਸੀ। ਫਿਰ ਬਾਅਦ ਵਿੱਚ ਮੈਂ ਸੌਂ ਜਾਂਦੀ ਸੀ। ਫਿਰ ਮੈਂ ਉੱਠਦੀ ਉਦੋਂ ਸੀ ਜਦੋਂ ਅਖਬਾਰ ਆ ਜਾਂਦੀ ਸੀਗੀ। ਤਾਂ ਮੈਂ ਲੇਟੀ ਰਹੀ ਅੰਦਰ, ਅਖਬਾਰ ਦੀ ਵੇਟ ਕਰ ਰਹੀ ਹਾਂ ਪਰ ਅਖਬਾਰ ਆਈ ਨਹੀਂ ਹੈਗੀ। ਮੈਂ ਕਰੀਬ 9 ਵਜੇ ਉੱਠ ਕੇ ਤੇ ਬਾਹਰ ਆਉਂਦੀ ਹੈਗੀ ਆ। ਮੈਂ ਮੇਟਨ ਨੂੰ ਪੁੱਛਦੀ ਹੈਗੀ ਜਿਹੜੇ ਅੰਦਰ ਜੇਲ੍ਹ ਵਾਰਡਨ ਹੁੰਦੀ ਆ, ਮੈਂ ਉਹ ਮੇਟਨ ਨੂੰ ਕਿਹਾ ਕਿ ਅੱਜ ਦੀਦੀ ਅਖਬਾਰ ਨਹੀਂ ਆਈ ਹੈਗੀ। ਉਹ ਕਹਿੰਦੀ ਅੱਜ ਆਈ ਨਹੀਂ ਅਖਬਾਰ। ਮੇਟਨ ਨੂੰ ਅਸਲ ਵਿੱਚ ਪਤਾ ਸੀਗਾ ਕਿ ਕੀ ਭਾਣਾ ਵਾਪਰ ਚੁੱਕਿਆ। ਕਹਿੰਦੀ ਨਹੀਂ ਅੱਜ ਨਹੀਂ ਅਖਬਾਰ ਹੈ। ਮੈਂ ਕਿਹਾ ਫਿਰ ਗੇਟ ਖੜਕਾ ਕੇ ਨਾ ਹੌਲਦਾਰ ਨੂੰ ਪੁੱਛੋ ਵੀ ਅਖਬਾਰ ਕਿਉਂ ਨਹੀਂ ਆਈ। ਤਾਂ ਮੈਂ ਹਜੇ ਇੰਨੀ ਗੱਲ ਕਹੀ ਕਿ ਗੇਟ ਖੜਕਾ ਕੇ ਪੁੱਛੋ ਤੇ ਗੇਟ ਖੜਕ ਜਾਂਦਾ ਹੈਗਾ। ਜਦੋਂ ਗੇਟ ਖੜਕਦਾ ਤੇ ਹੌਲਦਾਰ ਅੰਦਰ ਆਉਂਦਾ ਤੇ ਉਹ ਮੈਨੂੰ ਕਹਿੰਦਾ ਕਿ ਸੰਦੀਪ ਕੌਰ ਤੇਰੀ ਮੁਲਾਕਾਤ ਹੈਗੀ ਆ। ਜਿਹੜੀਆਂ ਨਾਲ ਦੀਆਂ ਬੀਬੀਆਂ ਉਹ ਬੜੀਆਂ ਖੁਸ਼ ਹੁੰਦੀਆਂ ਨੇ, ਕਹਿੰਦੀਆਂ ਲੈ ਤੂੰ ਕਿ ਅਸੀਂ ਗੇਟ ਖੜਕਾ ਤੇ ਉਸੇ ਟਾਈਮ ਗੇਟ ਵੀ ਖੜਕ ਗਿਆ ਤੇ ਤੇਰੀ ਮੁਲਾਕਾਤ ਵੀ ਆ ਗਈ। ਮੈਂ ਹੈਰਾਨੀ ਨਾਲ ਕਹਿੰਦੀ ਹਾਂ ਕਿ ਮੇਰੀ ਤੇ ਕੱਲ ਤਰੀਕ ਪੇਸ਼ੀ ਹੈਗੀ ਆ, ਤਾਂ ਮੇਰੇ ਤੇ ਫਾਦਰ ਸਾਹਿਬ ਨੇ ਕੱਲ ਤਰੀਕ ਪੇਸ਼ੀ ਤੇ ਆਉਣਾ ਸੀ ਪਟਿਆਲੇ ਤੇ ਅੱਜ ਮੇਰੀ ਮੁਲਾਕਾਤ ਕਿਵੇਂ ਆ ਗਈ ਆ। ਪਰ ਉਹ ਬੜੀ ਹੈਰਾਨੀ ਵਾਲੀ ਗੱਲ ਸੀਗੀ ਕਿ ਜਿਹੜੀ ਇਹਨਾਂ ਦੀ ਸ਼ਹਾਦਤ ਦੀ ਖਬਰ ਸੀਗੀ ਉਹ ਵੀ ਮੇਰੇ ਆਪਣਿਆਂ ਰਾਹੀਂ ਹੀ ਮੇਰੇ ਤੱਕ ਪਹੁੰਚਣੀ ਸੀਗੀ, ਦੁਸ਼ਮਣ ਰਾਹੀਂ ਨਹੀਂ ਸੀ ਮੇਰੇ ਤੱਕ ਪਹੁੰਚਣੀ। ਤਾਂ ਮੈਂ ਜਦੋਂ ਮੁਲਾਕਾਤ ਕਰਨ ਜਾਂਦੀ ਹਾਂ, ਮੈਂ ਪੈਂਦਿਆਂ ਸਾਰ ਜਿਹੜਾ ਉੱਥੇ ਅਸਿਸਟੈਂਟ ਹੁੰਦਾ ਮੁਲਾਕਾਤ ਵਾਲਾ ਉਹਦੀ ਡਿਊਟੀ ਹੁੰਦੀ ਅਖਬਾਰ 'ਚ
ਅਖਬਾਰ ਭੇਜਣੀ ਜੇਲ੍ਹ ਵਿੱਚ। ਤੇ ਮੈਂ ਪੈਂਦਿਆਂ ਸਰ ਉਹਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਅੱਜ ਅਖਬਾਰ ਕਿਉਂ ਨਹੀਂ ਭੇਜੀ ਜੇਲ੍ਹ ਵਿੱਚ? ਤਾਂ ਉਹ ਇੱਕਦਮ ਘਬਰਾ ਜਾਂਦਾ ਕਿ ਮੈਂ ਕੀ ਕਾਰਨ ਦੱਸਾਂ ਵੀ ਕਿਉਂ ਨਹੀਂ ਭੇਜੀ ਹੈਗੀ। ਕਹਿੰਦੇ ਚਲੋ ਕੋਈ ਗੱਲ ਨਹੀਂ, ਹੁਣ ਮੈਂ ਭੇਜ ਦਿੰਦਾ ਹੈਗਾ ਵਾ। ਅੱਜ ਅਖਬਾਰ ਲੇਟ ਆਈ ਹੈ ਮੈਂ ਵਰਬਲੀ। ਤੇ ਜਦੋਂ ਮੈਂ ਮੁਲਾਕਾਤ ਵਾਲੇ ਥਾਂ ਤੇ ਜਾਂਦੀ ਹਾਂ ਤੇ ਮੇਰੀ ਸਿਸਟਰ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਭਾਵਕ ਹੋਈ ਪਈ ਆ, ਉਹਦੀਆਂ ਅੱਖਾਂ 'ਚ ਹੰਝੂ ਨੇਗੇ, ਵਿਰਲਾਪ ਕਰ ਰਹੀ ਆ। ਮੇਰੇ ਜਿਹੜੇ ਮਦਰ ਇਨ ਲਾ ਨੇਗੇ ਉਹ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਪਏ ਹੈਗੇ ਆ। ਤਾਂ ਮੈਨੂੰ ਕਿਸੇ ਗੱਲ ਦਾ ਕੁਝ ਪਤਾ ਨਹੀਂ, ਤੇ ਮੈਂ ਆਪਣੀ ਸਿਸਟਰ ਨੂੰ ਕਹਿੰਦੀ ਆ ਵੀ ਹੁਣ ਮੇਰੀਆਂ ਜ਼ਮਾਨਤਾਂ ਹੋ ਜਾਣੀਆਂ ਨੇ ਜਲਦੀ, ਵੀ ਤੂੰ ਕਿਉਂ ਐਵੇਂ ਰੋ ਰਹੀ ਹੈਗੀ ਆ? ਤਾਂ ਮੇਰੀ ਸਿਸਟਰ ਦਾ ਅੱਗੋਂ ਜਵਾਬ ਸੀ, ਕਹਿੰਦੀ ਹੁਣ ਤੇਰੀਆਂ ਜ਼ਮਾਨਤਾਂ ਹੋਣ ਚਾਹੀ ਨਾ ਹੁਣ, ਆਪਾਂ ਕੀ ਕਰਨਾ ਹੈਗਾ, ਜੋ ਹੋਣਾ ਸੀ ਉਹ ਤਾਂ ਹੋ ਗਿਆ। ਮੈਂ ਕਿਹਾ ਕੀ ਹੋ ਗਿਆ? ਕਹਿੰਦੀ ਭਾਈ ਸਾਹਿਬ ਜਿਹੜੇ ਹੈਗੇ ਉਹ ਸ਼ਹੀਦ ਹੋ ਗਏ ਆ। ਮੈਂ ਕਿਹਾ ਨਹੀਂ, ਇਹ ਗਲਤ ਹੈਗੀ ਖਬਰ। ਕਹਿੰਦੀ ਨਹੀਂ, ਅਖਬਾਰ ਤੇ ਉਹਨਾਂ ਦੀ ਸ਼ਹੀਦੀ ਦੀ ਫੋਟੋ ਵੀ ਦੇ ਦਿੱਤੀ ਹੈਗੀ ਆ, ਉਹ ਸ਼ਹੀਦ ਹੋ ਗਏ ਨੇ। ਤਾਂ ਉਸ ਟਾਈਮ ਮੈਂ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਆ। ਜੇਲ੍ਹ ਦੇ ਉਸ ਟਾਈਮ ਸਰਦਾਰ ਕੁਲਦੀਪ ਸਿੰਘ ਜਿਹੜੇ ਸੀਗੇ ਉਹ ਸੀਗੇ ਡਿਪਟੀ ਸੁਪਰਡੈਂਟ ਸੀਗੇ। ਤਾਂ ਉਹ ਮੇਰੇ ਨਾਲ ਹਮਦਰਦੀ ਵੀ ਕਰਦੇ ਸੀਗੇ, ਕਰੀਬ ਸਾਰੇ ਹੀ ਜਿਹੜੇ ਅਫਸਰ ਸੀਗੇ ਉਹ ਮੇਰੇ ਨਾਲ ਹਮਦਰਦੀ ਰੱਖਦੇ ਸੀਗੇ। ਤਾਂ ਉਹਨਾਂ ਨੇ ਕਹਿ ਕੇ ਤੇ ਮੇਰੀ ਅੰਦਰੋਂ ਦੀ ਦਫ਼ਤਰ ਵਿੱਚ ਬਿਠਾ ਕੇ, ਮੇਰੀ ਮਦਰ ਇਨ ਲਾ ਤੇ ਮੇਰੀ ਸਿਸਟਰ ਨੂੰ ਦਫ਼ਤਰ ਵਿੱਚ ਬਿਠਾ ਕੇ ਅੰਦਰੋਂ ਦੀ ਸਾਡੀ ਮੁਲਾਕਾਤ ਕਰਾਈ। ਉਹਨਾਂ ਨੇ ਕਿਹਾ ਜਿੰਨੀ ਦੇਰ ਵੀ ਤੁਸੀਂ ਗੱਲਬਾਤ ਕਰਨੀ ਆ ਉਹ ਤੁਸੀਂ ਕਰ ਲਓ। ਤਾਂ ਉਹ ਬੈਠੀਆਂ ਰਹੀਆਂ ਕਾਫੀ ਜ਼ਿਆਦਾ, ਪਰ ਮੈਂ ਉਸ ਟਾਈਮ ਮਨ ਵਿੱਚ ਬਹੁਤ ਜ਼ਿਆਦਾ ਤਕਲੀਫ ਚੱਲ ਰਹੀ ਸੀ। ਪਰ ਮੈਂ ਇਹ ਸੋਚ ਰਹੀ ਸੀ ਕਿ ਮੇਰੀ ਸਿਸਟਰ ਨੇ ਤੇ ਮਾਤਾ ਜੀ ਹੋਣਾ ਨੇ ਬੜਾ ਲੰਬਾ ਸਫ਼ਰ ਕਰਕੇ ਫਿਰ ਉਹਨਾਂ ਨੇ ਵਾਪਸ ਜਾਣਾ ਹੈਗਾ ਵਾ। ਤਾਂ ਮੈਂ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਬੜੇ ਹੌਸਲੇ ਵਿੱਚ ਰੱਖਿਆ, ਬੜੇ ਜਾਪਤੇ ਵਿੱਚ ਰੱਖਿਆ, ਬੜੇ ਵੱਡੇ ਦਿਲ ਨਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਨੂੰ ਹੌਸਲਾ ਦਿੱਤਾ, ਬਹੁਤ ਕੁਛ ਕਰਕੇ ਮੁਲਾਕਾਤ ਕਰਕੇ। ਬਹੁਤ ਸਾਰਾ ਸਮਾਨ ਮੇਰੇ ਲਈ ਲੈ ਕੇ ਆਈਆਂ ਸੀਗੀਆਂ। ਇੱਕ ਲਾਲ ਰੰਗ ਦਾ ਸੂਟ ਜਿਹੜਾ ਸਿੰਘ ਸਾਹਿਬ ਨੇ ਆਪ ਖਰੀਦ ਕੇ ਆਪਣੇ ਹੱਥੀਂ ਭੇਜਿਆ ਮੈਨੂੰ। ਇੱਕ ਜੀਨ ਦੀ ਜੈਕਟ ਮੈਨੂੰ ਭੇਜੀ ਹੈਗੀ ਆ। ਮੈਂ ਉਹ ਲਾਲ ਰੰਗ ਦਾ ਸੂਟ ਦੇਖ ਕੇ ਅੱਜ ਵੀ ਹੈਰਾਨ ਹੁੰਦੀ ਸਾਂ ਵੀ ਉਹ ਮੈਂ ਕਦੀ ਪਾਇਆ ਹੀ ਨਹੀਂ ਸੀ ਲਾਲ ਰੰਗ ਦਾ ਸੂਟ। ਉਹ ਕਿਹੜੀ ਸੋਚ ਦੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦੀ ਖਬਰ ਦੇ ਨਾਲ ਆਪਣੀ ਮਾਤਾ ਜੀ ਦੇ ਰਾਹੀਂ ਮੈਨੂੰ ਲਾਲ ਰੰਗ ਦਾ ਸੂਟ ਭੇਜਿਆ, ਜਿਹੜਾ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ। ਮੈਂ ਧੰਨਵਾਦ ਕਰਦੀ ਹਾਂ ਬਾਬਾ ਬਖਸ਼ੀਸ਼ ਸਿੰਘ ਹੋਣਾ ਦਾ, ਤੇ ਜਿਨ੍ਹਾਂ ਨੇ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਉਹ ਜਿਹੜਾ ਮੇਰਾ ਲਾਲ ਰੰਗ ਦਾ ਸੂਟ ਸੀਗਾ ਉਹ ਕਲਰ ਭੈਣੀ ਜਦੋਂ ਮੈਂ ਆਈ ਉੱਥੇ ਰਹਿ ਗਿਆ ਸੀਗਾ ਬੀਬੀ ਸੋਹਣਜੀਤ ਦੇ ਕੋਲ। ਮੈਂ ਬੜੇ ਲੋਕਾਂ ਨੂੰ ਫਰਮਾਇਸ਼ਾਂ ਪਾਈਆਂ ਪਟਿਆਲੇ ਵਿੱਚ ਕਿ ਮੈਨੂੰ ਉਹ ਮੇਰਾ ਜਿਹੜਾ ਸੂਟ ਹੈ ਵਾਪਸ ਦਿਵਾਇਆ ਜਾਵੇ, ਕਿਉਂਕਿ ਸਾਡੇ ਝਗੜੇ ਤੋਂ ਬਾਅਦ ਇੱਕ ਵਾਰੀ ਬੀਬੀ ਸੋਹਣਜੀਤ ਕੌਰ ਮੈਨੂੰ ਮਿਲੇ ਸੀ ਕਿਤੇ, ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਪਤਾ ਨਾ ਵੀ ਉਹ ਲਾਲ ਸੂਟ ਜਿਹੜਾ ਮੇਰੇ ਲਈ ਕਿੰਨਾ ਕੀਮਤੀ ਹੈਗਾ? ਤੇ ਉਸ ਦਾ ਅੱਗੋਂ ਜਵਾਬ ਸੀ ਮੈਨੂੰ ਪਤਾ ਹੈ ਤੇਰੇ ਲਈ ਉਹ ਬਹੁਤ ਜ਼ਿਆਦਾ ਕੀਮਤੀ ਆ ਤੇ ਮੈਂ ਰੱਖਿਆ ਵੀ ਸੰਭਾਲ ਕੇ ਆ। ਤੇ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਮੇਰੇ ਇਮੋਸ਼ਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈਗੀ ਬੀਬੀ ਸੋਹਣਜੀਤ ਕੌਰ, ਤੇ ਉਹਨੇ ਜ਼ਰੂਰ ਸੰਭਾਲ ਕੇ ਹੀ ਰੱਖਿਆ ਹੋਏਗਾ। ਫਿਰ ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹ ਲਾਲ ਸੂਟ ਜਿਹੜਾ ਮੈਨੂੰ ਵਾਪਸ ਮਿਲੇ, ਪਰ ਬਾਬਾ ਬਖਸ਼ੀਸ਼ ਸਿੰਘ ਨੂੰ ਜਦੋਂ ਮੈਂ ਬੇਨਤੀ ਕੀਤੀ ਵੀ ਤੁਹਾਡੇ ਤੋਂ ਇਲਾਵਾ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ, ਤੇ ਤੁਹਾਡਾ ਕਿਹਾ ਬੀਬੀ ਸੋਹਣਜੀਤ ਕੌਰ ਨੇ ਟਾਲਣਾ ਵੀ ਨਹੀਂ ਹੈਗਾ, ਔਰ ਬਾਬਾ ਬਖਸ਼ੀਸ਼ ਸਿੰਘ ਨੇ ਕੋਸ਼ਿਸ਼ਾਂ ਕਰਕੇ ਤਾਂ ਉਹ ਸੂਟ ਜਿਹੜਾ ਹੈਗਾ ਵਾ ਮੇਰੇ ਤੱਕ ਪਹੁੰਚਾਇਆ। ਇੱਕ ਮੇਰਾ ਸ਼ਾਲ ਸੀਗਾ ਸਿੰਘ ਸਾਹਿਬ ਨੇ ਜਿਹੜਾ ਮੈਨੂੰ ਭੇਜਿਆ ਸੀਗਾ, ਇੱਕ ਉਹ ਸੂਟ ਜਿਹੜਾ, ਦੋਨੇ ਚੀਜ਼ਾਂ ਬੀਬੀ ਸੋਹਣਜੀਤ ਕੌਰ ਨੇ ਮੈਨੂੰ ਵਾਪਸ ਦਿੱਤੀਆਂ। ਤੇ ਮੈਂ ਆਪਣੇ ਪ੍ਰਾਪਰਟੀ ਦੇ ਖਜ਼ਾਨੇ ਦੇ ਵਿੱਚ ਉਹ ਕੀਮਤੀ ਚੀਜ਼ਾਂ ਜਿਹੜੀਆਂ ਨੇ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ ਨੇ, ਆਖਰੀ ਨਿਸ਼ਾਨੀਆਂ ਜਿਹੜੀਆਂ ਉਹ ਸੰਭਾਲ ਕੇ ਰੱਖੀਆਂ ਨੇ। ਤੇ ਉਸ ਤੋਂ ਬਾਅਦ ਸਿੰਘ ਸਾਹਿਬ ਨੇ ਇੱਕ ਜਿਹੜੀ ਮੈਨੂੰ ਚਿੱਠੀ ਲਿਖੀ ਸੀ, ਇੱਕ ਦੋ ਚਿੱਠੀਆਂ ਜਿਹੜੀਆਂ ਨੇਗੀਆਂ ਸਿੰਘ ਸਾਹਿਬ ਦੀਆਂ ਮੈਨੂੰ ਜੇਲ੍ਹ ਵਿੱਚ ਪਹੁੰਚੀਆਂ। ਜਿਹੜੀ ਆਖਰੀ ਚਿੱਠੀ ਹੈਗੀ ਆ, ਮੇਰੀ ਸਿਸਟਰ ਨੇ ਮੈਨੂੰ ਦੱਸਿਆ ਕਿ ਇਹ ਜਿਹੜੀ ਚਿੱਠੀ ਜਦੋਂ ਅਸੀਂ ਰੋਣ ਲੱਗ ਗਈਆਂ ਖਬਰ ਅਖਬਾਰ ਪੜ੍ਹ ਕੇ, ਤਾਂ ਕੁਝ CID ਵਾਲੇ ਸਾਡੇ ਪਿੱਛੇ ਲੱਗ ਗਏ ਸੀ। ਤਾਂ ਉਹ ਚਿੱਠੀ ਜਿਹੜੀ ਆ ਉਹਨੇ ਉਹ ਚਿੱਠੀ ਦੇ ਟੋਟੇ ਕਰ ਦਿੱਤੇ, ਛੋਟੇ ਛੋਟੇ ਟੁਕੜੇ ਕਰ ਦਿੱਤੇ ਵੀ ਇਹ ਚਿੱਠੀ ਕਿਤੇ ਦੁਸ਼ਮਣ ਦੇ ਹੱਥ ਨਾ ਲੱਗ ਜਾਵੇ। ਤੇ ਮੈਂ ਆਪਣੀ ਸਿਸਟਰ ਨੂੰ, ਉਹਨੇ ਮੈਨੂੰ ਦੱਸਿਆ ਹੌਲੀ ਜੀ ਨਾ ਕਿ ਮੈਂ ਚਿੱਠੀ ਤਾਂ ਲਿਆਂਦੀ ਸੀ ਭਾਈ ਸਾਹਿਬ ਦੀ, ਲੇਕਿਨ ਮੈਂ ਉਹ ਚਿੱਠੀ ਪਾੜ ਦਿੱਤੀ ਡਰਦਿਆਂ ਕਿ ਪੁਲਿਸ ਦੇ ਹੱਥ ਨਾ ਲੱਗ ਜਾਵੇ, ਤਲਾਸ਼ੀ ਵਿੱਚ ਫੜੀ ਨਾ ਜਾਵੇ। ਮੈਂ ਉਹਨੂੰ ਕਿਹਾ ਵੀ ਟੁਕੜੇ ਹੈਗੇ ਤੇਰੇ ਕੋਲ? ਕਹਿੰਦੀ ਹਾਂ ਟੁਕੜੇ ਮੈਂ ਸੰਭਾਲੇ ਹੋਏ ਆ। ਤਾਂ ਮੇਰੀ ਸਿਸਟਰ ਨੇ ਉਹ ਟੁਕੜੇ ਜਿਹੜੇ ਮੇਰੇ ਹਵਾਲੇ ਕੀਤੇ। ਉਹ ਜਿਹੜੇ ਟੁਕੜੇ ਆ ਉਹ ਵੀ ਅੱਜ ਤੱਕ ਮੇਰੀ ਪ੍ਰਾਪਰਟੀ ਦਾ ਹਿੱਸਾ ਹੈ, ਮੇਰੀ ਸਭ ਤੋਂ ਵੱਡੀ ਜਾਇਦਾਦ ਦਾ ਹਿੱਸਾ ਹੈਗੇ। ਉਹ ਵੀ ਮੈਂ ਅੱਜ ਤੱਕ ਜਿਹੜੇ ਸੰਭਾਲ ਕੇ ਰੱਖੇ ਆ। ਤੇ ਇਸ ਤਰ੍ਹਾਂ ਸਿੰਘ ਸਾਹਿਬ ਦੀ ਜਿਹੜੀ ਸ਼ਹੀਦੀ ਦੀ ਖਬਰ ਮੇਰੇ ਤੱਕ ਪਹੁੰਚੀ। ਫਿਰ ਅਗਲੇ ਦਿਨ ਹੀ ਮੈਨੂੰ ਪੁਲਿਸ ਜਿਹੜੀ ਰਿਮਾਂਡ ਤੇ ਲੈ ਜਾਂਦੀ ਹੈਗੀ ਆ। ਫਿਰ 10-15 ਦਿਨ ਦਾ ਮੈਨੂੰ ਰਿਮਾਂਡ ਤੇ ਰੱਖਿਆ ਗਿਆ, ਪੁੱਛ ਪੜਤਾਲ ਹੋਈ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਇਸ ਤਰੀਕੇ ਦੇ ਨਾਲ ਜਿਹੜੀ। ਲੇਕਿਨ ਸਿੰਘ ਸਾਹਿਬ ਦੀ ਸ਼ਹੀਦੀ ਕਿਸ ਤਰ੍ਹਾਂ ਹੁੰਦੀ ਆ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਆ।
ਜਦੋਂ ਮੈਂ 4-5 ਸਾਲਾਂ ਬਾਅਦ ਜੇਲ੍ਹ ਤੋਂ ਆਉਣੀ ਆ, ਮੈਂ ਉੱਥੇ ਭਾਈ ਗਾਬਾ ਸਾਹਿਬ ਨੂੰ ਵੀ ਮਿਲੀ ਆ, ਹੋਰ ਵੀ ਕਈ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਅਖਬਾਰਾਂ ਵਿੱਚ ਤਾਂ ਇਹੀ ਦਿੱਤਾ ਗਿਆ ਕਿ ਉਹਨਾਂ ਸਾਇਨਡ ਦਾ ਕੈਪਸੂਲ ਨਿਗਲ ਰਿਹਾ, ਪਰ ਸੱਚ ਅਕਾਲ ਪੁਰਖ ਜਾਣਦਾ ਕਿ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਆ। ਉਹ ਲਾਲ ਸੂਟ, ਉਹ ਹਾਂਜੀ ਟੁਕੜੇ ਖਤ ਦੇ, ਹਾਂਜੀ ਹਾਂਜੀ, ਉਸ ਖਤ ਵਿੱਚ ਕੀ ਸੀ? ਨਹੀਂ ਕੁਛ ਨਹੀਂ, ਉਹ ਬਹੁਤ ਛੋਟੇ ਛੋਟੇ ਟੁਕੜੇ ਨੇ, ਕੁਛ ਪੜ੍ਹਿਆ ਨਹੀਂ ਜਾਂਦਾ ਹੈਗਾ ਕੀ ਲਿਖਿਆ ਸੀ ਉਹਨਾਂ ਨੇ। ਇਹ ਇੱਥੋਂ ਤੱਕ ਇਹ ਸਾਰਾ ਕੁਝ ਸह के गुज़रना पड़ता है ज़िंदगी को कई मानसूनों से, फ़कत एक ही बारिश से ज़मीं की तपश नहीं जाती। आ भी ज़मीं है, साडा शरीर, साडा स्ट्रक्चर, ये शख्सियत भी एक ज़मीं है। पता नहीं किन्नियां क मानसूनां दे विचों ये शख्सियत गुजरे। बीबी संदीप कौर खालसा जी जो मेरे नाल बैठे ने, कैसा दर्द और कैसे वो जख्मां दी चीज़ अपने अंदर समोई बैठे ने, किते किते वो चीज़ बाहर आउंदी है, फिर कलम हथ विच आउंदी है। बिल्कुल बहुत सच लिखिया तुसीं, ओढ़क सच रही दे विच अखां दे नाल भी वो चेहरे देखे, वो चेहरे पढ़े भी होणगे जिन्हां ने कौम दे नाल गद्दारी कीती। कुछ ऐसे चेहरे भी सामने आए। बिल्कुल जी। 84 ਦੇ ਵਿੱਚ ਜਦੋਂ ਧਰਮ ਯੁੱਧ ਮੋਰਚੇ ਵਿੱਚ ਮੈਂ ਛੋਟੇ ਹੁੰਦੇ ਆਪਣੇ ਬੀਜੀ ਦੇ ਨਾਲ ਗ੍ਰਿਫਤਾਰੀ ਦੇਣ ਜਾਂਦੀ ਹੁੰਦੀ ਸੀ। ਆਮ ਹੀ ਸਾਡੇ ਪਿੰਡ ਤੋਂ ਟਰੈਕਟਰ ਟਰਾਲੀ ਰਾਹੀਂ ਸੰਗਤ ਜਿਹੜੀ ਹੈਗੀ ਆ ਉਹ ਦਰਬਾਰ ਸਾਹਿਬ ਆਉਂਦੀ ਹੁੰਦੀ ਸੀ ਸੰਤ ਪਿੰਡਰਾਂ ਵਾਲਿਆਂ ਦੇ ਸਮੇਂ ਦੇ ਵਿੱਚ। ਤਾਂ ਉਸ ਟਾਈਮ ਬਹੁਤ ਸਾਰੇ ਨਾਅਰੇ ਲੱਗਦੇ ਹੁੰਦੇ ਸੀ। ਉਹਨਾਂ ਨਾਅਰਿਆਂ ਦੇ ਵਿੱਚ ਇੱਕ ਨਾਅਰਾ ਸੀਗਾ, ਬਾਦਲ ਟੌੜਾ ਲੰਗੋਵਾਲ ਤਿੰਨੇ ਕੌਮ ਦੇ ਗਦਾਰ। ਇਹ ਨਾਅਰਾ 1984 ਦੇ ਵਿੱਚ ਮੈਂ ਛੋਟੀ ਉਮਰ ਵਿੱਚ ਹੀ ਆਪਣੀ ਇਸ ਜ਼ਬਾਨ ਨਾਲ ਲਾਇਆ ਹੈਗਾ, ਬਾਦਲ ਟੌੜਾ ਲੰਗੋਵਾਲ ਤਿੰਨੇ ਕੌਮ ਦੇ ਗਦਾਰ। ਪਰ ਅੱਜ ਬੜੀ ਹੈਰਾਨ ਹੁੰਨੀ ਹੈਗੀ ਆ ਵੀ ਅੱਜ ਵੀ ਬਾਦਲ ਜਿਹੜਾ ਹੈਗਾ ਵਾ ਉਹ ਕੌਮ ਦਾ ਸਰਦਾਰ ਬਣਿਆ ਹੋਇਆ। ਅੱਜ ਸਾਡੀ ਕੌਮ ਉਹਨੂੰ ਵੋਟਾਂ ਨਾਲ ਨਵਾਜ ਰਹੀ ਆ। ਇਹ ਚਿਹਰੇ ਉਹ ਜੇ ਅਸੀਂ 84 ਤੋਂ ਪਹਿਲਾਂ ਪਹਿਚਾਣ ਲਏ ਸੀ ਤੇ ਅੱਜ ਕਿਉਂ ਅਸੀਂ ਉਹਨਾਂ ਚਿਹਰਿਆਂ ਦੇ ਨਾਲ ਖਲੋਂਦੇ ਹੈਗੇ ਆ। ਇਹੀ ਸਾਡੀ ਕੌਮ ਦੀ ਬਦਕਿਸਮਤੀ ਆ ਵੀ ਅੱਜ ਫਿਰ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ, ਉਹਨਾਂ ਲੋਕਾਂ ਨੂੰ ਸਰਦਾਰੀਆਂ ਕਰਨ ਲਈ ਅਸੀਂ ਭਿਖਾਰੀ ਬਣ ਜਾਂਦੇ ਆ ਤੇ ਇਹਨਾਂ ਨੂੰ ਗਦਾਰਾਂ ਨੂੰ ਅਸੀਂ ਰਾਜੇ ਬਣਾ ਕੇ ਆਪਣੇ ਤੇ ਹੀ ਅਸੀਂ ਰਾਜ ਕਰਾਉਂਦੇ ਹੈਗੇ ਆ। ਇਹ ਸਾਡੀ ਕੌਮ ਦੀ ਬਦਕਿਸਮਤੀ ਹੈਗੀ ਆ। ਸਭ ਤੋਂ ਵੱਡੀ ਕਹਿ ਲਈ ਆਪਾਂ ਬਦਕਿਸਮਤੀ ਹੈ ਕੌਮ ਦੀ। ਬਿਲਕੁਲ ਜੀ। ਔਰ ਇਹੀ ਤਰਾਸਦੀ ਹੈ, ਇਹੀ ਦੁਖਾਂਤ ਹੈ ਵੱਡਾ, ਔਰ ਇਹੀ ਕਾਰਨ ਹੈ ਵੀ ਕੌਮ ਦਾ ਜੋ ਬਣਨਾ ਚਾਹੀਦਾ ਸੀ ਜਾਂ ਸ਼ਹੀਦ ਪਰਿਵਾਰਾਂ ਦਾ ਜੋ ਬਣਨਾ ਚਾਹੀਦਾ ਸੀ ਜਾਂ ਜਿਹੜੀ ਸੋਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਜਿਹੜੀ ਸੋਚ ਸੀ, ਜੋ ਉਹਨਾਂ ਦੇ ਸੁਪਨੇ ਸਨ, ਇਸ ਲਈ ਉਹ ਸਾਕਾਰ ਨਹੀਂ ਹੋ ਸਕੇ ਕਿਉਂਕਿ ਸਾਨੂੰ ਸਾਡੇ ਆਪਣਿਆਂ ਨੇ ਹੀ ਮਾਰਿਆ। ਬੀਬੀ ਸੰਦੀਪ ਕੌਰ ਖਾਲਸਾ ਜੀ, ਕਿੰਨੇ ਕੁ ਬੱਚੇ ਹੁਣ ਤੱਕ ਸ਼ਹੀਦ ਪਰਿਵਾਰਾਂ ਦੇ ਤੁਸੀਂ ਪੜ੍ਹਾ ਕੇ ਉਹਨਾਂ ਨੂੰ ਡਿਗਰੀਆਂ ਕਰਵਾ ਦਿੱਤੀਆਂ? ਨਿੱਕੇ ਨਿੱਕੇ ਤੁਹਾਡੇ ਕੋਲ ਸੀ ਉਹ, ਫਿਰ ਉਹ ਵੱਡੇ ਹੋਏ, ਵਿਆਹ ਵੀ ਹੋ ਗਏ ਉਹਨਾਂ ਦੇ। ਸੈਂਕੜੇ ਬੱਚੇ ਜਿਹੜੇ ਹੈਗੇ ਆ ਉਹ ਸ਼ਹੀਦ ਪਰਿਵਾਰਾਂ ਦੇ ਜਿਹੜੇ ਹੈਗੇ ਉਹ ਪੜ੍ਹਾਏ ਹੈਗੇ ਆ। ਛੋਟੇ ਛੋਟੇ ਪਾਲੇ ਵੀ ਹੈਗੇ ਆ ਔਰ ਬੜੇ ਆਪਣੇਪਣ ਨਾਲ ਉਹਨਾਂ ਬੱਚਿਆਂ ਨੂੰ ਪਾਲਿਆ ਹੈ। ਉਹਨਾਂ ਬੱਚਿਆਂ ਨੇ ਵੀ ਮੈਨੂੰ ਮਾਂ ਦਾ ਹੀ ਦਰਜਾ ਦਿੱਤਾ ਹੈਗਾ। ਮੇਰੀ ਝਿੜਕ ਵੀ ਉਹਨਾਂ ਬੱਚਿਆਂ ਨੇ ਸਹੀ ਆ, ਮੇਰੇ ਗੁੱਸੇ ਨੂੰ ਵੀ ਉਹਨਾਂ ਸਹਿਆ, ਜਿਵੇਂ ਹਰ ਬੱਚਾ ਆਪਣੀ ਮਾਂ ਦਾ ਗੁੱਸਾ ਵੀ ਸਹਿੰਦਾ ਹੈਗਾ। ਮੈਂ ਪਿਆਰ ਵੀ ਉਹਨਾਂ ਤੋਂ ਬਹੁਤ ਲਟਾਇਆ ਹੈ। ਜਿੱਥੇ ਲੋੜ ਪਈ ਝਿੜਕਣ ਦੀ ਮੈਂ ਉਹਨਾਂ ਨੂੰ ਝਿੜਕਿਆ ਵੀ ਰੱਜ ਕੇ ਹੈਗਾ, ਜਿੱਥੇ ਉਹਨਾਂ ਦਾ ਨੁਕਸਾਨ ਹੁੰਦਾ ਸੀਗਾ। ਮਾਂ ਦਾ ਵੀ ਪਿਆਰ ਦਿੱਤਾ, ਬਾਪ ਵਾਲੀ ਝਿੜਕ ਵੀ ਦੇ ਕੇ। ਉਹ ਇੱਕ ਅਜੀਬ ਕਿਸਮ ਦਾ ਅਹਿਸਾਸ ਹੈਗਾ ਵਾ ਜਿਹੜਾ ਸਮਾਂ ਮੈਂ ਉਹਨਾਂ ਸ਼ਹੀਦਾਂ ਦੇ ਬੱਚਿਆਂ ਦੇ ਨਾਲ ਬਤਾਇਆ ਹੈਗਾ ਵਾ। ਉਹ ਬੜਾ ਹੀ ਅਜੀਬ ਅਹਿਸਾਸ ਹੈਗਾ ਵਾ, ਬੜਾ ਸਕੂਨ ਦੇਣ ਵਾਲਾ ਹੈਗਾ ਵਾ ਅਹਿਸਾਸ ਜਿਹੜਾ ਹੈਗਾ ਵਾ, ਬੜਾ ਮਾਣ ਮਹਿਸੂਸ ਕਰਨ ਵਾਲਾ ਅਹਿਸਾਸ ਹੈਗਾ ਵਾ ਕਿ ਬਹੁਤ ਸਾਰੇ ਬੱਚੇ ਤਾਂ ਇਸ ਸੰਸਥਾ ਵਿੱਚ ਰਹਿ ਕੇ ਵੀ ਮੈਂ ਪੜ੍ਹਾਏ ਹੈਗੇ ਆ। ਇਸ ਤੋਂ ਇਲਾਵਾ ਵੀ ਜਿਹੜੇ ਬੱਚੇ
ਘਰਾਂ 'ਚ ਪੜ੍ਹ ਗਏ, ਕਿਸੇ ਨੇ +2 ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਜਦੋਂ ਬੱਚੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਤੇ ਮੈਂ ਕਿਹਾ ਨਹੀਂ, ਜਿਵੇਂ ਕਿ ਭਾਈ ਜਸਵਿੰਦਰ ਸਿੰਘ ਜੱਜ ਜੌਲ ਦਾ ਜਿਹੜਾ ਬੇਟਾ ਸੀਗਾ, ਉਹਨੇ +2 ਕੀਤੀ, ਤਾਂ ਉਹ ਅਚਾਨਕ ਆਪਣੀ ਮਦਰ ਦੇ ਨਾਲ ਜਦੋਂ ਮੈਨੂੰ ਮਿਲਿਆ ਤੇ ਮੈਂ ਉਹਨੂੰ ਪੁੱਛਿਆ ਵੀ ਇਸ ਤੋਂ ਅੱਗੇ ਕੀ ਕਰ ਰਿਹਾ, ਕਹਿੰਦਾ ਵੀ +2 ਕੀਤੀ, ਹੁਣ ਨਹੀਂ ਕੁਛ ਕਰ ਰਿਹਾ। ਤਾਂ ਮੈਂ ਉਹਨੂੰ ਇੱਕ ਮਿਹਣਾ ਜਿਹਾ ਮਾਰਿਆ, ਮੈਂ ਕਿਹਾ ਕਿ ਪਿਓ ਨੂੰ ਤਾਂ ਜੱਜ ਕਹਿੰਦੇ ਸੀ, ਜਸਵਿੰਦਰ ਸਿੰਘ ਜੱਜ ਜੌਲ, ਤੇ ਪੁੱਤ ਵਕੀਲ ਵੀ ਨਾ ਬਣੇ ਤੇ ਮਾੜੀ ਗੱਲ ਹੈਗੀ ਆ। ਪੁੱਤ ਨੂੰ ਵਕੀਲ ਤੱਕ ਤੇ ਜੱਜ ਨਹੀਂ ਬਣ ਸਕਦਾ, ਵਕੀਲ ਤੇ ਬਣ ਹੀ ਸਕਦਾ ਨਾ। ਤਾਂ ਉਸ ਬੱਚੇ ਨੇ ਇਹ ਗੱਲ ਇੰਨੀ ਪੱਲੇ ਬੰਨ੍ਹ ਲਈ, ਉਹ ਦਾੜੀ ਉਹਦੀ ਥੋੜੀ ਥੋੜੀ ਕੱਟੀ ਸੀਗੀ। ਮੈਂ ਕਿਹਾ ਬੇਟਾ ਅੱਜ ਤੋਂ ਬਾਅਦ ਦਾੜੀ ਨਹੀਂ ਕਟਾਉਣੀ। ਉਹ ਪਹਿਲਾ ਬੱਚਾ ਜਿਸ ਨੂੰ ਮੈਂ ਸਿਰਫ ਇੱਕ ਵਾਰੀ ਕਿਹਾ ਵੀ ਮੈਂ ਤੈਨੂੰ ਪੜ੍ਹਾਉਣੀ ਆ, ਤੂੰ ਦਾੜੀ ਨਹੀਂ ਕਟਾਉਣੀ। ਔਰ ਉਸ ਤੋਂ ਬਾਅਦ ਅਗਲੀ ਵਾਰ ਜਦੋਂ ਬੱਚਾ ਮੇਰੇ ਕੋਲ ਆਇਆ, ਉਹਨੇ ਦਾੜੀ ਰੱਖੀ ਹੋਈ ਸੀ, ਸਾਬਤ ਸੂਰਤ ਸੀ, ਤਾਂ ਮੈਨੂੰ ਕਿਹਾ ਕਿ ਆਂਟੀ ਮੇਰਾ ਦਾਖਲਾ ਕਰਾਓ, ਹੁਣ ਕਿੱਥੇ ਕਰਾਉਣਾ ਹੈਗਾ। ਫਿਰ ਖਾਲਸਾ ਕਾਲਜ ਵਿੱਚ ਮੈਂ ਉਹਦਾ ਦਾਖਲਾ ਕਰਾ ਕੇ ਉਹਨੂੰ ਉੱਥੋਂ LLB ਕਰਾ ਕੇ, ਤਾਂ ਉਹ ਹੁਣ ਇਸ ਟਾਈਮ ਤਰਨਤਾਰਨ ਦੇ ਵਿੱਚ ਭਾਈ ਜਸਵਿੰਦਰ ਸਿੰਘ ਜੱਜ ਜੌਲ ਦਾ ਜਿਹੜਾ ਲੜਕਾ ਹੈਗਾ ਵਾ, ਉਹ ਵਕੀਲ ਬਣ ਚੁੱਕਿਆ ਹੈ ਤੇ ਬੜੇ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰ ਰਿਹਾ ਹੈਗਾ। ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਵਧੀਆ ਪ੍ਰੈਕਟਿਸ ਕਰ ਰਿਹਾ, ਵਧੀਆ ਸੀਟ ਤੇ ਬੈਠਾ ਹੋਇਆ ਹੈ। ਇਸ ਤਰ੍ਹਾਂ ਹੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ, ਉਹਨਾਂ ਨੇ ਸਟੱਡੀ ਕੀਤੀ ਹੈਗੀ ਆ, ਉਹਨਾਂ ਨੂੰ ਘਰਾਂ 'ਚ ਵੀ ਖਰਚਾ ਦਿੱਤਾ ਗਿਆ, ਹੋਸਟਲਾਂ 'ਚ ਰੱਖ ਕੇ ਵੀ ਪੜ੍ਹਾਇਆ ਗਿਆ। ਜਿੰਨੇ ਵੀ ਬੱਚੇ ਮੇਰੇ ਆਏ ਹੈਗੇ, ਟੱਚ ਵਿੱਚ ਆਏ ਹੈਗੇ ਆ, ਮੈਂ ਹਰ ਇੱਕ ਨੂੰ, ਜਦ ਕਿ ਇਕਨੋਮੀਕਲ ਤੌਰ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਰਿਹਾ ਹੈਗਾ ਵਾ। ਜਦੋਂ ਸ਼ਹੀਦਾਂ ਦੇ ਬੱਚੇ ਮੈਂ ਪੜ੍ਹਾਉਂਦੀ ਸਾਂ, ਬਹੁਤ ਤੁਹਾਨੂੰ ਦੱਸਿਆ ਕਿ ਇਸ ਪਾਸੇ ਬਹੁਤ ਵਿਰਲੇ ਕਦਮ ਹੀ ਆਉਂਦੇ ਸੀਗੇ। ਅੱਜ ਸਟੇਜ ਹੋਰ ਹੈਗੀ ਹੈ ਸੰਸਥਾ ਦੀ, ਪਰ ਜਦੋਂ ਸ਼ਹੀਦਾਂ ਦੇ ਬੱਚੇ ਸੀ ਨਾ, ਬਹੁਤ ਬੁਰੀ ਹਾਲਤ ਵਿੱਚੋਂ ਨਿਕਲੇ ਹੈਗੇ ਆ, ਕਿਉਂਕਿ ਸ਼ਹੀਦਾਂ ਦੀਆਂ ਮਾਵਾਂ ਦੇ ਦੁੱਖ ਵੀ ਸੁਣਨੇ ਪੈਂਦੇ ਸੀ, ਉਹਨਾਂ ਦੇ ਵੀ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਪੈਂਦਾ ਸੀਗਾ। ਬੱਚਿਆਂ ਦੇ ਮਹਿੰਗੇ ਪੜ੍ਹਾਈਆਂ ਦੇ ਖਰਚੇ ਵੀ ਕਰਨੇ ਬੜੇ ਔਖੇ ਸੀਗੇ, ਬਜਟ ਬਹੁਤ ਥੋੜ੍ਹੇ ਸੀਗੇ। ਪਰ ਫਿਰ ਵੀ ਇੱਕ ਜਥੇਬੰਦੀ ਜਿਨ੍ਹਾਂ ਦਾ ਮੈਂ ਨਾਂ ਲੈਣਾ ਚਾਹੁੰਦੀ ਹੈਗੀ ਆ, ਸੇਵਾ ਚੈਰੀਟੇਬਲ ਸੁਸਾਇਟੀ ਟੋਰਾਂਟੋ ਕੈਨੇਡਾ ਤੋਂ, ਉਹਨਾਂ ਨੇ ਬਹੁਤ ਸਾਥ ਦਿੱਤਾ ਹੈਗਾ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ। ਉਹਨਾਂ ਨੇ ਫੀਸਾਂ ਭਰਨ 'ਚ ਤੇ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਹੈਗਾ ਮੇਰਾ, ਤੇ ਤਾਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਮਿੱਥੇ ਹੋਏ ਨਿਸ਼ਾਨਿਆਂ 'ਤੇ ਮੈਂ ਪਹੁੰਚਾ ਸਕੀ ਹਾਂ। ਹੋਰ ਵੀ ਸੰਗਤਾਂ ਨੇ ਸਾਥ ਦਿੱਤਾ ਹੈਗਾ, ਤਾਂ ਇਹ ਬੱਚੇ ਉਹਨਾਂ ਨਿਸ਼ਾਨਿਆਂ 'ਤੇ ਪਹੁੰਚ ਚੁੱਕੇ ਨੇ। ਅੱਜ ਕਾਫੀ ਸਾਰੀਆਂ ਸ਼ਹੀਦਾਂ ਦੀਆਂ ਬੱਚੀਆਂ ਨਰਸਿੰਗ ਕਰਕੇ ਵਿਦੇਸ਼ਾਂ ਵਿੱਚ ਗਈਆਂ ਹੋਈਆਂ ਨੇ। ਕਮ ਸੇ ਕਮ ਜਿੰਨੇ ਬੱਚੇ ਪੜ੍ਹਾਏ ਆ, ਮੈਨੂੰ ਉਹਨਾਂ ਦੀਆਂ ਮਦਰ ਵੱਲ ਨਹੀਂ ਕੋਈ ਧਿਆਨ ਮਾਰਨ ਦੀ ਲੋੜ, ਉਹ ਬੱਚੇ ਆਪਣੀਆਂ ਪਰਿਵਾਰਾਂ ਨੂੰ ਸੰਭਾਲਣ ਜੋਗੇ ਹੋ ਗਏ ਆ। ਕਿਉਂਕਿ ਜਦੋਂ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਹੋ ਗਏ, ਕੋਈ ਆਸਟ੍ਰੇਲੀਆ ਚਲੇ ਗਿਆ, ਕੋਈ ਅਮਰੀਕਾ ਚਲੇ ਗਿਆ, ਕੋਈ ਇੰਗਲੈਂਡ ਬੱਚੀਆਂ ਚਲੇ ਗਈਆਂ, ਕੈਨੇਡਾ 'ਚ ਬਹੁਤ ਸਾਰੀਆਂ ਮੇਰੀਆਂ ਬੱਚੀਆਂ ਨੇਗੀਆਂ। ਇਸੇ ਤਰ੍ਹਾਂ ਬੱਚੇ ਜਿਹੜੇ ਹੈਗੇ ਆ, ਉਹ ਸਟੱਡੀ ਬੇਸ 'ਤੇ, ਜਾਂ ਜਿਨ੍ਹਾਂ ਦੀ ਸਟੱਡੀ ਇਸ ਤਰ੍ਹਾਂ ਦੀ ਹੋ ਗਈ ਕਿ ਵਧੀਆ ਘਰਾਂ 'ਚ ਉਹਨਾਂ ਦੀ ਮੈਰਿਜ ਹੋ ਗਈ, ਵਿਦੇਸ਼ਾਂ ਵਿੱਚ ਉਹਨਾਂ ਦੀ ਮੈਰਿਜ ਹੋ ਗਈ, ਉਹ ਬੱਚੀਆਂ ਜਿਹੜੀਆਂ ਨੇਗੀਆਂ ਅੱਜ ਕਾਮਯਾਬ ਨੇ ਤੇ ਆਪਣੇ ਪਰਿਵਾਰਾਂ ਦੀ ਉਹ ਦੇਖਭਾਲ ਕਰਨ ਜੋਗੀਆਂ ਹੋ ਗਈਆਂ ਨੇਗੀਆਂ। ਨਿੱਕੇ ਹੁੰਦੇ ਇੱਕ ਪਿਕਚਰ ਦੇਖੀ ਸੀ ਮੈਂ, ਮੇਰਾ ਨਾਮ ਜੋਕਰ, ਉਹ 'ਚ ਜਿਹੜਾ ਉਹ ਪਾਰਟ ਅਦਾ ਕਰਦਾ ਜੋਕਰ ਦਾ, ਉਹਦੀ ਮਾਂ ਦੀ ਡੈਥ ਹੋ ਜਾਂਦੀ ਹੈ, ਉਹਦੀ ਮਾਂ ਮਰ ਜਾਂਦੀ ਹੈ, ਉਹਦੇ ਕੋਲ ਖਬਰ ਪਹੁੰਚਦੀ ਹੈ, ਲੇਕਿਨ ਉਹਦਾ ਸ਼ੋਅ ਹੁੰਦਾ, ਉਹ ਲੋਕਾਂ ਨੂੰ ਹਸਾਉਂਦਾ ਹੁੰਦਾ, ਪਰ ਅੰਦਰੋਂ ਰੋਂਦਾ ਹੁੰਦਾ। ਉਹ ਕਿੰਨੇ ਬੱਚੇ ਤੁਹਾਡੇ ਕੋਲੋਂ ਪੜ੍ਹ ਕੇ ਗਏ, ਸ਼ਹੀਦ ਪਰਿਵਾਰਾਂ ਦੇ, ਕਿੰਨਾ ਕੁਛ ਤੁਸੀਂ ਆਪਣੇ ਪਿੰਡੇ 'ਤੇ ਹੰਢਾਇਆ, ਸਰੀਰ 'ਤੇ ਹੰਢਾਇਆ, ਮਨ 'ਤੇ ਹੰਢਾਇਆ। ਬਹੁਤ ਕੁਛ ਦਫਾ ਐਸਾ ਵੀ ਹੁੰਦਾ ਬਈ ਉਹ ਕੋਈ ਬਲਬਲਾ ਅੰਦਰ ਚੱਲ ਰਿਹਾ ਹੁੰਦਾ, ਪਿਛਲਾ ਜੋ ਮੰਜ਼ਰ ਹੈ ਉਹਦਾ, ਔਰ ਸਾਹਮਣੇ ਬੱਚੇ ਹੁੰਦੇ ਨੇ, ਉਹਨਾਂ ਨਾਲ ਹੱਸ ਕੇ ਖੇਡਣਾ ਵੀ ਹੁੰਦਾ। ਉਦੋਂ ਸੰਦੀਪ ਕੌਰ ਖਾਲਸਾ ਦੀ ਹਾਲਤ ਕੀ ਹੁੰਦੀ ਹੈ? ਹਾਂ, ਕਈ ਵਾਰੀ ਇਹ ਟਾਈਮ ਆਉਂਦਾ ਸੀਗਾ, ਕਿਉਂਕਿ ਸਿੰਘ ਸਾਹਿਬ ਸਰਦਾਰ ਧਰਮ ਸਿੰਘ ਕਾਸ਼ਤੀਵਾਲ ਹੁਣਾਂ ਦੀ ਯਾਦ ਅੱਜ ਤੱਕ ਮੇਰੇ ਮਨ ਵਿੱਚ ਹੈ ਤੇ ਆਖਰੀ ਸਾਹ ਤੱਕ ਰਹੇਗੀ। ਮਨ ਵਿੱਚ ਵੀ ਹੈ, ਅੱਖਾਂ 'ਚ ਵੀ ਹੈ, ਸਾਹਾਂ 'ਚ ਵੀ ਹੈ। ਬਿਲਕੁਲ ਜੀ। ਮੇਰੇ ਖਿਆਲ ਮੇਰੀ ਜ਼ਿੰਦਗੀ ਦਾ ਅੱਜ ਤੱਕ ਕੋਈ ਵੀ ਇਹੋ ਜਿਹਾ ਦਿਨ ਨਹੀਂ ਹੈਗਾ ਕਿ ਜਦੋਂ ਮੈਂ ਸਿੰਘ ਸਾਹਿਬ ਹੁਣਾਂ ਨੂੰ ਯਾਦ ਨਹੀਂ ਕੀਤਾ ਹੈ। ਹਮੇਸ਼ਾ ਉਹਨਾਂ ਦੀ ਯਾਦ ਮੇਰੇ ਮਨ ਵਿੱਚ ਰਹਿੰਦੀ ਹੈਗੀ ਆ। ਜਦੋਂ 96-97 'ਚ ਸੰਸਥਾ ਸ਼ੁਰੂ ਕੀਤੀ ਸੀ ਤੇ ਉਦੋਂ ਤਾਂ ਮਨ ਬਹੁਤ ਜ਼ਿਆਦਾ ਭਾਵਕ ਰਹਿੰਦਾ ਹੁੰਦਾ ਸੀਗਾ। ਤਾਂ ਬੱਚਿਆਂ ਨੂੰ ਸਵਾਲਣ ਤੋਂ ਬਾਅਦ ਮੈਂ ਜਦੋਂ ਆਪਣੇ ਕਮਰੇ ਵਿੱਚ ਜਾਂਦੀ ਸੀ ਤੇ ਮਨ ਕਈ ਵਾਰੀ ਇਮੋਸ਼ਨਲ ਹੋ ਜਾਂਦਾ ਹੁੰਦਾ ਸੀ। ਤਾਂ ਕਈ ਵਾਰੀ ਉਹ ਜਿਹੜੇ ਇਮੋਸ਼ਨ ਹੈ ਹੰਝੂਆਂ ਰਾਹੀਂ ਵੀ ਵਹਿ ਜਾਂਦੇ ਹੁੰਦੇ ਸੀਗੇ, ਤਾਂ ਮਨ ਵਿਰਾਗ 'ਚ ਵੀ ਆ ਜਾਂਦਾ ਹੁੰਦਾ ਸੀ, ਪਰ ਫਿਰ ਆਪਣੇ ਆਪ ਨੂੰ ਸੰਭਾਲ ਲੈਂਦੀ ਹੁੰਦੀ ਸੀਗੀ
ਕਿ ਨਹੀਂ ਤੇਰੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਨੇ, ਤੂੰ ਬਹੁਤ ਕੁਝ ਕਰਨਾ ਹੈਗਾ ਵਾ, ਬਹੁਤ ਅੱਗੇ ਵਧਣਾ ਹੈਗਾ ਵਾ, ਇਹਨਾਂ ਬੱਚਿਆਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਚੱਲਣਾ ਹੈਗਾ ਵਾ, ਬਹੁਤ ਜ਼ਿਆਦੀਆਂ ਜ਼ਿੰਮੇਵਾਰੀਆਂ ਨੇ। ਤੇ ਆਪਣੇ ਉਹ ਜਿਹੜੇ ਹੈਗੇ ਆ ਇਮੋਸ਼ਨ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਕੰਟਰੋਲ ਕਰਕੇ ਅਗਲੀ ਸਵੇਰ ਜਾਗਣ ਦੇ ਲਈ, ਕੰਮ ਕਰਨ ਦੇ ਲਈ ਫਿਰ ਸੌਂ ਜਾਂਦੀ ਸੀ। ਜੀ ਤਾਂ ਕਰਦਾ ਸੀ ਤਾਂ ਮਾਰ ਕੇ ਰੋਵਾਂ, ਉੱਚੀ ਉੱਚੀ ਰੋਵਾਂ, ਲੇਕਿਨ ਉਹ ਜਿਹੜੀ ਇੱਕ ਗੂੰਜ ਹੁੰਦੀ ਸੀ, ਦਰਦ ਦੀ ਚੀਜ਼ ਹੁੰਦੀ ਸੀ, ਉਹਨੂੰ ਸਮੇਟ ਲੈਂਦੇ ਸੀ ਫਿਰ ਵੀ ਕੋਈ ਸੁਣ ਨਾ ਲਵੇ। ਬਿਲਕੁਲ, ਉਹ ਤਾਂ ਹੁੰਦਾ ਹੀ ਆ, ਹਰ ਇੱਕ ਨੂੰ ਹੁੰਦਾ ਹੀ ਹੈਗਾ। ਉਹ ਜਿਹੜੀ ਚੀਜ਼ ਹੁੰਦੀ ਆ ਤਾਂ ਹੁੰਦੀ ਆ। ਸਭ ਤੋਂ ਜ਼ਿਆਦਾ ਦੁਖਦਾਈ ਜਿਹੜਾ ਮੇਰਾ ਜ਼ਿੰਦਗੀ ਦਾ ਜਿਹੜਾ ਸਮਾਂ ਹੈਗਾ ਵਾ ਉਹ 2002 ਤੋਂ ਬਾਅਦ ਸ਼ੁਰੂ ਹੁੰਦਾ ਹੈਗਾ ਵਾ। ਜਦੋਂ ਸੰਸਥਾ ਜਿਹੜੀ ਹੈਗੀ ਆ ਉਹ ਇਸ ਪੱਧਰ ਤੇ ਪਹੁੰਚਦੀ ਹੈਗੀ ਆ ਤਾਂ ਫਿਰ ਜਿਵੇਂ ਕਹਿੰਦੇ ਨੇ ਕੀੜੀ ਪਹਾੜ ਚੜ੍ਹਦੀ ਆ ਤੇ ਉਹਨੂੰ ਫਿਰ ਥੱਲੇ ਡੇਗ ਦਿੱਤਾ ਜਾਂਦਾ ਹੈਗਾ। ਉਸ ਟਾਈਮ SSP ਉਮਰਾ ਨੰਗਲ ਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਮੇਰੇ ਤੇ ਦੁਬਾਰੇ ਤੇ ਕੇਸ ਪਾਉਣੇ ਸ਼ੁਰੂ ਕਰ ਦਿੱਤੇ ਔਰ ਮੈਂ ਤੇ ਮੇਰੇ ਸ਼ਹੀਦਾਂ ਦੇ ਜਿਹੜੇ ਬੱਚੇ ਸੀ ਅਸੀਂ ਸੜਕ ਤੇ ਸੀਗੇ। ਉਹ ਬੜਾ ਦੁਖਦਾਈ ਟਾਈਮ ਸੀਗਾ, ਬੜਾ ਤਕਲੀਫ ਵਾਲਾ ਟਾਈਮ ਸੀਗਾ। ਇਹ ਟਾਈਮ ਸੀਗਾ ਕਿ ਜਦੋਂ ਅਸੀਂ ਕਿਰਾਏ ਦੇ ਮਕਾਨ ਤੇ ਰਹਿ ਰਹੇ ਸੀਗੇ ਤੇ ਇਸ ਤਰ੍ਹਾਂ ਬੱਚੇ ਜਿਹੜੇ ਆ ਗਰਮੀਆਂ 'ਚ ਸੁੱਤੇ ਹੁੰਦੇ ਸੀਗੇ, ਉਹਨਾਂ ਦੇ ਥੱਲੇ ਵਿਛਾਉਣ ਲਈ ਪੂਰਾ ਬਿਸਤਰੇ ਵੀ ਨਹੀਂ ਸੀ ਹੁੰਦੇ ਹੈਗੇ। ਬੱਚੇ ਘੂਕ ਸੁੱਤੇ ਹੁੰਦੇ ਸੀਗੇ, ਛੋਟੇ ਛੋਟੇ ਬੱਚੇ, ਤੇ ਮੈਂ ਉਹਨਾਂ ਦੇ ਸਿਰਹਾਣੇ ਖਲੋ ਕੇ ਅਰਦਾਸ ਕਰਦੀ ਹੁੰਦੀ ਹਾਂ, ਪਾਤਸ਼ਾਹ ਇਹ ਤਾਂ ਸਾਹਿਬਜ਼ਾਦੇ ਨੇਗੇ, ਇਹ ਸ਼ਹੀਦਾਂ ਦੇ ਬੱਚੇ ਨੇ, ਬਿਸਤਰੇ ਤਾਂ ਚਾਹੀਦੇ ਹੀ ਆ ਨਾ ਇਹਨਾਂ ਦੇ ਲਈ, ਸਿਆਲ ਆ ਰਿਹਾ ਹੈਗਾ ਵਾ। ਉਹ ਬੜਾ ਇਮੋਸ਼ਨ ਹੁੰਦਾ ਸੀਗਾ, ਬੜਾ ਵਿਰਾਗ ਵਿੱਚ ਹੁੰਦਾ ਸੀ, ਪਰ ਮੈਂ ਅਰਦਾਸ ਕਰਦੀ ਰਹਿੰਦੀ ਸੀ ਕਿ ਪਾਤਸ਼ਾਹ ਕਿਸੇ ਨੂੰ ਭੇਜ, ਇਹਨਾਂ ਲਈ ਬਿਸਤਰੇ ਚਾਹੀਦੇ ਨੇ। ਤਾਂ ਫਿਰ ਬਾਬਾ ਸ਼ਮਸ਼ੇਰ ਸਿੰਘ ਜੀ ਉਹ ਸਾਡੇ ਕੋਲ ਉੱਥੇ ਆਉਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਬੀਬੀ ਸੰਦੀਪ ਕੌਰ ਇਸ ਤਰ੍ਹਾਂ ਬੱਚਿਆਂ ਨੂੰ ਲੈ ਕੇ ਕਿਰਾਏ ਦੇ ਮਕਾਨ ਤੇ ਰਹਿ ਰਹੀ ਹੈ, ਸ਼ਹੀਦਾਂ ਦੇ ਬੱਚਿਆਂ ਨੂੰ। ਉਹ ਜਦੋਂ ਸਾਡੇ ਕੋਲ ਆਉਂਦੇ ਨੇ ਤਾਂ ਉਹਨਾਂ ਨੇ ਮੈਨੂੰ ਪੁੱਛਿਆ, ਭੈਣ ਜੀ ਕਿਸ ਚੀਜ਼ ਦੀ ਲੋੜ ਹੈਗੀ ਤੁਹਾਨੂੰ ਦੱਸੋ। ਮੈਂ ਉਹਨਾਂ ਨੂੰ ਕਿਹਾ ਕਿ ਸਿਆਲ ਆ ਰਿਹਾ, ਸਭ ਤੋਂ ਪਹਿਲਾਂ ਤਾਂ ਮੈਨੂੰ ਬੱਚਿਆਂ ਲਈ ਬਿਸਤਰੇ ਚਾਹੀਦੇ ਨੇਗੇ। ਤਾਂ ਕੁਦਰਤ ਨੇ ਢੋਟਕਾਇਆ ਕਿ ਉਹਨਾਂ ਨੇ ਆਪਣੇ ਸਾਰੇ ਸਰਕਲ ਦੇ ਵਿੱਚ ਇੱਕ ਦੁਕਾਨ ਤੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਵਧੀਆ ਬਿਸਤਰਾ ਕਿੰਨੇ ਦਾ ਬਣਦਾ ਹੈਗਾ, ਰਜਾਈ, ਤਲਾਈ, ਸਰਾਣਾ, ਜੋ ਕੁਛ ਵੀ, ਚਾਦਰ। ਤਾਂ ਦੁਕਾਨ ਵਾਲੇ ਨੇ ਦੱਸਿਆ ਕਿ 650 ਰੁਪਏ ਦਾ ਇੱਕ ਬਿਸਤਰਾ ਬਣੇਗਾ। ਤਾਂ ਉਹਨਾਂ ਆਪਣੇ ਸਾਰੇ ਹੀ ਸਰਕਲ ਵਿੱਚ ਕਹਿ ਦਿੱਤਾ ਕਿ ਇੰਨੇ ਬਿਸਤਰੇ ਸਾਨੂੰ ਚਾਹੀਦੇ ਆ, 650 ਰੁਪਈਆ ਫਲਾਣੀ ਦੁਕਾਨ ਤੇ ਜਮ੍ਹਾਂ ਕਰਾ ਦਿਓ ਤੇ ਇੰਨੇ ਬਿਸਤਰਿਆਂ ਦਾ ਮੈਂ ਆਰਡਰ ਦੇ ਆਇਆ ਵਾਂ ਤੇ ਇਹ ਆਪਾਂ ਉੱਥੇ ਪਹੁੰਚਾਉਣੇ ਆ। ਤਾਂ ਉਹਨਾਂ ਨੇ ਥੋੜ੍ਹੇ ਹੀ ਦਿਨਾਂ ਵਿੱਚ ਗੁਰੂ ਮਹਾਰਾਜ ਨੇ ਨੇੜੇ ਹੋ ਕੇ ਸੁਣੀ ਤੇ ਉਹ ਬਿਸਤਰੇ ਸਾਨੂੰ ਪਹੁੰਚਾ ਦਿੱਤੇ। ਉਸ ਟਾਈਮ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਕੰਮ ਕਰ ਰਹੇ ਜੇ, ਤੁਹਾਡਾ ਡਾਊਨਫਾਲ ਚੱਲਦਾ ਹੈਗਾ ਵਾ, ਤਾਂ ਉਦੋਂ ਐਵੇਂ ਹੀ ਲੋਕ ਤੁਹਾਡੇ ਤੇ ਇਲਜ਼ਾਮਬਾਜ਼ੀ ਵਿੱਚ ਆ ਜਾਂਦੇ, ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ। ਕੁਝ ਲੋਕ ਜਿਹੜੇ ਕੰਨਾਂ ਦੇ ਕੱਚੇ ਹੁੰਦੇ ਉਹ ਫਿਰ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਨ ਲੱਗ ਜਾਂਦੇ। ਕੁਝ ਲੋਕ ਤਾਂ ਪਹਿਲਾਂ ਤੋਂ ਹੀ ਤੁਹਾਡੇ ਵਿਰੋਧ ਵਿੱਚ ਹੁੰਦੇ ਆ, ਕੁਝ ਜਥੇਬੰਦੀਆਂ ਦੇ ਚੱਕਰ ਦੇ ਵਿੱਚ ਪਈ ਹੋਈ ਸਾਡੀ ਕੌਮ ਵੀ ਆਹ ਬੰਦਾ ਬੱਬਰਾਂ ਦਾ ਆ, ਆਹ ਬੰਦਾ ਟਕਸਾਲ ਦਾ ਆ, ਅਖੰਡ ਕੀਰਤਨੀ ਜਥੇ ਦਾ। ਇਸ ਚੀਜ਼ ਨੂੰ ਵੀ ਮੈਨੂੰ ਬਹੁਤ ਜ਼ਿਆਦਾ ਫੇਸ ਕਰਨਾ ਪਿਆ, ਜਥੇਬੰਦੀ ਧੜੇਬੰਦੀ ਦੇ ਤੌਰ ਤੇ ਵੀ ਮੈਨੂੰ ਬੜਾ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ। ਉਹੀ ਟਾਈਮ ਸੀਗਾ ਕਿ ਚਾਰੇ ਪਾਸੇ ਤੋਂ ਵਿਰੋਧ ਚੱਲ ਰਿਹਾ ਸੀ। ਕੁਛ ਬੰਦਾ ਆਪਣੇ ਮਨ ਨਾਲ ਵੀ ਇੱਕ ਲੜਾਈ ਕਰ ਰਿਹਾ ਹੁੰਦਾ, ਮਨ ਦੇ ਵਿੱਚ ਵੀ ਕਸ਼ਮਕਸ਼ ਚੱਲਦੀ ਹੈ ਵੀ ਮਨਾ ਐਵੇਂ ਜਿਹੜਾ ਮਰਜ਼ੀ ਜੋ ਮਰਜ਼ੀ ਕਹਿ ਦਿੰਦਾ, ਕੀ ਲੈਣਾ ਤੂੰ ਇੱਕ ਵਧੀਆ ਜ਼ਿੰਦਗੀ ਜੀ ਸਾਂ, ਆਪਦੀ ਮਰਜ਼ੀ ਨਾਲ ਜ਼ਿੰਦਗੀ ਜੀ, ਵਿਦੇਸ਼ ਜਾ ਕੇ ਉੱਥੇ ਜਾ ਕੇ ਠੰਡੀਆਂ ਹਵਾਵਾਂ ਲੈ, ਕੀ ਲੈਣਾ ਹੈ ਤੂੰ। ਪਰ ਫਿਰ ਦੂਜਾ ਮਨ ਕਹਿੰਦਾ ਨਹੀਂ, ਜਿਹੜਾ ਕੌਮ ਨਾਲ ਵਾਅਦਾ ਕੀਤਾ ਸੀ, ਜਿਹੜਾ ਆਪਣੇ ਆਪ ਨਾਲ ਵਾਅਦਾ ਕੀਤਾ ਸੀ, ਜਿਹੜਾ ਗੁਰੂ ਨਾਲ ਵਾਅਦਾ ਕੀਤਾ ਸੀ, ਉਸ ਵਾਅਦੇ ਦਾ ਕੀ ਬਣੇਗਾ। ਤੂੰ ਤਾਂ ਕਿਹਾ ਸੀ ਖੂਨ ਦਾ ਕਤਰਾ ਕਤਰਾ ਕੌਮ ਦੇ ਲੇਖੇ ਆਊ ਲੱਗੂਗਾ। ਤੇ ਅੱਜ ਇਹ ਜ਼ਿੰਦਗੀ ਛੱਡ ਕੇ ਇਹਨਾਂ ਔਕੜਾਂ ਮੁਸ਼ਕਲਾਂ ਤੋਂ ਭੱਜ ਕੇ ਅੱਜ ਆਮ ਜ਼ਿੰਦਗੀ ਜੀਣ ਬਾਰੇ ਤੂੰ ਮਨਾ ਸੋਚ ਰਿਹਾ, ਨਹੀਂ, ਤੂੰ ਵਧਣਾ ਹੈ ਅੱਗੇ। ਔਖੀ ਘਾਟੀ ਵਿਖੜਾ ਪੈਂਦਾ ਪਰ ਅਸਾਂ ਨੇ ਚੱਲਣਾ। ਤਾਂ ਹੀ ਮੈਂ ਆਪਣੀ ਕਿਤਾਬ ਦਾ ਜਿਹੜਾ ਨਾਂ ਹੈ ਉਹ ਵਿਖੜਾ ਪੈਂਦਾ ਰੱਖਿਆ। ਹਮੇਸ਼ਾ ਜਦੋਂ ਵੀ ਮੈਂ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਹੁੰਦੀ ਹਾਂ, ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਘਿਰੀ ਹੁੰਦੀ ਹਾਂ, ਬਹੁਤ ਸਾਰੇ ਲੋਕ ਮੇਰੇ ਵਿਰੋਧ ਵਿੱਚ ਹੁੰਦੇ ਆ, ਤਾਂ ਮੇਰੀ ਜ਼ੁਬਾਨ ਤੇ ਸਿਰਫ ਇੱਕੋ ਹੀ ਲਫ਼ਜ਼ ਹੁੰਦਾ, ਔਖੀ ਘਾਟੀ ਵਿਖੜਾ ਪੈਂਦਾ ਪਰ ਅਸਾਂ ਨੇ ਚੱਲਣਾ। ਫਿਰ ਪਰਿਵਾਰ ਨਾਲ ਵੀ ਲੜਾਈ ਚੱਲ ਰਹੀ ਸੀ, ਪਰਿਵਾਰਕ ਮੈਂਬਰ ਵੀ ਕਹਿੰਦੇ ਸੀ ਵੀ ਬਹੁਤ ਪੁਲਿਸ ਪਰੇਸ਼ਾਨ ਕਰਦੀ ਆ, ਇੰਨੇ ਤੇਰੇ ਤੇ ਕੇਸ ਪਾ ਦਿੱਤੇ ਆ, ਬਹੁਤ ਕੁਝ ਹੋ ਗਿਆ ਏ, ਇਹ ਸਭ ਕੁਝ ਛੱਡ ਕੇ ਤੂੰ ਘਰੇ ਵਾਪਸ ਆ ਜਾ। ਪਰਿਵਾਰ ਨੂੰ ਵੀ ਨਜਿੱਠਣਾ ਹੁੰਦਾ ਏ, ਸਾਰਾ ਕੁਝ ਕਰਨਾ, ਪਰਿਵਾਰ ਨੂੰ ਵੀ ਸਮਝਾਉਣਾ ਹੁੰਦਾ ਕਿ ਨਹੀਂ, ਇਹ ਸੇਵਾ ਦਾ ਮਾਰਗ ਮੈਂ ਨਹੀਂ ਛੱਡਣਾ ਹੈਗਾ, ਮੈਂ ਸੇਵਾ ਹੀ ਕਰਨੀ ਹੈਗੀ ਹੈ।
ਬੜੇ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ ਪੈਂਦੀਆਂ ਨੇ, ਬੜੇ ਤਰ੍ਹਾਂ ਦੀਆਂ ਲੜਾਈਆਂ ਲੜਨ ਤੋਂ ਬਾਅਦ ਜਦੋਂ ਤੁਸੀਂ ਹਿੰਮਤ ਨਹੀਂ ਹਾਰਦੇ, ਹਿੰਮਤ ਦੇ ਨਾਲ ਅੱਗੇ ਹੀ ਅੱਗੇ ਵਧਦੇ ਜਾਂਦੇ ਜੇ ਤਾਂ ਫਿਰ ਆਪਣੇ ਆਪ ਹੀ ਗੁਰੂ ਦੀ ਕਿਰਪਾ ਤੁਹਾਡੇ ਤੇ ਹੁੰਦੀ ਜਾਂਦੀ ਆ। ਕਈ ਤਰ੍ਹਾਂ ਦੀਆਂ ਲੜਾਈਆਂ ਲੜਨ ਤੋਂ ਬਾਅਦ ਉਹਨਾਂ ਵਿੱਚ ਇਮੋਸ਼ਨ ਵੀ ਹੁੰਦੇ ਹੀ ਆ ਬੰਦੇ ਦੇ ਅੰਦਰ, ਜਿਹੜੇ ਹੰਝੂਆਂ ਨਾਲ ਵਹਿੰਦੇ ਵੀ ਹੈਗੇ ਆ, ਉਹ ਕੰਟਰੋਲ ਵੀ ਹੁੰਦੇ ਆ। ਪਰ ਮੈਂ ਆਪਣੇ ਹੰਝੂਆਂ ਨੂੰ ਕਦੀ ਵੀ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ, ਕਦੀ ਵੀ ਇਸ ਚੀਜ਼ ਨੂੰ ਆਪਣੇ ਤੇ ਭਾਰੂ ਨਹੀਂ ਹੋਣ ਦਿੱਤਾ, ਆਪਣੇ ਇਮੋਸ਼ਨਾਂ ਨੂੰ ਆਪਣੇ ਆਪ ਤੇ ਭਾਰੂ ਨਹੀਂ ਹੋਣ ਦਿੱਤਾ। ਹਮੇਸ਼ਾ ਹੀ ਆਪਣੀ ਕੌਮ ਦੀ ਕੁਰਬਾਨੀ ਬਾਰੇ ਸੋਚਿਆ, ਸਿੰਘਾਂ ਦੀ ਕੁਰਬਾਨੀ ਬਾਰੇ ਸੋਚਿਆ, ਸਿੰਘਾਂ ਦੇ ਜਜ਼ਬੇ ਬਾਰੇ ਸੋਚਿਆ, ਆਪਣੇ ਗੁਰੂ ਸਾਹਿਬਾਂ ਦੇ ਜੀਵਨ ਤੋਂ ਸੇਧ ਲਈ, ਮਾਈ ਭਾਗੋ ਤੋਂ ਸੇਧ ਲੈ ਕੇ ਹਮੇਸ਼ਾ ਹੀ ਅੱਗੇ ਵਧਣ ਬਾਰੇ ਹੀ ਸੋਚਿਆ। ਤੇ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਆਖਰੀ ਸਾਹ ਤੱਕ ਇਹ ਸਾਰਾ ਕੁਝ, ਇਹ ਸਾਰੀ ਸੇਵਾ, ਹਰ ਇੱਕ ਚੀਜ਼ ਆਖਰੀ ਸਾਹ ਤੱਕ ਉਹ ਚਾਹੇਗਾ ਤੇ ਨਾਲ ਹੀ ਨਿਭਾਏਗਾ। ਬਿਲਕੁਲ ਬਿਲकुल। जो जज्बा ਤੁਹਾਡਾ, ਜੋ ਬਲਬਲੇ ਨੇ, कोई साथ ना दे मेरा चलना मुझे आता है, हर आग से वाकिफ हूँ जलना मुझे आता है। सोना ਜਿਹੜਾ ਉਹ 'ਚ ਚਮਕ ਆਉਂਦੀ ਹੈ ਨਾ, ਉਹ ਕੁਠਾਲੀ 'ਚ ਪੈ ਕੇ ਅੱਗ ਦਾ ਤਾਅ ਸਹਿ ਕੇ, ਅੱਜ ਉਹ ਪਤਾ ਨਹੀਂ ਕਿੰਨੇ ਪ੍ਰਕਾਰ ਦੀਆਂ ਅੱਗਾਂ ਦੇ ਤਾਅ ਸਹਿ ਕੇ ਅੱਜ ਬੀਬੀ ਸੰਦੀਪ ਕੌਰ ਖਾਲਸਾ ਦਾ ਇਹ ਨੂਰਾਨੀ ਚਿਹਰਾ ਔਰ ਇਹ ਅੱਖਾਂ 'ਚ ਚਮਕ ਦੱਸਦੀ ਹੈ ਕਿ ਕੋਈ ਪਰਵਾਹ ਨਹੀਂ ਕਿਸੇ ਚੀਜ਼ ਦੀ ਵੀ, ਕੇਵਲ ਤੇ ਕੇਵਲ ਇੱਕ ਜਜ਼ਬਾ ਹੈ, ਇੱਕ ਸੋਚ ਹੈ ਵੀ ਪੈਂਡਾ ਭਾਵੇਂ ਵਿਖੜਾ ਹੈ ਪਰ ਚੱਲਣਾ ਅਸਾਂ ਜ਼ਰੂਰ ਹੈ। ਪਰ ਬੀਬੀ ਸੰਦੀਪ ਕੌਰ ਚੱਲਦੇ ਹੀ ਜਾ ਰਹੇ ਨੇ। ਮਾਲਕ ਕਿਰਪਾ ਕਰੇ ਤੁਸੀਂ ਇਸੇ ਤਰ੍ਹਾਂ ਆਪਣੇ ਮਿਸ਼ਨ ਤੇ ਜਿਹੜਾ ਰਾਹ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ, ਉਹ ਇਸ ਮਿਸ਼ਨ ਦੇ ਰਾਹ ਤੇ ਤੁਸੀਂ ਚੱਲਦੇ ਰਹੋ ਔਰ ਗੁਰੂ ਸਾਹਿਬ ਤੁਹਾਨੂੰ ਚਲਾਉਂਦੇ ਰਹਿਣ। ਬਹੁਤ ਬਹੁਤ ਧੰਨਵਾਦ ਤੁਹਾਡਾ ਬੀਬੀ ਸੰਦੀਪ ਕੌਰ ਖਾਲਸਾ ਜੀ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਇਹ ਬੀਬੀ ਸੰਦੀਪ ਕੌਰ ਖਾਲਸਾ ਜੀ ਦੇ ਜਜ਼ਬਾਤ, ਇਹਨਾਂ ਦੇ ਬਲਬਲੇ, ਇਹਨਾਂ ਦੀ ਦਲੇਰੀ ਔਰ ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ, ਉਹਨਾਂ ਦੀ ਕੁਰਬਾਨੀ, ਬਾਕੀ ਸਿੰਘਾਂ ਦੀਆਂ ਕੁਰਬਾਨੀਆਂ, ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਤੇ ਫਿਰ ਆਪਣੇ ਆਪ ਨੂੰ ਵੀ ਸਾਂਭਣਾ, ਇਹ ਇੱਕ ਸ਼ੇਰਨੀ ਦਾ ਹੀ ਕੰਮ ਹੈ। ਤੇ ਉਹ ਸ਼ੇਰਨੀ ਸਾਡੇ ਸਾਹਮਣੇ ਬੈਠੇ ਨੇ ਬੀਬੀ ਸੰਦੀਪ ਕੌਰ ਖਾਲਸਾ ਜੀ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।